ਤੁਹਾਡੀ ਤੇ ਅੱਡੇ ਵਾਲਿਆਂ ਦੀ ਜਿਹੜੀ ਦੁਸ਼ਮਣੀ ਸੀ ਉਹ ਸਿਰਫ ਚੌਧਰਾਹਟ ਦੀ ਸੀ। ਇਹ ਗੱਲ ਸੱਚ? ਇਹ ਬਦਮਾਸ਼ੀ, ਕਤਲ ਕਰਨਾ, ਕਤਲ ਹੋਣਾ ਇਹਨਾਂ ਦਾ ਸ਼ੇਵਾ ਸੀ, ਇਹਨਾਂ ਦੇ ਖਾਨਦਾਨ ਦੀ ਰੀਤ ਸੀ। ਸਾਡੇ ਖਾਨਦਾਨ ਦੀ ਸੀ, ਤਾਜਰਾਂ ਦਾ ਮਸਲਾ ਹੈ, ਇਹ ਸਾਡੀ ਆਵਾਮ ਦਾ ਮਸਲਾ ਹੈ, ਇਹ ਸਾਡੇ ਗਲੀ ਮਹੱਲੇ ਦਾ ਮਸਲਾ ਹੈ। ਸੀ ਉਹਦੇ ਵਿੱਚ ਅੱਗੇ ਪਿੱਛੇ ਹੋਣਾ ਸੀ। ਉਹਨਾਂ ਦੇ ਪਰਦਾਦਾ ਜਿਨ੍ਹਾਂ ਦਾ ਵੀ ਉਹਨਾਂ ਦਾ ਵੀ ਕਤਲ ਹੋਇਆ, ਫਿਰ ਉਹਨਾਂ ਦਾਦਾ ਦਾ ਵੀ ਕਤਲ ਹੋਇਆ, ਫਿਰ ਉਹਨਾਂ ਦੇ ਬੇਟੇ ਦਾ ਵੀ ਕਤਲ ਹੋਇਆ, ਫਿਰ ਬੇਟੇ ਦੇ ਬੇਟੇ ਦਾ ਵੀ ਕਤਲ ਹੋਇਆ। एक मैं मसहब का बयान पढ़ना पैसा कि 3 दहाई हमारी, वो 3 की चौथी भी पा लिया, परदादा भी पा दे साडे नां, उन्होंने कल पर रखे है वो भी साडे नां पा दे, वो भी तो कतल होया। ਜਿਹੜੇ ਨੀਫਾ ਬਾਬਾ ਉਹ ਸੀ, ਉਹਨਾਂ ਨੂੰ ਤੀਫੀ ਬੱਟ ਸਾਹਿਬ ਸਪੋਰਟ ਕਰ ਰਹੇ ਸਨ, ਗੱਡੀ ਦਿੱਤੀ, ਕਲਾਸ਼ਨਕੋਫ ਦਿੱਤੀ। बिल्ले दी दुश्मनी कीना नीफे बाबे नाल, नीफे बाबा कौन है इसी नहीं जान। ਟੀਪੂ ਭਲਵਾਨ ਕਤਲ ਹੁੰਦਾ ਹੈ, ਉਹਦੇ ਵਿੱਚ ਤੁਹਾਡਾ ਨਾਮ। ਮੈਂ ਇਹਨਾਂ ਦੇ ਹਰ ਕੇਸ ਚੋਂ ਬਰੀ ਜੇ, ਮੇਰਾ ਕਿਸੇ ਦੇ ਵਿੱਚ ਕੋਈ ਤਲਕ ਨਹੀਂ ਰਿਹਾ। ਮੇਰਾ ਹੁਣ ਵੀ ਇਹਨਾਂ ਨੇ ਨਾਂ ਦਿੱਤਾ, 2 ਨੰਬਰੀ ਇਹਨਾਂ ਨੇ ਮੇਰੇ ਨਾਲ ਕੀਤੀ ਹੈ। ਮੈਂ ਕਿਹਾ ਇਹਨਾਂ ਦਾ ਕਸੂਰ ਕੀ ਹੈ, ਕਿਉਂਕਿ ਉਹਨਾਂ ਨੇ ਕਿਹਾ ਤੀਫੀ ਬੱਟ ਸਾਹਿਬ ਦੀ ਟ੍ਰੇਲ ਮਿਲਦੀ ਹੈ। ਉਹੀ ਕਹਿ ਰਹੇ ਨੇ ਕਿ ਗੋਗੀ ਬੱਟ ਕਿਤੇ ਵੀ ਨਹੀਂ ਨਜ਼ਰ ਆਇਆ ਸਾਨੂੰ। ਉਹਨਾਂ ਨੇ ਕਿਹਾ ਸਪਲੀਮੈਂਟਰੀ ਦੂਰ ਪੀਣਾ ਲਾ ਕੇ ਵੀ ਦੇਖਣ ਡਿਆ, ਜਿੱਡੀ ਤੁਹਾਨੂੰ ਪਤਾ ਉਹਨਾਂ ਨੇ ਤਫਤੀਸ਼ ਕੀਤੀ ਹੈ ਗਹਿਰੀ। ਤੁਸੀਂ ਇਹ 1.5 ਸਾਲ ਚ ਕਿਉਂ ਗਾਇਬ ਕਿਉਂ ਹੋ ਗਏ? ਇਹ ਆਪਣੇ ਗੁਨਾਹਾਂ ਤੋਂ ਪਰਦਾ ਪਾਉਂਦੇ ਪਏ, ਆਪਣੇ ਜੁਰਮ ਤੋਂ ਪਰਦਾ ਪਾਉਂਦੇ। ਇਹ ਹੁਣ ਕੀ ਕਹਿਣ ਕਿ ਨੀਫੇ ਬਾਬੇ ਨਾਲ ਸਾਡੀ ਦੁਸ਼ਮਣੀ, ਇਹ ਮੇਰੇ ਖਿਲਾਫ ਪਲਾਨ ਤੇ ਮਾਰਨ ਦੀਆਂ ਗੱਲਾਂ ਤੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਤੀਫੀ ਬੱਟ ਤੋਂ ਬਾਅਦ ਤੁਹਾਨੂੰ ਕਿਉਂ ਅਟੈਕ ਕੀਤਾ ਜਾ ਰਿਹਾ? ਕੀ ਵਜ੍ਹਾ ਉਹਦੀ ਤੁਹਾਨੂੰ ਕੀ ਨਜ਼ਰ ਆਉਂਦੀ? ਹਰ ਪਰਚੇ ਤੁਸੀਂ ਦੇਖੋ ਮੈਂ ਬਰੀ ਹਾਂ, ਬਾਹਰੋਂ ਬਾਹਰ ਹੀ। ਇਹਨਾਂ ਨੇ ਮੈਂ ਅੱਗੇ 2 ਆਪਣੀ ਫੈਮਿਲੀ ਦੇ ਕਰਾਏ, 2 'ਚੋਂ ਮੈਂ ਬਰੀ ਹਾਂ। ਹੁਣ ਬੱਟ ਸਾਹਿਬ ਵੀ ਗੱਲ ਕਰ ਰਹੇ ਨੇ, ਬਲਾਜ ਵੀ ਗੱਲ ਕਰ ਰਿਹਾ, ਫੋਨ ਤੇ ਗੱਲਾਂ ਹੋ ਰਹੀਆਂ ਨੇ, ਤੇ ਮੈਂ ਸੁਣਿਆ ਘੰਟਾ ਗੱਲਾਂ ਹੋਈਆਂ ਨੇ। ਸਰ ਬੜਾ ਕੁਛ ਬੜਾ ਪਿਆਰ ਸੀ ਇਹਨਾਂ ਦਾ ਆਪਸ ਵਿੱਚ। ਤੀਫੀ ਬੱਟ ਸਾਹਿਬ ਤੇ ਬਲਾਜ ਦਾ ਪਿਆਰ ਸੀ ਜੀ। अब मेरा इधर रिश्ता हो गया, चलो उन्होंने कहा यार पुत्र मुबारक हो, तू भी ऐसे चलना सा। आज मेरी बहन की शादी के लिए हमने दिन रख दिया, मुबारक हो गया। तो मैंने अंकल उम्रे पे जाना था, तो मैंने 2-3 दिन हो गया, आपका फ़ोन नहीं लग रहा था, तो मैंने टिकट आके करवा ली। हूँ साढ़े लै कर रहे हैं थोड़ा कहन देना मुनाफकत। ਬੱਟ ਸਾਹਿਬ ਅੱਛੀ ਜਗ੍ਹਾ ਤੇ ਚਲਾ ਗਿਆ, ਉਹਦੇ ਬਾਰੇ ਚ ਅਸੀਂ ਇਸ ਤਰ੍ਹਾਂ जी सर, लेकिन ਹਾਂ चलो ਕਿਆ ਤੁਸੀਂ ਕਿਸੇ ਡੀਲ ਦੇ ਤਹਿਤ ਵਾਪਸ ਆਏ ਹੋ? मैं अपना हक लैन आया, लेकिन इत्थे मैं जी GIT को आया, ओरे नज़ारे कुछ होर ने, ओरे विचों हैवी इहो जी हो गई है कि हक नूं ना हक कराण डई है। ਤੁਹਾਨੂੰ ਡਰ ਸੀ ਕਿ ਤੁਹਾਨੂੰ ਮਰਵਾਣਾ ਚਾਹੁੰਦੇ ਨੇ? मैं कहा सर मैं मैरिड चाहना, मेरा रत्ती बार भी निकले, ठूक के मन चलान किया जाए, तो अगर नहीं निकलता तो फिर मैं ज्यादती ना की जाए। ਤੀਫੀ ਬੱਟ ਸਾਹਿਬ ਤੇ ਬਲਾਜ ਰਾਬਤੇ 'ਚ ਸਨ, ਤੇ ਇਹਦਾ ਮਤਲਬ ਕੋਈ ਟ੍ਰਿਗਰ ਕਰਨ ਵਾਲਾ ਤੇ ਕੋਈ ਹੋਰ ਸੀ। ਅਗਰ ਉਹ ਦੋਵੇਂ ਇਕੱਠੇ ਸਨ ਤੇ ਐਰੇ ਪਿਓ ਦਾ ਤੇ ਦਾਦੇ ਦਾ ਨਾਂ ਲਵੋ ਨਾ ਤੇ ਆਦਮੀ ਪਲੀਤ ਹੋ ਜਾਂਦਾ। ਐਡੀ ਜ਼ਾਲਮਾਨਾ ਜ਼ਿੰਦਗੀ ਗੁਜ਼ਾਰ ਕੇ ਗਏ। ਅੱਲਾਹ ਤਾਲਾ ਉਹਨਾਂ ਨੂੰ ਮਾਫ ਕਰੇ, ਅਸੀਂ ਬਖਸ਼ਿਸ਼ ਦੀ ਦੁਆ ਕਰਨੇ ਆ। ਤੁਸੀਂ ਇਹਨੂੰ ਸੁਲ੍ਹਾ ਸਫਾਈ ਵੱਲ ਨਹੀਂ ਲੈ ਕੇ ਆਏ? ਤੁਸੀਂ ਦੱਸੋਗੇ ਯਾਰ 14 ਸਾਲ ਦੇ ਵਿੱਚ ਟੀਪੂ ਦੇ ਬਾਅਦ ਐਰੇ ਬੱਚਿਆਂ ਨਾਲ ਇਹਨਾਂ ਨੇ ਕਿਸੇ ਨੂੰ ਕਿਹਾ ਵੀ ਹੈ ਕਿ ਸਾਡੀ ਦੁਸ਼ਮਣੀ ਹੈ? ਗੋਗੀ ਬੱਟ ਸਾਹਿਬ ਕੀ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਇਹਦਾ ਮੈਂ ਕਹਿੰਦਾ ਸਲਾਹ ਅੱਛੀ ਚੀਜ਼ ਹੈ। ਹਾਈ ਕਮਾਨ ਜਿਹੜੀ ਹੈ ਵਜ਼ੀਰ ਆਲਾ ਪੰਜਾਬ ਦਾ ਨੋਟਿਸ ਲੈ ਕੇ ਉਹਨੂੰ ਵੀ ਸਾਹਮਣੇ ਲਿਆਉਣ। ਉਹ ਲਿਆ ਸਕਦੇ ਨੇ, ਮੈਂ ਤਾਂ ਨਹੀਂ ਲਿਆ ਸਕਦਾ ਕਿ ਉਹ ਕਿਹੜਾ ਮਿਹਰਬਾਨ ਹੈ ਜਿਹੜਾ ਸੁਤੇਲੀ ਮਾਂ ਵਾਲਾ ਤੇ ਲਾਡਲੇ ਦਾ ਸਲੂਕ ਕਰਨ ਦੇ। ਮੇਰੇ ਕੋਲ ਕੋਈ ਇਸਰਾਈਲ ਦਾ ਪਾਸਪੋਰਟ ਤੇ ਨਹੀਂ ਨਾ ਨਿਕਲ ਆਇਆ, ਮੈਂ ਵੀ ਇਸ ਮੁਲਕ ਦਾ ਸ਼ਹਿਰੀ ਹਾਂ। ਮਨ ਵੀ ਤਫਤ ਦਿੱਤਾ ਜਾਵੇ, ਮਨ ਵੀ ਮੇਰੀ ਜਾਨ ਦਾ ਖਤਰਾ ਹੈ, ਮਨ ਵੀ ਮੇਰੇ ਬੱਚਿਆਂ ਦੇ ਜਾਨ ਦਾ ਖਤਰਾ है। अस्सलाम वालेकुम, मेरा नाम है ज़ुहैब भट्ट और आप देख रहे हैं दिल की बात ज़ुहैब भट्ट के साथ। आज जो दिल की बात करने के लिए शख्सियत हमारे दरमियान मौजूद है, आपने इनका नाम बहुत ज़्यादा सुना है, स्पेशली जो लाहौर शहर में रहते हैं वो इनके नाम से बिल्कुल वाकिफ़ हैं। कई तो खौफ की अलामत समझते हैं, कई जब भी लिस्टें पढ़ते हैं, कभी पुलिस की लिस्ट आती है तो सबसे ऊपर लिखा जाता है। कई इनको जानते हैं कि ये लाहौर के डॉन है, कई कहते हैं पाकिस्तान के डॉन है, कोई कहते हैं कि शेर पंजाब है। लेकिन ये हैं कौन, ये शख्सियत क्या है, इनसे आपकी मुलाकात करवाते हैं। हमारे साथ मौजूद हैं ख्वाजा अकील साहब, जो जाने जाते हैं गोगी भट्ट के नाम से। अस्सलाम वालेकुम। जी वालेकुम अस्सलाम। कैसे हैं आप भट्ट साहब? जी अल्लाह का करम, आप भाई ठीक ठाक हैं? जी अल्लाह का बड़ा। भट्ट साहब ये सवाल जो मैंने अभी आपके तारुफ में किया कि जब कभी लिस्ट आती है, हम साफ़ी हैं, हम देखते हैं पुलिस की जब कभी निकलती है, कोई कहते हैं लाहौर का डॉन, आप वाकई में डॉन है? अपना तारुफ तो करवाएं हमें, मेरे सुनने वाले जानना चाहते हैं। सर डॉन नाम की तो चीज़ हमारे पास से भी नहीं गुजरी। गोगी भट्ट का जो नाम है ना, वो जब कोई नाम लेता है तो वो समझते हैं कि ये बस अब हमारे खैर नहीं है। नहीं, वो पुलिस की जो देखे ना जी, वो चीज़ें जो है ना, एक बार मेरे खिलाफ लिस्ट बनी है, वो भी गुलाम महमूद डोगर साहब जब DIG लाहौर में थे, CCP लाहौर उस वक्त। अच्छा। वो ज़ाती मुझे मेरी उनकी किसी बात पे थी बात, वो मैं आप कहेंगे तो आपको बता दूंगा। अच्छा, अब हम उस वक्त ये मेरे मैं खिलाफ समझ रहा हूं कि ਅਸੀਂ ਦੋਵੇਂ ਸ਼ਹਿਰਦਾਰ ਹਾਂ ਤੇ जी ਪੰਜਾਬੀ ਚ ਗੱਲ ਕਰ ਲਈ। चलो बिस्मिल्लाह आ जाओ। ਤੇ ਇਹ ਆਓ ਤੇਰਾ ਮਜ਼ਾ ਫੇਰ ਹੀ ਆਏਗਾ ਨਾ ਕਿ ठीक है जी, शहरदार शहर दी बोली ते आ जाओ। ਬੋਲੀ ਤੇ ਆ ਜਾਈਏ। ਤੇ ਗੁਲਾਮ ਮਹਿਮੂਦ ਡੋਗਰ ਦੇ ਨਾਲ ਤੁਹਾਡਾ ਕੋਈ ਜ਼ਾਤੀ ਰੰਜਿਸ਼ ਸੀ?
ਜੀ ਨਹੀਂ, ਜ਼ਾਤੀ ਨਹੀਂ ਮੇਰੀ ਕੋਈ ਰੰਜਿਸ਼ ਰਹੀ, ਜ਼ਾਤੀ ਉਹਨਾਂ ਨੇ ਬਣਾਤੀ। ਉਹ ਮੈਨੂੰ ਕਿਤੇ ਮਿਸਯੂਜ਼ ਕਰਨਾ ਚਾਹੁੰਦੇ ਸੀ, ਮੈਂ ਨਹੀਂ ਹੋਇਆ। ਜਦੋਂ ਡੀਆਈਜੀ ਲਾਹੌਰ ਸੀ ਗੁਲਾਮ ਮਹਮੂਦ ਡੋਗਰ ਸਾਹਿਬ, ਸੀਸੀਪੀਓ ਸਨ ਜਦੋਂ? ਨਹੀਂ ਜੀ ਨਹੀਂ, ਪਹਿਲੇ ਡੀਆਈਜੀ ਲਾਹੌਰ ਲੱਗੇ ਨੇ ਆ ਕੇ ਮੀਆਂ ਸ਼ਬਾਜ਼ ਸ਼ਰੀਫ ਸਾਹਿਬ ਦੇ ਦੌਰ ਦੇ ਵਿੱਚ। ਅੱਛਾ, ਇਸ ਤੋਂ ਪਹਿਲੇ? ਜੀ, ਮੇਰਾ ਤੇ ਇਹਨਾਂ ਦਾ ਇਕੱਠਾ ਹੀ ਇੱਕ ਦੋਸਤ ਹੈ ਜਿਹਦਾ ਨਾਂ ਹੈ ਹੈਪੀ। ਠੀਕ ਹੈ। ਹੈਪੀ ਇਹਨਾਂ ਵਾਸਤੇ ਨਾ ਇੱਕ ਪ੍ਰਾਪਰਟੀ ਦਾ ਇਹਨਾਂ ਨੇ ਉਦੋਂ ਬੜਾ ਭਰਪੂਰ ਤਰੀਕੇ ਨਾਲ ਇੱਥੇ ਕੰਮ ਕੀਤਾ ਡੋਗਰ ਸਾਹਿਬ ਨੇ, ਜਿਹਦੀ ਵਜ੍ਹਾ ਨਾਲ ਮੁੜ ਕੇ ਸ਼ਹਬਾਜ਼ ਸਾਹਿਬ ਦੇ ਨੋਟਿਸ 'ਚ ਇੱਕ ਗੱਲ ਆਈ, ਇਹਨਾਂ ਨੇ 3 ਕਨਾਲ ਦਾ ਨਾ ਪਲਾਟ ਕਬਜ਼ਾ ਕਰ ਦਿੱਤਾ ਆਪਣੇ ਘਰ ਦੇ ਨਾਲ। ਅੱਛਾ। ਉਦੋਂ ਉਹਨਾਂ ਨੇ ਫਿਰ ਮੀਆਂ ਸ਼ਹਬਾਜ਼ ਸ਼ਰੀਫ ਸਾਹਿਬ ਨੇ ਇਹਨੂੰ OST ਬਣਾ ਦਿੱਤਾ ਗਿਆ। OST ਬਣਾ ਕੇ ਤੇ ਲਿਖ ਦਿੱਤਾ ਕਿ ਇਹ ਲਾਹੌਰ ਦਾ ਇਹ ਕਬਜ਼ਾ ਗਰੁੱਪ ਹੈ, ਇਹਨੂੰ ਕਿਸੇ ਪੋਸਟ ਨਾ ਦਿੱਤੀ ਜਾਵੇ, ਉੱਤੇ ਯਾਰ ਮਾਰਕਸ ਹੈ ਦਿੱਤੇ ਗਏ ਇਹਦੀ ਫਾਈਲ ਦੇ ਉੱਤੇ ਜੀ, ਇਹ ਲਿਖ ਦਿੱਤੇ ਗਏ, ਉਤਾਰ ਦਿੱਤਾ ਗਿਆ। ਉਸ ਦੌਰਾਨ ਹੀ ਇਹਦੇ ਉਤਰਨ ਤੋਂ ਪਹਿਲੇ ਮੇਰਾ ਦੋਸਤ ਜਿਹੜਾ ਹੈਪੀ ਹੈ ਨਾ, ਉਹਦਾ ਮੇਰਾ ਵੀ ਬੜਾ ਤਲਕ ਸੀ। ਮੇਰਾ ਉਹਦਾ ਤਲਕ ਸੀ ਭਾਈਆਂ ਵਾਲਾ, ਪਿਆਰ ਵਾਲਾ। ਠੀਕ ਹੈ। ਇਹਦਾ ਉਹਦਾ ਤਲਕ ਸੀ ਮੁਨਾਫੇ ਵਾਲਾ। ਠੀਕ ਹੈ। ਉਹ ਪ੍ਰਾਪਰਟੀ ਦਾ ਡਿਫੈਂਸ 'ਚ ਕੰਮ ਕਰਦਾ ਸੀ, ਚੌਹਾਨ ਤੇ ਇੱਕ ਵਸੀਮ ਸਾਹਿਬ ਨੇ, ਇਸ ਤਰ੍ਹਾਂ 2-3 ਪਾਰਟੀਆਂ ਨਾਲ। ਉਹ ਇਹਨਾਂ ਨੂੰ ਕੋਈ ਪਾਰਟੀਆਂ ਪ੍ਰਾਪਰਟੀ ਦੀਆਂ ਲਿਆਂਦੇ ਸੀ, ਤੇ ਇਹ ਅੱਗੋਂ ਜੋ ਵੀ ਸੀ ਵੱਧ ਟੁੱਕ ਜੋ ਵੀ ਕਰਦੇ ਸੀ। ਚੌਹਾਨ ਸਟੇਟ ਵਾਲਿਆਂ ਤੇ ਮੈਂ ਵੀ ਉਹਨਾਂ ਨਾਲ ਇੱਕ ਦੋ ਮੇਰੇ ਨਾਲ ਵੀ ਜ਼ਿਕਰ ਕੀਤਾ ਕਿ ਇਹ ਤਮਾਮ ਮਾਜਰਾ ਹੈਗਾ, ਬੜੇ ਪਰੇਸ਼ਾਨ ਸੀ ਉਹ ਇਹਨਾਂ ਕੋਲੋਂ। ਜੀ ਸਰ, ਇਸ ਤਰ੍ਹਾਂ ਫਿਰ ਜਨਾਬ ਦੇ ਵੀ ਨੋਟਿਸ ਹੋਏਗੀ, ਫਿਰ ਇਹ ਸਾਰੀ ਗੱਲ ਇਸ ਤਰ੍ਹਾਂ ਹੀ ਹੈ। ਤੇ ਉਹਨਾਂ ਨੇ ਫਿਰ ਜ਼ਾਤੀ ਰੰਜਿਸ਼ ਰੱਖੀ ਤੁਹਾਡੇ ਨਾਲ, ਉਹ ਤੁਹਾਡੇ ਕੋਲੋਂ ਕਰਵਾਉਣਾ ਕੀ ਚਾਹੁੰਦੇ ਸੀ? ਕਬਜ਼ਾ? ਜੀ ਸਰ, ਮੈਂ ਉਹ ਜਨਾਬ ਨੂੰ ਦੱਸਣਾ ਜੀ। ਉਹ ਸਰ ਹੈਪੀ ਤੇ ਗੁਲਾਮ ਮਹਮੂਦ ਡੋਗਰ ਤੇ ਮੀਆਂ ਜਾਜ਼ ਬੁਕੀਆ, ਜਿਹੜੇ ਨਾਂ ਤੋਂ ਮਸ਼ਹੂਰ ਨੇ। ਮੈਂ ਤੇ ਨਹੀਂ, ਲੇਕਿਨ ਉਹ ਨਾਂ ਹੀ ਉਹਨਾਂ ਦਾ ਮਸ਼ਹੂਰ ਹੈ ਇਸ ਗੱਲ ਤੋਂ, ਤੇ ਮੈਂ ਇਸ ਕਰਕੇ ਬੁਕੀਆ ਅੱਗੇ ਲਾਇਆ, ਵਰਨਾ ਮੈਂ ਨਾ ਲਾਂਦਾ। ਮੀਆਂ ਜਾਜ਼ ਬੁਕੀਆ ਉਹਨਾਂ ਨੂੰ ਕਿਹਾ ਜਾਂਦਾ। ਟਾਊਨਸ਼ਿਪ ਉਹਨਾਂ ਦਾ ਨਾਂ ਹੈਗੀ ਜੀ ਉਹ ਫਾਰਮ। ਅੱਛਾ। ਜਿੱਥੇ ਇਹਨਾਂ ਨੇ ਦੂਸਰੇ ਤੀਸਰੇ ਦਿਨ ਬਾਅਦ ਰਾਤ ਗੁਜ਼ਾਰਨੀ ਹੁੰਦੀ ਸੀ ਫਾਰਮ ਤੇ। ਠੀਕ ਹੈ। ਡੋਗਰ ਸਾਹਿਬ ਨੇ। ਠੀਕ ਹੈ। ਹੈਪੀ ਵੀ ਨਾਲ ਸੀ ਇਹਨਾਂ ਦਾ, ਜੋਟੀ ਵਾਲਾ, ਇਸ ਕਰਕੇ ਉਹ ਕਮਾਈ ਸੀ। ਠੀਕ ਹੈ। ਉਹ ਇਹਨਾਂ ਨੂੰ ਅੱਗੋਂ ਪਾਰਟੀਆਂ ਜਿਹੜੀਆਂ ਕੋਈ ਪ੍ਰਾਪਰਟੀ ਦੀਆਂ ਹੁੰਦੀਆਂ ਸੀ, ਉਹਦੀ ਵੇ ਨਾਲ ਆ ਜਾਂਦੀਆਂ ਸੀ ਇਹਨਾਂ ਕੋਲ। ਇਹ ਆਪ ਵੀ ਨਾਲ ਲੱਗੇ ਸੀ ਕਰਨ। ਹੈਪੀ ਤੇ ਮੇਰਾ ਦੋਸਤ ਸੀ, ਮੇਰਾ ਉਹਦੀ ਮੁਹੱਬਤ ਸੀ ਬੇਲੋਸ, ਇਹਨਾਂ ਦੀ ਲਾਲਚ ਦੀ। ਠੀਕ ਹੈ। ਉਹ ਹੈਪੀ ਇੱਕ ਦਿਨ ਉੱਥੇ ਬੈਠਣਾ, ਇੱਕ ਦਿਨ ਮੇਰੇ ਕੋਲ ਬਹਿੰਦਾ। ਮੇਰਾ 24 ਘੰਟੇ ਦਾ ਭਾਈ ਹੈ, ਮੇਰੇ ਛੋਟੇ ਭਰਾ ਦੀ ਤਰ੍ਹਾਂ। ਉਹ ਇਹਨਾਂ ਦੀਆਂ ਗੱਲਾਂ ਮਨ ਦੱਸਦਾ ਸੀ, ਲਾਜ਼ਮੀ ਗੱਲ ਕੋਈ ਹੈ ਕਿ ਇਸ ਤਰ੍ਹਾਂ ਅਸੀਂ ਕਰ ਰਹੇ ਹਾਂ ਤੇ ਇਸ ਤਰ੍ਹਾਂ। ਮੇਰੀਆਂ ਗੱਲਾਂ ਇਹਨਾਂ ਨੂੰ ਦੱਸਦਾ ਸੀ ਕਿ ਇਹ ਮੇਰਾ ਭਰਾ ਹੈ ਜੀ। ਇਹਨਾਂ ਨੇ ਉਹਨੂੰ ਕਿਹਾ ਕਿ ਤੂੰ ਗੋਗੀ ਭੱਟ ਨੂੰ ਨਾ ਲੈ ਕੇ ਆ। ਅੱਛਾ। ਮੇਰੇ ਕੋਲ ਇਹੋ ਹੀ ਪਾਰਟੀ 'ਚ ਲੈ ਕੇ ਆ, ਇਹ ਵਾਲੀ 'ਚ। ਉਹਨਾਂ ਦਾ ਮਕਸਦ ਇਹ ਸੀ ਕਿ ਜਿਹੜਾ ਮੇਰੇ ਵੀ ਇਲਮ 'ਚ ਆਇਆ, ਜਿਹੜਾ ਮੈਨੂੰ ਹੈਪੀ ਨੇ ਵੀ ਕਿਹਾ, ਇਹਨਾਂ ਦੀ ਵਾਲਦਾ ਦੇ ਇੱਕ ਨਾਂ ਸੀ ਪਲਾਟ। ਅੱਛਾ। ਗੁਲਾਮ ਮਹਮੂਦ ਡੋਗਰ ਸਾਹਿਬ ਦੇ ਵਾਲਦਾ ਦਾ ਨਾਂ ਸੀ ਇੱਕ ਪਲਾਟ, ਉੱਤੇ ਇਹਨਾਂ ਨੇ ਉਹਨਾਂ ਦੇ ਨਾਂ ਕਰਾਤਾ ਸੀ। ਉੱਥੇ ਕਬਜ਼ਾ ਸੀ ਤੇ ਕਬਜ਼ਾ ਇਹਨਾਂ ਨੇ ਛੁਡਵਾਉਣਾ ਸੀ। ਕਬਜ਼ਾ ਕਿਸੇ ਬਦਮਾਸ਼ ਦਾ ਸੀ? ਕਿਸੇ ਦਾ ਹੈਗਾ, ਮੈਨੂੰ ਨਹੀਂ ਪਤਾ, ਮੈਂ ਗਿਆ ਹੀ ਨਹੀਂ ਨਾ ਉੱਧਰਲੇ ਪਾਸੇ। ਮੈਂ ਇਹਨਾਂ ਨੂੰ ਨਹੀਂ ਨਾ ਉਹ ਇਹਨਾਂ ਦੀ ਗੱਲ ਮੰਨੀ, ਤੇ ਮੈਨੂੰ ਅੱਗੇ ਦਾ ਨਹੀਂ ਪਤਾ। ਲੇਕਿਨ ਜਿਹੜੀ ਕੋਈ ਗੱਲ ਸੀ ਨਾ, ਮੈਨੂੰ ਇੰਨਾ ਪਤਾ, ਇਹ ਮੈਨੂੰ ਉੱਥੇ ਯੂਜ਼ ਕਰਨਾ ਚਾਹੁੰਦਾ ਸੀ, ਜਿਹੜਾ ਕਿ ਮੈਂ ਆਪਣੀ ਜ਼ਾਤ ਵਾਸਤੇ ਨਹੀਂ ਕਦੀ ਕਬਜ਼ਾ ਕੀਤਾ, ਤੇ ਮੇਰੇ ਵਾਸਤੇ ਕਰਨਾ ਸੀ। ਠੀਕ ਹੈ। ਠੀਕ ਹੈ ਜੀ। ਠੀਕ ਹੈ। ਮੈਂ ਉੱਥੇ ਨਹੀਂ ਗਿਆ ਇਹਦੇ ਕੋਲ। ਇਹਨੇ 2-3 ਦਫਾ ਮੈਨੂੰ ਕਾਲ ਕੀਤਾ, ਮੈਂ ਨਹੀਂ ਗਿਆ। ਇਹਨੇ ਫਿਰ ਇੱਥੋਂ ਦੇ ਠੋਕਰ ਦਾ ਕੋਈ ਸ਼ਬੀਰ ਕੇ ਬਸ਼ੀਰ ਕੋਈ ਆਸੇ ਨਾਂ ਦਾ ਬੰਦਾ, ਉਹ ਜਿਹਦੀ ਨੂੰ ਕੋਈ ਮੈਂ ਪਤਾ ਵੀ ਕਰ ਸਕਦਾ ਨਾ ਸਹੀ ਕਿ ਨਾ, ਲੇਕਿਨ ਇਸ ਤਰ੍ਹਾਂ ਹੀ ਮਿਲਦਾ ਜੁਲਦਾ। ਇਹ ਨਵਾਬ ਟਾਊਨ 'ਚ ਤਾਂ ਨਹੀਂ ਸੀ ਪਲਾਟ? ਇਹ ਮੈਨੂੰ ਇਹ ਵੀ ਨਹੀਂ ਪਤਾ। ਅੱਛਾ। ਲੇਕਿਨ ਇਹਦੇ ਉੱਤੇ ਨਾ ਮੈਂ ਪਤਾ ਕਰ ਸਕਣਾ, ਮੈਨੂੰ ਸਾਰੀ ਚੀਜ਼ ਦਾ ਇਲਮ। ਚਲੋ। ਉਹ ਪਲਾਟ ਇਹਦੀ ਵਾਲਦਾ ਦਾ ਨਾਂ ਸੀ। ਇਹਨੇ ਉਹਨੂੰ ਮੁੜ ਕੇ ਹਾਇਰ ਕੀਤਾ। ਇਹਨੂੰ ਨੇ ਕਰਕੇ ਇਹਨੇ ਉਹਨੂੰ ਕਿਹਾ ਕਿ ਇੱਥੇ ਜਾ ਕਬਜ਼ੇ ਤੇ। ਉਹ ਸ਼ੇਖੀ 'ਚ ਵਿਚਾਰਾ ਚਲੇ ਗਿਆ ਕਿ DIG ਲਾਹੌਰ ਨੇ ਮਨ ਘੱਲਿਆ, ਔਰ ਉੱਥੇ ਇੱਕ ਮਰਡਰ ਹੋ ਜਾਂਦਾ ਜਿੱਥੇ ਮਨ ਘੱਲਣਾ ਚਾਹੁੰਦਾ ਸੀ। ਠੀਕ ਹੈ। ਉਹ 10 ਸਾਲ 11 ਸਾਲ ਵਿਚਾਰਾ ਜੇਲ੍ਹ 'ਚ ਰਿਹਾ ਜੇ। ਹੁਣ ਮੈਨੂੰ ਕਿੱਥੇ ਪਿੱਛੇ ਜੇ ਕੋਈ ਬੰਦਾ ਦੱਸਦਾ ਕਿ ਉਹਨੇ ਪੈਸੇ ਦਿੱਤੇ ਨੇ, ਪੈਸੇ ਦੇ ਕੇ ਉਹਦੀ ਜਾਨ ਛੁੱਟੀ ਉਹਦੇ 'ਚ, ਉਹਦੀ ਵਾਲਦਾ ਤੇ ਉਹ ਹੋ ਗਿਆ। ਮੈਂ ਉਦੋਂ ਨਾ ਕਰਦਾ ਰਿਹਾ, ਮੈਂ ਨਹੀਂ ਗਿਆ। ਇਹਨੇ ਮੇਰੇ ਅੰਦਰ ਰੱਖ ਲਿੱਤੀ ਸੀ ਗੱਲ, ਮੇਰੇ ਇਲਮ 'ਚ ਨਹੀਂ ਸੀ ਕਿ ਯਾਰੀ ਕਿ ਮੈਂ ਤੇਰੇ ਵਾਸਤੇ ਨਹੀਂ ਕਬਜ਼ਾ ਕੀਤਾ ਤੇ ਤੂੰ ਅੰਦਰ ਰੱਖ ਲਿੱਤਾ, ਤੂੰ ਆਪ ਕਰ ਲੈ, ਜਾਂ ਤੇਰੇ ਕੋਲ ਫੋਰਸ ਜਾਂ ਜੋ ਵੀ। ਉਹ ਫੋਰਸ ਨੂੰ ਨਾ ਯੂਜ਼ ਕਰਦਾ ਪਿਆ ਸੀ, ਉਹਨੂੰ ਪਤਾ ਸੀ ਕਿ ਮੇਰੀ ਹੋਰ ਬਦਨਾਮੀ ਨਾ ਕਿਤੇ ਹੋਈ ਜਾਵੇ। ਅੱਛਾ। ਤੇ ਉਹ ਫੋਰਸ ਤੇ ਦੱਸੇਗੀ ਆਪਣੇ ਹੋਰ ਵੱਡਿਆਂ ਛੋਟਿਆਂ ਨੂੰ ਕਿਹਾ, ਸਾਨੂੰ ਕਹਿ ਰਿਹਾ ਜੀ। ਇਹਦਾ ਮਤਲਬ ਉਹ ਕਬਜ਼ਾ ਨਹੀਂ ਹੋਏਗਾ, ਉਹ ਇਹ ਕਬਜ਼ਾ ਕਰਨਾ ਚਾਹ ਰਹੇ ਹੋਣਗੇ। ਇਹੀ ਹੋ ਸਕਦਾ ਫਿਰ ਕਿ ਜੇਕਰ ਫੋਰਸ ਦੀ ਇਸਤੇਮਾਲ ਕਰਨਾ ਚਾਹ ਰਹੇ ਸੀ। ਆਹ ਸਰ, ਉਹ ਇਹੋ ਹੀ ਚੀਜ਼ਾਂ ਨੂੰ ਕਰ ਰਹੇ ਸੀ ਨਾ, ਜਿਸ ਤਰ੍ਹਾਂ ਉਹ ਵਿਚਾਰੇ ਦੀ ਇਹਨਾਂ ਨੇ ਉਹਨੂੰ ਉੱਥੇ ਘੱਲ ਦਿੱਤਾ, ਉਹ ਜਿਹੜਾ ਵੀ ਸੀ। ਹਾਂ। ਉਹ ਸ਼ੇਖੀ ਜੋ ਲੜ ਪਿਆ ਉੱਥੇ ਜਾ ਕੇ, ਉਹ ਵਿਚਾਰਾ 10 ਸਾਲ 11 ਸਾਲ ਅੰਦਰ ਹੈ। ਮੈਂ ਸਮਝ ਗਿਆ। ਅੱਛਾ, ਫਿਰ ਉਸ ਤੋਂ ਬਾਅਦ ਜਦੋਂ CCPO ਲਾਹੌਰ ਆਏ, ਫਿਰ ਇਹਨਾਂ ਨੇ ਲਿਸਟਾਂ ਜਿਹੜੀਆਂ ਗੱਡੀਆਂ ਉਹਦੇ ਤੁਹਾਡਾ ਨਾਮ ਟੌਪ ਤੇ। ਹਾਂ, ਉਹ ਜਿਹੜੀ ਤੁਸੀਂ ਲਿਸਟ ਦੀ ਜ਼ਿਕਰ ਕੀਤੀ ਨਾ, ਉਹ ਇਹਨਾਂ ਦੀ ਮਿਹਰਬਾਨੀ ਹੋਈ। ਪਹਿਲਾ ਲਵ ਇਹਨਾਂ ਦਾ ਮੇਰੇ ਨਾਲ ਉਹ ਚੱਲਿਆ। ਉਦੋਂ ਦੇ ਤੁਸੀਂ ਦੌਰ ਜੀ ਦੇਖੋ, ਲਿਸਟ ਆਈ, ਕਬਜ਼ਾ,
1 ਨੰਬਰ ਗੋਗੀ ਬੱਟ ਕਬਜ਼ਾ ਗਰੁੱਪ ਜਿਹੜਾ ਤੁਸੀਂ ਜ਼ਿਕਰ ਕਰਦੇ ਹਾਂ। ਤੁਸੀਂ ਉਹ ਉਦੋਂ ਦਾ ਪੜ੍ਹਿਆ ਹੈ, ਉਦੋਂ ਦੇ ਦੇਖਿਆ ਪੜਿਆ ਜੀ। ਠੀਕ ਹੈ ਜੀ। ਇਹ ਗੁੰਡਾ ਨੰਬਰ 1, ਡੋਨ ਨੰਬਰ 1, ਗੋਗੀ ਨੰਬਰ 1, ਜੀ, ਗੋਗੀ ਇਸ ਬੱਟ ਤਰ੍ਹਾਂ। ਨੰਬਰ 1, ਹਾਂ। ਫਲਾਣਾ ਗੋਗੀ ਬੱਟ ਨੰਬਰ 1। ਉਹ ਲਿਸਟ ਫਿਰ ਇਹਨਾਂ ਨੇ ਨਾ ਉਹ ਮੇਰੇ ਤੋਂ ਕੱਢ ਦਿੱਤੀ। ਠੀਕ ਹੈ ਜੀ ਸਰ। ਹਰ ਲਿਸਟ 'ਚ ਤੁਸੀਂ ਨੰਬਰ 1 ਹੈਗੇ ਸੀ। ਜੀ ਸਰ, ਮੈਂ ਨੰਬਰ 1, ਉਹਨੇ ਮੈਨੂੰ ਨਾ ਸਾਰੇ ਕਿਤੇ ਪਾਤਾ। ਉਹ ਪਤਾ ਨਹੀਂ ਕਿਹੜੀ ਚੀਜ਼ ਉਹਦੇ ਕੋਲ ਬਚ ਗਈ, ਨਹੀਂ ਤੇ ਉਹ ਹਰ ਚੀਜ਼ 'ਚ ਹੀ ਮੈਨੂੰ ਪਾ ਦਿੰਦਾ। ਉਹਨੇ ਪਾਇਆ ਫਿਲਹਾਲ ਜਿੱਥੋਂ ਤੱਕ ਜਾ ਸਕਦਾ ਸੀ ਨਾ ਮੇਰੇ। ਅੱਛਾ, ਮੈਂ ਅਗਰ ਗਲਤ Yes. ਨਹੀਂ ਗਾ, ਉਹ ਦੌਰ ਸੀ ਜਦੋਂ ਇਮਰਾਨ ਖਾਨ ਸਾਹਿਬ ਪ੍ਰਾਈਮ ਮਿਨਿਸਟਰ ਸਨ, ਜੀ, ਉਹ ਮੁਖਤਾਰ ਸੀ। ਸਾਹਿਬ ਸੀਐਮ ਸਨ। ਉਹ ਹੀ ਸੀ ਉਹ। ਤੇ ਅਗਰ ਮੈਂ ਗਲਤ ਨਹੀਂ ਗਾ ਤੇ ਤੁਹਾਡੇ ਜਿਹੜੇ ਮਾਮੂ ਦੇ ਬੇਟੇ ਨੇ ਖਵਾਜਾ ਤਾਰੀਫ ਗੁਲਸ਼ਨ ਸਾਹਿਬ, ਤੀਫੀ ਬਾਟ ਸਾਹਿਬ, ਜੀ ਸਰ, ਐਸਾ ਉਹ ਪਾਕਿਸਤਾਨ ਤਹਿਰੀਕ ਇਨਸਾਫ 'ਚ ਉਹਨਾਂ ਦਾ ਕਾਫੀ ਸੇ ਹੈਗਾ ਸੀ। ਨਹੀਂ, ਤਰੀਕੇ ਸਾਹਮਣੇ ਤੋਂ ਉਹਨਾਂ ਦਾ ਕਦੀ ਤਲਕ ਹੀ ਨਹੀਂ ਰਿਹਾ। ਨਹੀਂ ਕੋਈ ਸੇ ਨਹੀਂ ਗਾ ਸੀ। ਨਾ ਉਹਨਾਂ ਦਾ ਤਲਕ ਹੀ ਨੂਨ ਨਾਲ ਰਿਹਾ ਅੱਛਾ, ਸ਼ੁਰੂ ਤੋਂ, ਜਦੋਂ ਦੀ ਨੂਨ ਬਣੀ ਤਹਿਰੀਕ ਇਨਸਾਫ ਨਾਲ ਉਹਨਾਂ ਦਾ ਕਦੀ ਮੈਨੇ ਉਹ ਕਦੀ ਕੋਲੋਂ ਵੀ ਨਹੀਂ ਲੰਗੇ ਠੀਕ ਹੈ। ਤਰੀਕੇ ਇਨਸਾਫ ਤੇ ਦੇ। ਤੁਹਾਨੂੰ ਕਿੱਥੇ ਐਦਾਂ ਨਹੀਂ ਲੱਗਾ ਕਿ ਸਿਆਸੀ ਵੀ ਟਾਰਗੇਟ ਕੀਤਾ ਜਾ ਰਿਹਾ, ਕਿਉਂਕਿ ਉਹਨਾਂ ਦਾ ਨਾਮ ਵੀ ਤੁਹਾਡੇ ਨਾਲ ਨਹੀਂ ਹੈਗਾ ਸਰ, ਇੱਥੇ ਚੈੱਕ ਐਂਡ ਬੈਲੈਂਸ ਨਹੀਂ ਸੀ। ਅੱਛਾ, ਜਿਸ ਤਰ੍ਹਾਂ ਇਸ ਵੇਲੇ ਹੁਣ ਸਾਡੀ ਵਜ਼ੀਰ ਆਲਾ ਪੰਜਾਬ ਦਾ ਚੈੱਕ ਐਂਡ ਬੈਲੈਂਸ ਹੈ, ਕਿਤੇ ਕੋਈ ਗਲਤ ਹੁੰਦਾ ਹੈ ਤੇ ਉਹ ਆਪ ਦੇਖਦੇ। ਠੀਕ ਹੈ, ਉਦੋਂ ਇੱਥੇ ਨਹੀਂ ਸੀਗਾ। ਠੀਕ ਹੈ, ਇੱਥੇ ਜੰਗਲ ਕਾਨੂੰਨ ਬਣਿਆ ਸੀ, ਜਿਸ ਤਰ੍ਹਾਂ ਜੋ ਦਿਲ ਕਰਦਾ ਸੀ ਉਹ ਕਰ ਰਹੇ ਸੀ। ਠੀਕ ਹੈ, ਉਹਦੇ ਵਿੱਚ ਹੀ ਕਹਿਣ ਵੀ ਆਇਆ ਹੋਇਆ ਸੀ ਕਿ ਮੈਂ ਜਿਸ ਤਰ੍ਹਾਂ ਦਿਲ ਕਰੇ ਕਰਾਂ। ਠੀਕ ਹੈ ਨਾ ਜੀ। ਉਹ ਫਿਰ ਆਪਣੀ ਆਪਣੀ ਖਾਰਾਂ ਕਸਰਾਂ ਵੀ ਕੱਢਦੇ ਰਹੇ ਲੋਕਾਂ ਤੇ, ਜਿਹੜੇ ਇਹਨਾਂ ਕੋਲ ਦਿੱਲੀ ਚ ਗਈਆਂ ਸੀ। ਠੀਕ ਹੈ। ਅੱਛਾ, ਹੁਣ ਮੈਂ ਇਹਦੇ ਤੇ ਅੱਗੇ ਆਣਾ, ਗੁਲਾਮ ਮਹਿਮੂਦ ਡੋਗਰ ਸਾਹਿਬ ਨੇ ਤੁਹਾਨੂੰ ਟੌਪ 10 ਕਰਤਾ, ਤੁਸੀਂ ਤਾਂ ਤੁਹਾਡੇ ਬਕੌਲ ਕੇ ਉਹਨਾਂ ਨੇ ਮੈਨੂੰ ਟੌਪ 10 ਕੀਤਾ। ਇਸ ਤੋਂ ਪਹਿਲੇ ਗੋਗੀ ਬੱਟ ਤੇ ਤੀਫੀ ਬੱਟ ਇਹ ਨਾਂ ਬੜੇ ਮਸ਼ਹੂਰ ਸਨ ਲਾਹੌਰ 'ਚ, ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਕਿ ਬੜੇ ਮਸ਼ਹੂਰ ਨਾਂ ਸਨ। ਗਵਾਲ ਮੰਡੀ ਜਦੋਂ ਨਾਂ ਲਿੱਤਾ ਜਾਂਦਾ ਸੀ, ਅਸੀਂ ਜਦੋਂ ਵੀ ਸੁਣਦੇ ਸੀ ਤੀਫੀ ਬੱਟ ਤੇ ਗੋਗੀ ਬੱਟ ਦਾ ਨਾਂ ਲਿੱਤਾ ਜਾਂਦਾ ਸੀ। ਇਹ ਕਿਉਂ ਲਿੱਤਾ ਜਾਂਦਾ ਸੀ? ਨਹੀਂ ਕੀ ਸਰ, ਵਜ੍ਹਾ ਜਿਹੜਾ ਸੀ ਦੇਖੋ ਵਜ੍ਹਾ ਸ਼ੋਹਰਤ ਕੀ ਬਣੀ? ਨਹੀਂ, ਵਜ੍ਹਾ ਸ਼ੋਹਰਤ ਤੇ ਸਾਡੀ ਦੇਖੋ ਸਮਾਜੀ ਵੀ ਸੀ, ਵਰਕਰ ਸਾਂ, ਇਹ ਸੀ ਤਾਜਰ ਸਾਂ, ਤਾਜਰਾਂ ਦੀ ਸੀ ਨੁਮਾਇੰਦਗੀ ਕਰਨੇ ਸਾਂ। ਮੈਂ ਵੀ ਬੜੇ ਸਾਲਾਂ ਦੀ ਗੱਲਾਂ ਨਾ, ਕੋਈ 25-30 ਸਾਲ ਪੁਰਾਣੀ ਗੱਲ ਮੈਂ ਸੁਣਾਉਣ ਲੱਗਾ। ਮੈਂ ਉਦੋਂ ਦਾ ਤਾਜਰ ਪ੍ਰਾਂਤਰ ਰੋਡ ਤੇ ਜੀ, ਬਦਰ ਸੈਂਟਰ ਵਾ ਰਮਾਨ ਗਲੀਆਂ ਦਾ ਮੈਂ ਚੇਅਰਮੈਨ। ਅੱਛਾ, ਖਵਾਜਾ ਗੁਲਸ਼ਨ ਸਾਹਿਬ ਸਾਨੂੰ ਨਾਨਕੇ ਦਾਦਕਿਆਂ ਦੇ ਵਿੱਚ ਉਹਨਾਂ ਦਰਅਸਲ ਨਾ ਉਹ ਦੇਣ ਵਾਲੀ ਤੇ ਰੱਬ ਦੀ ਜ਼ਾਤ ਹੁੰਦੀ, ਸਾਨੂੰ ਚੁਦਰਾਹਟਾਂ ਸਾਡੀ ਝੋਲੀ 'ਚ ਪਈਆਂ। ਠੀਕ ਹੈ, ਮੇਰਾ ਗਵਾਲ ਮੰਡੀ ਜਿੱਥੇ ਮੇਰੀ ਰਿਹਾਇਸ਼ ਆ, ਉੱਥੇ ਸੀ 4 ਘਰ ਨੇ ਮੇਰੇ ਦਾਦਕਿਆਂ ਦੇ। ਠੀਕ ਹੈ, ਮੇਰਾ ਫਸਟ ਕਜ਼ਨ ਬਿਲਕੁਲ ਮੋਰੀ ਤੇ ਮੇਰੀ ਕੰਧ ਸਾਂਝੀ। ਠੀਕ ਹੈ। ਉਹ ਤੁਹਾਡੇ ਫਰਸਟ ਕਜ਼ਨ ਖਾਨ ਸਾਹਿਬ ਰੂਫ ਖਾਨ ਸਾਹਿਬ, ਠੀਕ ਹੈ, ਉਹ ਮੇਰਾ ਫਸਟ ਕਜ਼ਨ ਹੈ। ਠੀਕ ਹੈ। ਤੁਹਾਡੀ ਖਾਲਾ ਦੇ ਬੇਟੇ ਨੇ? ਜੀ ਨਹੀਂ, ਮੇਰੀ ਪੁੱਫੀ ਦੇ ਬੇਟੇ। ਫੁੱਫੀ ਦੇ ਇਹ ਮੇਰਾ ਦਾਦਕਿਆਂ ਦੀ ਮੈਂ ਹੁਣ ਤੁਹਾਨੂੰ ਆਪਣੀ ਗੱਲ ਤੇ ਸੁਣਾ। ਖਵਾਜਾ ਤਾਰੀਫ ਗੁਲਸ਼ਨ ਤੁਹਾਡੇ ਕੀ ਉਹ ਮੇਰੇ ਨਾਨਕਿਆਂ ਵੱਲੋਂ, ਉਹ ਤੁਹਾਡੇ ਉਹ ਮਾਮੂ ਦੇ ਬੇਟੇ। ਠੀਕ ਹੈ ਮੈਂ ਆਪਣੇ ਹੁਣ ਦਾਦਕਿਆਂ ਨਾਨਕਿਆਂ ਦੀ ਹਿਸਟਰੀ ਤੁਹਾਨੂੰ ਦੱਸਣਾ, ਜਿਹੜਾ ਤੁਸੀਂ ਕਹਿੰਦੇ ਠੀਕ ਹੈ ਕਿ ਜੀ, ਮੈਂ ਜਿਸ ਤਰ੍ਹਾਂ ਜਾਣਦਾ ਅਸੀਂ ਕਿਸ ਤਰ੍ਹਾਂ ਹੋਏ ਜੀ। ਇਸ ਤਰ੍ਹਾਂ ਤੇ ਕਿਸ ਤਰ੍ਹਾਂ ਹੈਗੇ ਆ। ਇਹ ਤੀਫੀ ਬੱਟ ਤੇ ਗੋਗੀ ਬੱਟ ਕਿਸ ਤਰ੍ਹਾਂ? ਜੀ ਜੀ, ਸਾਡੀ ਝੋਲੀ ਦੇ ਵਿੱਚ ਪਈਆਂ ਇਸੀ ਉਹ ਸੰਭਾਲੀ, ਸਾਡੀ ਝੋਲੀ ਦੇ ਵਿੱਚ ਪਈਆਂ ਸਦਾਰਤਾਂ। ਪਹਿਲੇ ਮੇਰਾ ਕਜ਼ਨ ਸੀ ਫਸਟ, ਉਹ ਸੀ ਐਮਪੀਏ। ਅੱਛਾ, ਕੀ ਨਾਂ ਸੀ ਉਹਨਾਂ ਦਾ? ਰੌਫ ਸਾਹਿਬ, ਰਊਫ ਖਾਨ ਜਿਨ੍ਹਾਂ ਦਾ ਤੁਸੀਂ ਨਾਂ ਲਿਆ ਜੀ ਜੀ। ਠੀਕ ਹੈ, ਉਹ ਬਿਲਕੁਲ ਸਾਂਝੀ ਸਾਡੀ ਦੀਵਾਰ ਹੈ। ਠੀਕ ਹੈ, ਉਹ ਐਮਪੀਏ ਸੀ। ਠੀਕ ਠੀਕ ਹੈ ਨਾ। ਉਹ ਸਿਆਸਤ ਦੀ ਚੁਦਰਾਹਟ ਸਾਡੇ ਘਰ ਪੀਪਲਸ ਪਾਰਟੀ ਦੇ ਸਨ। ਇਹ ਜੀ। ਅੱਛਾ ਜੀ, ਮੈਂ ਅੱਜ ਤੱਕ ਜਿੰਨਾ ਵੀ ਦੁਨੀਆ ਦਾ ਲੀਡਰ ਹੈ ਨਾ, ਇਹ ਹਾਜ਼ਰ ਵੀ ਗੈਰ ਹਾਜ਼ਰ ਵੀ, ਮੈਂ ਸਾਰਿਆਂ ਨੂੰ ਆਪਣੇ ਘਰ ਦੇਖਿਆ, ਆਪਣੇ ਖਾਨਦਾਨ 'ਚ ਦੇਖਿਆ ਦਾਤ ਕੇ। ਠੀਕ ਹੈ ਜੀ, ਸਾਰਿਆਂ ਨੂੰ ਮੈਂ ਆਪਣੇ। ਜਦੋਂ ਫਸਟ ਟਾਈਮ ਮੈਂ ਤੁਹਾਨੂੰ ਇਹ ਦੱਸਣਾ ਜੀ, ਤੇ ਮੈਂ ਅਗਰ ਗਲਤ ਨਹੀਂ ਗਾ ਤੇ ਮੀਆਂ ਨਵਾਜ਼ ਸ਼ਰੀਫ ਨੇ ਉਸ ਜਗ੍ਹਾ ਦਾ ਨਾਂ ਵੀ ਤੁਹਾਡੇ ਵੱਡਿਆਂ ਦੇ ਨਾਂ ਜੀ ਮੈਂ ਜੀ ਇਸ ਤਰ੍ਹਾਂ ਹੀ ਹੈ। ਅੱਛਾ, ਮੀਆਂ ਨਵਾਜ਼ ਸ਼ਰੀਫ ਸਾਹਿਬ ਜਦੋਂ ਫਸਟ ਟਾਈਮ ਵਜ਼ੀਰ ਆਲਾ ਆਏ ਅੱਛਾ, ਤੇ ਇਹਨਾਂ ਨੇ ਗਵਾਲ ਮੰਡੀ ਆ ਕੇ, ਗਵਾਲ ਮੰਡੀ ਜਿਸੇ ਸੀ ਬਾਅਦੋਂ ਫੂਡ ਸਟਰੀਟ ਬਣਾਈ, ਹਾਂ, ਇਹਨਾਂ ਨੇ ਉਹ ਸਟਰੀਟ ਦਾ ਨਾਂ ਰੱਖਿਆ ਸਾਡੇ ਵੱਡਿਆਂ ਦੇ ਨਾਂ ਤੋਂ। ਅੱਛਾ, ਫਸਟ ਟਾਈਮ ਮੀਆਂ ਨਵਾਜ਼ ਸ਼ਰੀਫ ਸਾਹਿਬ ਆਪ ਤਖਤੀ ਲਾ ਕੇ ਗਏ ਅੱਛਾ, ਉੱਥੇ। ਠੀਕ ਹੈ, ਠੀਕ ਹੈ ਜੀ। ਮੈਂ ਅੱਜ ਤੱਕ ਜਿੰਨਾ ਵੀ ਸਿਆਸੀ ਬੰਦਾ ਦੇਖਿਆ ਨਾ, ਜਿਹੜੇ ਕੋਈ ਵੱਡੇ ਕੱਦ ਦੇ, ਉਹ ਮੈਂ ਆਪਣੇ ਘਰਾਂ 'ਚ ਦੇਖਿਆ। ਬੇਨਜ਼ੀਰ ਮੈਂ ਉੱਥੇ ਦੇਖੀ, ਨਵਾਜ਼ ਸ਼ਰੀਫ ਸਾਹਿਬ ਉੱਥੇ ਦੇਖੇ, ਸ਼ਹਿਬਾਜ਼ ਸ਼ਰੀਫ ਸਾਹਿਬ ਉੱਥੇ ਦੇਖੇ, ਇਮਰਾਨ ਖਾਨ ਇੱਕ ਦਫਾ ਆਉਂਦਾ ਫੂਡ ਸਟਰੀਟ 'ਚ, ਉੱਥੇ ਉਹ ਸਾਨੂੰ ਮਿਲਦਾ। ਪਰਵੇਜ਼ ਮੁਸ਼ਰਫ ਸਾਹਿਬ ਜਿਹੜੇ ਫਿਰ ਬਾਅਦ ਉਹ ਸਾਨੂੰ ਇਹਨਾਂ ਨੇ ਉਹ ਵੀ ਉੱਥੇ ਆਏ, ਤਾਹਰੁਲ ਕਾਦਰੀ ਸਾਹਿਬ, ਇਹ ਜਿੰਨਾ ਵੀ ਹੋਰ ਅਜਾਦੁਲ ਹਾਕਮ ਆਈਓ, ਸਾਰੇ ਯਾਨੀ ਕਿ ਜਿੰਨਾ ਵੀ ਤੁਸੀਂ ਨਾਂ ਲੈ ਸਕਦੇ ਹੋ ਨਾ, ਉੱਥੇ ਆਏ ਤੁਹਾਡੇ। ਉਹ ਸਾਡੇ ਨਾਲ ਸੀ। ਮੇਰੀ ਮੁਲਾਕਾਤ ਮੈਂ ਉਹਨਾਂ ਨੂੰ ਦੇਖਿਆ, ਜਾਂ ਮੇਰੇ ਵੱਡਿਆਂ ਨਾਲ ਮੁਲਾਕਾਤ ਕਰਦੇ ਹੋਏ, ਜਾਂ ਮੇਰੇ ਨਾਲ ਮੁਲਾਕਾਤ ਕਰਦੇ ਹੋਏ ਨਾ, ਠੀਕ ਹੈ, ਸਾਰਿਆਂ ਨੂੰ ਮੈਂ ਆਪਣੇ ਘਰ 'ਚ ਠੀਕ ਹੈ, ਮਿਲਿਆ, ਮੈਂ ਸਾਰਿਆਂ ਨੂੰ ਦੇਖਿਆ। ਠੀਕ ਹੈ ਜੀ। ਉਹਨਾਂ ਨੇ ਸਾਨੂੰ ਐਸੀ ਇੱਜ਼ਤ ਸਾਡੇ ਦਾਦਕਿਆਂ ਵੱਲੋਂ ਸਾਡੀ ਝੋਲੀ 'ਚ ਪਈ। ਦੂਸਰੇ ਪਾਸੇ ਆ ਜਾਓ, ਮੇਰਾ ਨਾਨਕੇ ਖਵਾਜਾ ਗੁਲਸ਼ਨ ਸਾਹਿਬ ਸੀ, ਛੋਟੇ ਸਾਂ ਤੇ ਉਹ ਤਾਜਰ ਤਜ਼ੀਮ ਦੇ ਸਦਰ ਬਣ ਗਏ ਲਾਹੌਰ ਦੇ। ਖਵਾਜਾ ਅਜ਼ਹਰ ਗੁਲਸ਼ਨ ਵੱਡੇ ਭਾਈ ਨੇ, ਖਵਾਜਾ ਤਾਰੀਫ ਗੁਲਸ਼ਨ ਤੀਫੀ ਬੱਟ ਜੀ ਸਰ, ਉਹ ਮੇਰੇ ਨਾਨਕਿਆਂ 'ਚੋਂ ਵੱਡੇ ਨੇ। ਜੀ, ਠੀਕ ਹੈ, ਠੀਕ ਹੈ, ਵੱਡੇ ਇਸੀ ਉਹਨਾਂ ਨੂੰ ਬਾਪ ਦੀ ਦਰਜਾ ਦਿੰਦੇ ਆ, ਠੀਕ ਉਹ ਸਾਨੂੰ ਔਲਾਦ ਦਾ ਦਰਜਾ ਦਿੰਦੇ ਨੇ, ਉਹ ਸਾਡੇ ਨਾਨਕਿਆਂ 'ਚੋਂ ਵੱਡੇ। ਉਹ ਜਦੋਂ ਇਸੀ ਹੋਸ਼ ਸੰਭਾਲੀ ਹੈ ਤੇ ਉਹਨਾਂ ਦੇ ਵਾਲਿਦ ਸਾਹਿਬ ਵੀ ਸਦਰ ਸੀ,
ਫਿਰ ਉਹ ਉਹਨਾਂ ਨੂੰ ਮਿਲ ਗਈ। ਤੁਹਾਡੇ ਨਾਨਾ ਯਾਨੀ ਕਿ? ਜੀ ਨਹੀਂ ਜੀ, ਨਹੀਂ, ਮਾਮੂ। ਉਧਰ ਬਾਅਦ ਖਵਾਜਾ ਗੁਲਸ਼ਨ ਸਾਹਿਬ ਅਸੀਂ ਥੋੜੇ ਉੱਚੇ ਹੋਏ ਆ ਤੇ ਉਹ ਸਦਰ ਉੱਥੋਂ ਦੇ, ਤੇ ਲਾਹੌਰ ਤਦੀਮੇ ਤਾਜਰਾਨ ਬੜੀ, ਲਾਹੌਰ ਦੇ ਵੀ ਸਦਰ। ਠੀਕ ਹੈ, ਸ਼ੁਰੂ ਤੋਂ ਹੀ। ਠੀਕ ਹੈ। ਸਟਿਲ ਹਾਲੇ ਤੱਕ ਚੱਲਦੇ ਖਵਾਜਾ ਤਾਰੀਫ ਗੁਲਸ਼ਨ? ਨਹੀਂ ਜੀ, ਨਹੀਂ, ਖਵਾਜਾ ਅਜ਼ਹਰ ਗੁਲਸ਼ਨ। ਗੁਲਸ਼ਨ। ਤਾਰੀਫ ਗੁਲਸ਼ਨ ਸਾਹਿਬ ਵੀ ਤੇ ਸਦਰ ਰਹੇ ਨੇ ਕਿਸੇ? ਜੀ, ਉਹ ਹਾਲੀ ਵੀ ਸਟਿਲ ਲਗੇ, ਉਹ ਸਾਲ ਹੋ ਗਏ ਨੇ, ਉਹਨਾਂ ਨੂੰ 30-35 ਸਾਲ ਹੋ ਗਏ ਨੇ। ਉਹ ਅਕਬਰੀ ਮੰਡੀ ਦੇ ਚੇਅਰਮੈਨ। ਠੀਕ ਹੈ। ਉਹ ਰੋਡ ਤੇ। ਠੀਕ ਹੈ। ਲੇਕਿਨ ਖਵਾਜਾ ਕੌਮੀ ਤਾਜਰ ਤਹਾਦ ਵਿੱਚ ਵੀ ਗਏ ਸਨ? ਜੀ, ਕੌਮੀ ਤਾਜਰ ਤਹਾਦ ਫਿਰ ਬਾਅਦੋਂ ਬਣੀ, ਉਹ ਫਿਰ ਬਾਅਦੋਂ ਬਣੀ। ਅੱਛਾ। ਇਹ ਤਦੀਮੇ ਤਾਜਰਾਂ ਦਾ ਪਹਿਲੇ ਸੀ ਨਾਂ, ਫਿਰ ਇਹਦਾ ਨਾਂ ਅਸੀਂ ਬਦਲ ਕੇ ਰੱਖਿਆ ਕੌਮੀ ਤਾਜਰ ਤਹਾਦ। ਫਿਰ ਹੋਰੇ ਵੀ ਉਹ ਸਦਰ ਹੋਏ ਖਵਾਜਾ ਗੁਲਸ਼ਨ ਸਾਹਿਬ। ਠੀਕ ਹੈ। ਤੇ ਉਹ ਇਸੀ ਬਚਪਨ ਤੋਂ ਹੀ ਨੁਮਾਇੰਦਗੀ ਕਰਨੇ ਪਏ ਆ ਤਾਜਰਾਂ ਦੀ। ਠੀਕ ਹੈ। ਠੀਕ ਹੈ ਜੀ। ਠੀਕ ਹੈ। ਨਵਾਜ਼ ਸ਼ਰੀਫ ਸਾਹਿਬ ਵੀ ਆਏ, ਉੱਥੇ ਸਾਡੇ ਲਾ ਕੇ ਗਏ ਆ ਬੈਨ। ਮੈਂ ਵੀ ਉੱਥੇ ਹੋਸ਼ ਸੰਭਾਲੀ ਤੇ ਮੈਂ ਵੀ ਬਣ ਗਿਆ। ਸਾਡੀਆਂ ਦੁਕਾਨਾਂ ਸਾਰੀਆਂ ਨਾਨਕਿਆਂ ਦੀਆਂ ਨਾ ਇਕੱਠੀਆਂ, ਜਿਸ 'ਚ ਸਾਡੇ ਬਨੋਈ, ਜਿਹੜਾ ਅੱਲਾਹ ਪਾਕ ਉਹਨਾਂ ਜੰਨਤ ਫਿਰਦੌਸ ਜਗ੍ਹਾ ਦੇਵੇ, ਜਵੇਦ ਸਾਹਿਬ ਜਿਹੜਾ ਇਹਨਾਂ ਨੇ ਮਰਡਰ ਕਰ ਦਿੱਤਾ ਉਹਨਾਂ ਦੀ ਵੀ ਉੱਥੇ ਸ਼ੌਪ ਸੀ। ਇਸੀ ਉਹ ਸਾਰੇ ਇਕੱਠੇ ਹੀ ਸਮਝੋ ਜਵਾਨ ਹੋਏ ਆ, ਕੋਈ ਵੱਡਾ ਹੈ, ਕੋਈ 10 ਸਾਲ, ਕੋਈ 5 ਸਾਲ ਵੱਡਾ, ਕੋਈ ਛੋਟਾ ਹੈ, ਇਸੀ ਸਾਰੇ ਆਪਣੀ ਆਪਣੀ ਸ਼ੌਪ 'ਚ ਸਾਰੇ ਬਹਿਨੇ ਸਨ। ਉਹਰੇ ਵੀ ਸਰ ਮਨ ਉਹ ਮਿਲ ਗਈਆਂ, ਉਧਰੋਂ ਚੁਦਰਾਹਟਾਂ ਨਾਨਕੇ ਉਧਰੋਂ ਮਿਲ ਗਈਆਂ, ਇੱਧਰੋਂ ਮਿਲ ਗਈਆਂ। ਮੇਰਾ ਛੋਟਾ ਭਾਈ ਇਹੋ ਇਲਾਕੇ ਦੇ ਵਿੱਚ ਖਵਾਜਾ ਰਹੀਲ। ਖਵਾਜਾ ਰਹੀਲ ਜੀ, ਉਹ ਤੁਹਾਡੇ ਕੋਲ ਛੋਟੇ ਜਿਹੜੇ? ਜੀ, ਉਹ 2 ਦਫਾ ਨਾਜ਼ਮ ਆਜ਼ਾਦ ਹੋਇਆ ਇਹੋ ਹੀ ਮੇਰੇ ਗਵਾਲ ਮੰਡੀ ਹਲਕੇ 'ਚ। ਠੀਕ ਹੈ। ਖਵਾਜਾ ਰਹੀਲ ਜੀ। ਫਿਰ ਉਹ ਇੱਕ ਦਫਾ MPA ਖਲੋਤਾ, ਸਾਹਮਣੇ ਸੀ ਖਵਾਜਾ ਸਾਦ ਰਫੀਕ ਸਾਹਿਬ ਤੇ ਜੰਗੀਰ ਬਦਰ ਸਾਹਿਬ। ਠੀਕ ਹੈ। ਜੰਗੀਰ ਬਦਰ ਸਾਹਿਬ ਨਾਲ ਵੀ ਸਾਡਾ ਬੜਾ ਪਿਆਰਾ ਖਵਾਜਾ ਸਾਦ ਸਾਹਿਬ ਨਾਲ ਵੀ, ਲੇਕਿਨ ਇਸੀ ਉੱਥੇ ਖਲੋ ਗਏ। ਇਸੀ ਤੇ ਸਾਡੇ ਤੇ ਜੰਗੀਰ ਬਦਰ ਸਾਹਿਬ ਦੇ ਇਕਵਲ, ਯਾਨੀ ਕੁਝ ਵੋਟ ਹੈਗੇ ਸੀ ਤਕਰੀਬਨ, ਔਰ ਤੋਂ ਵੀ ਸੀ 200-300 ਜਿੱਤੇ ਸਾਰੇ ਕੋਲੋਂ। ਸੈਕਿੰਡ ਫਿਰ ਇਸੀ ਆ ਗਏ। ਫਸਟ ਆ ਜਾਂਦੀ ਹੈ ਨੂਨ ਦੇ ਵਿੱਚ ਖਵਾਜਾ ਸਾਦ ਰਫੀਕ ਸਾਹਿਬ, ਉਹਨਾਂ ਕੋਲ ਸੀ ਮੇਰਾ ਹਾਲੇ ਕੋਈ 3,000 ਦੀ ਲੀਡ ਤੋਂ ਸਾਡੇ ਕੋਲ ਜਿੱਤੇ। ਠੀਕ ਹੈ। ਉਹ ਮੇਰੇ ਭਾਈ ਨੇ ਇੱਕ ਉੱਥੇ ਇਲੈਕਸ਼ਨ ਵੀ ਲੜਿਆ। ਉਹ ਇਹ ਚੀਜ਼ਾਂ ਜਿਹੜੀਆਂ ਨਾ, ਸਾਡੇ ਘਰ ਲੋਕੀ ਆਉਂਦੇ ਨੇ, ਸਾਡੇ ਘਰ ਸਮਾਜੀ ਕੰਮ ਹੁੰਦੇ ਨੇ, ਜਿਹਦੇ ਵਿੱਚ ਮੈਂ ਵੀ, ਮੇਰਾ ਇਲਾਕੇ 'ਚ ਬੜਾ ਪਿਆਰ ਮੁਹੱਬਤ ਹੈ। ਇਸੀ ਇਸ ਸੈਂਸ ਨਾਲ, ਇਹ ਚੀਜ਼ ਨਾਲ ਅਸੀਂ ਪਛਾਣੇ ਜਾਂਦੇ ਸੀ। ਯਾਨੀ ਕਿ ਤੀਫੀ ਭੱਟ ਸਾਹਿਬ ਦਾ ਤੇ ਗੋਗੀ ਭੱਟ ਸਾਹਿਬ ਦਾ ਜਿਹੜਾ ਨਾਂ ਹੈ, ਉਹ ਇਸ ਵਜ੍ਹਾ ਤੋਂ ਫੇਮਸ ਹੈਗਾ ਸੀ ਕਿ ਉਹ ਇਲਾਕੇ ਦੇ ਵਿੱਚ ਅਸਰ ਰਸੂਖ ਰੱਖਦੇ ਸੀ। ਜੀ ਬਿਲਕੁਲ, ਸਮਾਜੀ ਕਾਰਕੁਨ ਸੀ ਭੱਟ ਸਾਹਿਬ। ਕਿਉਂਕਿ ਮੈਂ ਥੋੜਾ ਜਿਹਾ ਪੜ੍ਹਿਆ ਚੀਜ਼ਾਂ ਨੂੰ ਦੇਖਿਆ ਤੇ ਇਹੀ ਪਤਾ ਚੱਲਿਆ ਕਿ ਤੁਹਾਡੀ ਤੇ ਜਿਹੜੀ ਲਾਹੌਰ ਸ਼ਹਿਰ ਦੀ ਸਭ ਤੋਂ ਵੱਡੀ ਦੁਸ਼ਮਣੀ ਇਹੀ ਨਜ਼ਰ ਆਉਂਦੀ ਹੈ, ਜਿਹੜੀ ਮੌਜੂਦਾ ਵੀ ਹੈ। ਤੁਹਾਡੀ ਤੇ ਅੱਡੇ ਵਾਲਿਆਂ ਦੀ ਜਿਹੜੀ ਦੁਸ਼ਮਣੀ ਸੀ, ਉਹ ਸਿਰਫ ਚੌਧਰਾਹਟ ਦੀ ਸੀ। ਇਹ ਗੱਲ ਸੱਚ? ਸਰ ਨਹੀਂ, ਹੁਣ ਚੌਧਰਾਹਟ ਨਹੀਂ ਕਹੋਗੇ, ਹੁਣ ਮੈਂ ਚੌਧਰਾਹਟ ਨਹੀਂ ਕਹਾਂਗਾ। ਸਾਡੇ ਵੱਲੋਂ ਤਾਂ ਕੋਈ ਚੌਧਰਾਹਟ ਨਹੀਂ, ਸਾਨੂੰ ਤੇ ਅੱਲਾ ਨੇ ਦਿੱਤੀ ਹੋਈ ਸੀ। ਉਹਨਾਂ ਕੋਲ ਕੀ ਸੀ? ਜੈਲਸ ਪੰਸ। ਇਹ ਮੈਂ ਜਿਹੜੇ ਲਫ਼ਜ਼ ਇਸਤੇਮਾਲ ਕਰ ਰਿਹਾ ਨਾ, ਇਹ ਟਰਫ ਵਾਰ ਕਿਹਾ ਜਾਂਦਾ ਹੈ। ਇਹ DIG ਸਨ ਇਮਰਾਨ ਕਿਸ਼ਵਰ ਸਾਹਿਬ, ਮੈਂ ਉਹਨਾਂ ਦਾ ਇੰਟਰਵਿਊ ਕੀਤਾ, ਉਹਨਾਂ ਨੇ ਕਿਹਾ ਟਰਫ ਵਾਰ ਸੀ ਕਿ ਮੇਰੀ ਟਰਫ ਹੈ, ਤੇਰੀ ਟਰਫ ਹੈ, ਤੂੰ ਆਪਣੀ ਜਗ੍ਹਾ ਤੇ, ਮੈਂ ਆਪਣੀ ਜਗ੍ਹਾ ਤੇ। ਇਸ ਕਰਕੇ ਇਹਨਾਂ ਦੀ ਇਹ ਦੁਸ਼ਮਣੀ ਸ਼ੁਰੂ ਹੋਈ। ਇਹ ਦੁਸ਼ਮਣੀ ਸ਼ੁਰੂ ਕਿਸ ਤਰ੍ਹਾਂ ਹੋਈ? ਨਹੀਂ ਸਰ, ਇਹ ਜੈਲਸ ਵਨ ਇੱਕ ਤੁਸੀਂ ਕਹੋਗੇ, ਜੈਲਸੀ ਹੋ ਸਕਦੀ ਹੈ। ਇਸੀ ਤੇ ਉੱਚੇ ਹੋਏ ਆ ਤੇ ਸਾਨੂੰ ਚੀਜ਼ਾਂ ਮਿਲਦੀਆਂ। ਠੀਕ ਹੈ ਨਾ, ਜਿਸ ਤਰ੍ਹਾਂ ਮੈਂ ਦੱਸਿਆ, ਅੱਜ ਤੋਂ ਮੇਰਾ 40 ਸਾਲ ਪੁਰਾਣੀ ਗੱਲ ਹੋਏਗੀ ਜਦੋਂ ਨਵਾਜ਼ ਸ਼ਰੀਫ ਸਾਹਿਬ ਫਸਟ ਟਾਈਮ ਆਏ। ਇੰਨੀ ਕੀ ਹੋਏਗੀ ਜਾਂ 35 ਸਾਲ ਹੋ ਗਏ। ਉਦੋਂ ਆ ਕੇ ਸਾਡੇ ਘਰ ਉਹ ਤਖਤੀ ਲਾ ਕੇ ਗਏ। ਉਹ ਹੁਣ ਅੱਡਿਆਂ ਵਾਲੇ ਪਾਸੇ ਜਾਂਦੇ ਤੇ ਕੀ ਲਾਉਂਦੇ ਕਿ ਨਜਾਇਜ਼ ਫਰੋਸ਼ ਨੇ। ਉਹਨਾਂ ਦੇ ਵੱਡਿਆਂ ਦੀ ਅਗਰ ਤਖਤੀ ਲੱਗਦੀ ਤੇ ਕੀ ਲੱਗਦੀ? ਇਹ ਬਲੈਕੀਅਨ, ਇਹ ਨਜਾਇਜ਼ ਫਰੋਸ਼ ਨੇ, ਇਹ 2 ਨੰਬਰ। ਉਹ ਤੇ ਨਹੀਂ ਲੱਗਦੀ। ਤਖਤੀਆਂ ਕਿਹਨਾਂ ਦੀਆਂ ਲੱਗਦੀਆਂ? ਇੱਕ ਸੀ ਜੈਲਸਪਨ। ਇਹਨਾਂ ਦਾ ਹਰ ਇੱਜ਼ਤਦਾਰ ਆਦਮੀ ਦੇ ਨਾਲ ਲੜਾਈ ਹੈ। ਇਹਨਾਂ ਦੀ ਲੜਾਈ ਹੈ, ਇਸ ਕਰਕੇ ਕਿ ਇੱਜ਼ਤ ਨਾਂ ਦੀ ਚੀਜ਼ ਇਹਨਾਂ ਦੇ ਕੋਲੋਂ ਕਦੀ ਲੰਘੀ ਨਹੀਂ। ਭੱਟ ਸਾਹਿਬ, ਇਹ ਜਿਹੜੇ ਸਨ, ਇਹ ਉੱਥੇ ਸ਼ਾਲਮੀ ਦੇ ਵਿੱਚ ਕਾਫੀ ਅਰਸੇ ਤੋਂ ਆਬਾਦ ਸਨ। ਇਹਨਾਂ ਦੇ ਪਰਦਾਦਾ ਜਿਨ੍ਹਾਂ ਦਾ ਵੀ, ਉਹਨਾਂ ਦਾ ਵੀ ਕਤਲ ਹੋਇਆ, ਫਿਰ ਇਹਨਾਂ ਦਾਦਾ ਦਾ ਵੀ ਕਤਲ ਹੋਇਆ, ਫਿਰ ਇਹਨਾਂ ਦੇ ਬੇਟੇ ਦਾ ਵੀ ਕਤਲ ਹੋਇਆ, ਫਿਰ ਬੇਟੇ ਦੇ ਬੇਟੇ ਦਾ ਵੀ ਕਤਲ ਹੋਇਆ। ਇਹ ਕਾਫੀ ਅਰਸੇ ਤੋਂ ਉੱਥੇ ਮੌਜੂਦ ਸਨ। ਸਰ ਉਹ 'ਚ ਮੈਂ ਇਹ ਗੁਜ਼ਾਰਿਸ਼ ਕਰਨਾ, ਦੇਖੋ ਇਹੋ ਹੀ ਤਾਂ ਮਿਸਗਾਈਡ ਕਰ ਰਹੇ ਨੇ ਸਾਰੀ ਦੁਨੀਆ। ਨਹੀਂ, ਇਹ ਉੱਥੇ ਮੌਜੂਦ ਸਨ ਕਿ ਨਹੀਂ ਮੌਜੂਦ ਸਨ? ਜੀ ਸਰ, ਪੁਰਾਣੇ ਰਹਿਣ ਵਾਲੇ ਨੇ, ਪੁਰਾਣੇ ਰਹਿੰਦੇ ਨੇ ਸ਼ਹਿਰ ਦੇ, ਪੁਰਾਣੇ ਨੇ ਉੱਥੋਂ ਦੇ ਰਹਿਣ ਵਾਲੇ। ਇਸੀ ਇੱਧਰ ਰਹਿਣ ਵਾਲੇ ਆ, ਉਧਰ ਰਹਿਣ ਵਾਲੇ 2-4 ਕਰੀਬ ਹੀ ਹੋ ਤੁਸੀਂ। 8 ਗਲੀਆਂ 10 ਗਲੀਆਂ ਲਾ ਲਓ, ਬਾਂਸਾਂ ਵਾਲੇ ਬਾਜ਼ਾਰ ਦਾ ਫਰਕ। ਹਾਂ ਬਸ ਇੱਕ ਲਾ ਲਓ ਥੋੜਾ। ਹਾਂ, ਉਹਦੇ ਵਿੱਚ ਸਰ ਗੁਜ਼ਾਰਿਸ਼ ਹੈਗੀ ਹੈ, ਇਹ ਦੇਖੋ ਨਾ, ਇਹੋ ਚੀਜ਼ ਹੈ, ਗਲਤ ਕਰਕੇ ਨਾ ਹਮਦਰਦੀ ਲੋਕਾਂ ਕੋਲ ਲੈ ਰਹੇ, ਝੂਠੀ ਲੈ ਰਹੇ, ਮਾਸੂਮ ਬਣੇ ਨੇ, ਇਹ ਗਲਤ ਬਿਆਨੀ ਕਰ ਰਹੇ। ਇਹਨਾਂ ਦੇ ਦਾਦੇ ਨੂੰ ਮਰਡਰ ਹੋਏ ਕਿੰਨੀ ਕੁ ਦੇਰ ਹੋ ਗਈ ਹੋਣੀ? ਮੇਰੇ ਖਿਆਲ ਨਾਲ ਕਾਫੀ ਸਾਲ ਹੋ ਗਏ ਨੇ, 2000 ਤੋਂ ਪਹਿਲੇ ਦੀ ਗੱਲ ਹੈ। ਨਹੀਂ, 15 ਸਾਲ ਹੋ ਗਏ ਹੋਣਗੇ। ਠੀਕ ਹੈ। ਇੰਨੇ ਕੀ ਹੋ ਗਏ ਹੋਣਗੇ, ਜਾਂ 16-17 ਸਾਲ ਹੋ ਗਏ ਹੋਣਗੇ। ਇਹ ਸਾਰੇ ਦੇਖੋ ਹੁਣ, ਇਹ ਸਾਰਾ ਮੀਡੀਆ ਕਹਿ ਰਿਹਾ, ਲੋਕੀ ਕਹਿ ਰਹੇ 32 ਸਾਲ ਪੁਰਾਣੀ ਦੁਸ਼ਮਣੀ। ਕਾਹਦੀ ਦੁਸ਼ਮਣੀ? ਇਹੋ ਹੀ ਗਲਤ ਕਹਿ ਰਹੇ ਨੇ ਨਾ।
ਹੁਣ ਇਹਦਾ ਪਰਦਾਦਾ ਕਤਲ ਹੁੰਦਾ, ਸਾਡਾ ਤਲਕ ਨਹੀਂ ਹੁੰਦਾ। ठीक है। ਜਾਂ ਇੱਕ ਮੈਂ ਮਸਹਬ ਦਾ ਬਿਆਨ ਪੜ੍ਹਨਾ ਪੈਸਾ ਕਿ 3 ਦਹਾਈ ਹੈ ਹਮਾਰੀ, ਉਹ 3 ਦੀ ਚੌਥੀ ਵੀ ਪਾ ਲਿਆ, ਪਰਦਾਦਾ ਵੀ ਪਾ ਦੇ ਸਾਡੇ ਨਾਂ, ਉਹਨੂੰ ਕੱਲੇ ਪਰਾਂ ਰੱਖਿਆ ਹੀ, ਉਹ ਵੀ ਸਾਡੇ ਨਾਂ ਪਾ ਦੇ, ਉਹ ਵੀ ਤਾਂ ਕਤਲ ਹੋਇਆ। ਹੁਣ ਦੇਖੋ ਇਹਦਾ ਪਰਦਾਦਾ ਕਤਲ ਹੁੰਦਾ, ਸਾਡੇ ਫਰਿਸ਼ਤਿਆਂ ਨੂੰ ਕਿਸੇ ਨੇ ਪਤਾ ਸਾਡੇ, ਉਹ ਤਾਂ ਸਾਡੇ ਜੰਮਣ ਤੋਂ ਪਹਿਲੇ ਤੱਕ ਮਰਿਆ ਪਿਆ ਜੇ ਵਿਚਾਰਾ, ਜਿਸ ਤਰ੍ਹਾਂ ਵੀ ਮਰ ਗਿਆ ਦੁਨੀਆ ਤੋਂ ਗਿਆ, ਉਹਨੂੰ ਜੰਨਤ ਦੀ ਜਗ੍ਹਾ ਦੇਵੇ। वरी के रहमत करे जी। ਦੂਸਰਾ ਸਰ ਇਹਦਾ ਦਾਦਾ ਨੂੰ ਸਾਰੀ ਦੁਨੀਆ ਨੂੰ ਪਤਾ ਕੌਣ ਮਾਰਦਾ, ਨੀਫਾ ਬਾਬਾ, ਸਾਡਾ ਤਲਕ ਹੀ ਨਹੀਂ। ठीक है। वो एक और लड़ाई सी ਇਹ 32 ਸਾਲਾ ਜਿਹੜੀ ਦੁਸ਼ਮਣੀ ਨੂੰ ਕਿਹਾ ਜਾਂਦਾ ਹੈ, ਐਵੇਂ ਝੂਠ ਫੈਲਾਇਆ ਜਾ ਉਹਦੇ ਰਿਹਾ। ਵਿੱਚ ਕਿਸੇ ਨੇ ਇਹ ਗੱਲ ਕੋਟ ਕੀਤੀ ਕਿ ਜਿਹੜਾ ਨੀਫਾ ਬਾਬਾ ਉਹ ਸੀ, ਉਹਨਾਂ ਨੂੰ ਤੀਫੀ ਬੱਟ ਸਾਹਿਬ ਸਪੋਰਟ ਕਰ ਰਹੇ ਸਨ, ਗੱਡੀ ਦਿੱਤੀ, ਕਲਾਸ਼ਨਕੋਫ ਦਿੱਤੀ, ਇਸ ਤਰ੍ਹਾਂ ਦੀ ਚੀਜ਼ ਹੋਈ ਸੀ ਜੀ। ਮੈਂ ਉਹਦੇ ਚ ਉਸ ਗੱਲ ਦਾ ਤੇ ਮੈਨੂੰ ਇਲਮ ਹੈ, ਮੈਂ ਤੁਹਾਨੂੰ ਦੱਸ ਸਕਦਾ ਜਿਹੜੀ ਇਹਨਾਂ ਦੇ ਦਾਦਾ ਦਾ ਕਤਲ ਹੋਇਆ ਸੀ। ਸੁਣ ਲਓ ਨਾ ਜੀ। ਉਹ ਵੀ ਦੇਖੋ ਤੁਸੀਂ, ਇੱਕ ਫੇਕ ਕਹਾਣੀ ਬਣਾਈ ਗਈ। ਹੁਣ ਕਿਸ ਤਰ੍ਹਾਂ ਸੱਚ ਬੋਲਣ ਆਵਾਮ ਅੱਗੇ ਬੋਲਣ ਤੇ ਫਿਰ ਸੱਚ ਆਂਦਾ ਬਾਹਰ, ਸੱਚ ਆਂਦਾ ਜਿਹੜਾ ਇਹਨਾਂ ਦੇ ਕੋਲੋਂ ਨਹੀਂ ਲੰਘਿਆ ਕਿ ਸੱਚ ਵੀ ਬੋਲਣਾ, ਇਹਨਾਂ ਨੂੰ ਤੇ ਤਰਬੀਅਤ ਹੀ ਨਹੀਂ ਗਈ ਸੱਚ ਦੀ ਕਿਸੇ ਨੂੰ ਵੀ। ਤੁਸੀਂ ਦੇਖੋ ਕਿ ਬਿੱਲੇ ਦੀ ਦੁਸ਼ਮਣੀ ਕਿਨਾਂ ਨੀਫੇ ਬਾਬੇ ਨਾਲ, ਨੀਫੇ ਬਾਬਾ ਕੌਣ ਹੈ ਅਸੀਂ ਨਹੀਂ ਜਾਣਦੇ। ਠੀਕ ਹੈ। ਵੀ ਨੀਫਾ ਬਾਬਾ ਇਹਨਾਂ ਦਾ ਤਲਕ, ਸਾਡਾ ਤਲਕ ਹੈ ਸਮਾਜੀ, ਸਾਡਾ ਤਲਕ ਨਹੀਂ ਹੈ ਪਹਿਲਵਾਨੀ। ਇਹ ਬਦਮਾਸ਼ੀ, ਕਤਲ ਕਰਨਾ, ਕਤਲ ਹੋਣਾ ਇਹਨਾਂ ਦਾ ਸ਼ੇਵਾ ਸੀ, ਇਹਨਾਂ ਦੇ ਖਾਨਦਾਨ ਦੀ ਰੀਤ ਸੀ। ਸਾਡੇ ਖਾਨਦਾਨ ਦੀ ਸੀ ਕਿ ਇਹ ਤਾਜਰਾਂ ਦਾ ਮਸਲਾ ਹੈ, ਇਹ ਸਾਡੀ ਆਵਾਮ ਦਾ ਮਸਲਾ ਹੈ, ਇਹ ਸਾਡੇ ਗਲੀ ਮਹੱਲੇ ਦਾ ਮਸਲਾ ਹੈ, ਸੀ ਉਹਦੇ ਵਿੱਚ ਅੱਗੇ ਪਿੱਛੇ ਹੋਣਾ ਸੀ। ਇਹ ਫਲਾਣਾ ਆ ਗਿਆ ਸਾਡੇ ਘਰ, ਉਹ ਫੋਟੋ ਆ ਗਈ, ਉਹ ਸਾਡੀ ਮਸ਼ਹੂਰੀ ਬਣਦੀ ਗਈ। ਉਦੋਂ ਬਰਸਾ ਵੀ ਇਨ ਸੀ ਤੇ ਮੈਂ ਵੀ ਇਨ। ਹੁਣ ਵੀ ਤੁਸੀਂ ਦੇਖ ਲਓ ਤਾਜਰ ਬਰਾਦਰੀ ਸਾਰੀ ਤਕਰੀਬਨ ਉਧਰ ਵੀ ਜਾਂਦੀ, ਮੇਰੇ ਕੋਲ ਵੀ ਆਉਂਦੀ ਹੈ, ਹੋ ਗਈ। ਅੱਜ ਤੁਸੀਂ ਉਹ ਤਸਵੀਰਾਂ ਲਾਓ ਤੇ ਉਹਨੂੰ ਦੂਸਰਾ ਕੋਈ ਰੰਗ ਦੇ ਦਿੱਤਾ ਜਾਵੇ ਤੇ ਉਹਦੇ ਵਿੱਚ ਤੇ ਸਾਡਾ ਤੇ ਕੋਈ ਕਸੂਰ ਨਹੀਂ ਨਾਗਾ। ਇਹ ਰੰਗ ਦਿੱਤਾ ਗਿਆ ਜਾਣ ਬੁੱਝ ਕੇ ਕਿ ਇਹ ਨਹੀਂ ਕਿਹਾ ਗਿਆ ਕਿ ਸਮਾਜੀ ਕਾਰਕੁਨ, ਇਹ ਸਮਾਜੀ ਲੋਕ ਨੇ, ਇਹਨਾਂ ਨੇ ਸਾਰੀ ਜ਼ਿੰਦਗੀ ਹੋ ਗਈ ਖਿਦਮਤ ਹਾਜ਼ਰਾਂ ਦੀ ਕਰ ਰਹੇ, ਲਾਹੌਰ 'ਚ ਕਰ ਰਹੇ, ਲਾਹੌਰ ਦੇ ਬਾਕੀ ਲੋਕਾਂ ਦੀ ਕਰ ਰਹੇ। ਤੁਹਾਨੂੰ ਪਤਾ ਸਾਡੇ ਘਰਾਂ ਦੇ ਵਿੱਚ ਬੜੇ ਹੀ ਅੱਲਾਹ ਪਾਕ ਨੇ ਸਾਨੂੰ ਹਿੰਮਤ ਦਿੱਤੀ, ਇਨਸਾਨ ਤੇ ਕਿਸੇ ਜਗ੍ਹਾ ਨਹੀਂ ਹੁੰਦਾ, ਬੜੇ ਹੀ ਜੀ ਫੈਸਲੇ ਕੀਤੇ, ਬੜੇ ਲੋਕਾਂ ਵਾਸਤੇ ਚਾਹੀ ਹੋਈ ਸਾਡੇ ਘਰਾਂ 'ਚ, ਉਹਦੀਆਂ ਬਹੁਤ ਜ਼ਿਆਦਾ ਮਸਾਲਾ। ਠੀਕ ਹੈ। ਹੁਣ ਇਹਦਾ ਦਾਦੇ ਦਾ, ਉਹ ਇਹਨਾਂ ਦਾ ਰਾਈਟ ਹੈਂਡ ਸੀ ਨੀਫਾ ਬਾਬਾ। ਅੱਛਾ। ਜਿਹੜੀ ਹਕੀਕਤ ਇਹਨਾਂ ਦੇ ਦਾਦੇ ਦਾ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਇਹਦੇ ਦਾਦੇ ਦਾ ਤੇ ਸਾਡੇ ਤੇ ਪਰਚੇ ਨਹੀਂ ਹੋਇਆ। ਇਹ ਬਾਅਦੋਂ ਗੱਲ ਇਹਨਾਂ ਨੇ ਬਣਾਈ। ਕਿਉਂ ਬਣਾਈ? ਇਹਨਾਂ ਦੇ ਅੰਦਰ ਗੰਦ ਸੀ, ਇਹ ਮੁੰਡੇ ਨੇ ਬਣਾਈ, ਇਹਨਾਂ ਨੇ ਬੱਚਿਆਂ ਨੇ ਜਾਣ ਕੇ ਬਣਾਈ। ਇਹ ਸਾਨੂੰ ਧੋਖਾ ਦੇ ਰਹੇ ਸੀ, ਮੁਨਾਫਕਤ ਕਰਦੇ ਪਏ ਸੀ, ਉਹਦੇ ਵਿੱਚ ਫਿਰ ਇਹਨਾਂ ਨੇ ਇੱਕ ਬੇਸ ਬਣਾਉਣੀ ਸੀ, ਉਹ ਇਹਨਾਂ ਨੇ ਇਹ ਬਣਾ ਕੇ ਰੱਖ ਲਿੱਤੀ। ਠੀਕ ਹੈ। ਕਿਸੇ ਇਹਦਾ ਮਤਲਬ ਦਾਦੇ ਦੇ ਕਤਲ ਦੇ ਨਾਲ ਕੋਈ ਤਾਲੁਕ ਨਹੀਂ ਸੀ। ਅੱਛਾ, ਜਦੋਂ ਟੀਪੂ ਬਲਵਾਨ ਕਤਲ ਹੁੰਦਾ ਹੈ ਉਹਦੇ ਵਿੱਚ ਤੁਹਾਡਾ ਨਾਂ ਆਉਂਦਾ? ਜੀ ਮੇਰਾ ਆਇਆ ਸੀ ਉਹਦੇ ਚ ਆਇਆ, ਤੇ ਤੀਫੀ ਬੱਟ ਸਾਹਿਬ ਦਾ ਵੀ ਨਾਂ ਆਇਆ ਸੀ? ਆਇਆ ਜੀ, ਆਇਆ। ਤੁਸੀਂ ਕੁਇਟ ਹੋ ਗਏ ਸੀ, ਹੈ ਨਾ? ਤੁਸੀਂ ਬਰੀ ਹੋ ਗਏ ਸੀ, ਅਗਰ ਮੈਂ ਗਲਤ ਜੀ? ਸਾਰੇ ਮੈਂ ਬਰੀ ਹੋਇਆ। ਤੁਸੀਂ ਬਰੀ ਹੋ ਗਏ ਸੀ? ਮੈਂ ਬਰੀ। ਤੀਫੀ ਬੱਟ ਸਾਹਿਬ ਤੇ ਰਿਹਾ ਸੀ ਉਹ? ਨਹੀਂ, ਉਹ ਵੀ ਉਹਦੇ ਵਿੱਚ ਬਰੀ ਹੋ ਗਏ ਸੀ। ਬਰੀ ਹੋ ਗਏ ਸਨ? ਜੀ ਸਰ, ਬਰੀ ਹੋ ਗਏ ਸੀ। ਉਹਦੇ ਤਾਂ ਕਿਉਂ ਆਇਆ? ਉਹਨਾਂ ਦੇ ਵਾਲਦ ਦਾ ਜਿਹੜਾ ਹੈਗੇ ਸੀ ਆਰਫ ਟੀਪੂ ਸਾਹਿਬ, ਉਹਨਾਂ ਦਾ ਕਿਉਂ ਕਤਲ ਦਾ ਤੁਹਾਡੇ ਤੇ ਆਇਆ? ਕੀ ਵਜ੍ਹਾ ਸੀ ਉਹ? ਸਰ ਉਹ ਮੈਂ ਇਹੋ ਹੀ ਦੱਸਣਾ ਪਿਆ ਜੀ। ਉਹ ਤੇ ਹੋਰ ਬੰਦਿਆਂ ਦੇ ਆਇਆ, ਖੁਰਮ ਜਿਹੜਾ ਫੜਿਆ ਗਿਆ ਸੀ ਉਹਦਾ ਇਹਨੇ ਭਰਾ ਮਰਵਾਇਆ ਸੀ, ਉਹ ਬੰਦਿਆਂ ਦੇ ਆਇਆ। ਫਿਰ ਉਹਦੇ ਵਿੱਚ ਇਹਨਾਂ ਨੇ ਮਸ਼ਵਰੇ 'ਚ ਸਾਡੇ ਵੀ ਨਾਂ ਦੇ ਦਿੱਤੇ ਤੇ ਉਹ ਦਿੱਤੇ ਗਏ। ਉਹ ਤੇ ਜਿਹੜਾ ਸ਼ੂਟਰ ਉਹਦਾ ਭਰਾ ਨੇ ਮਰਵਾਇਆ, ਜਿਹਨੇ ਉਹਨੂੰ ਉੱਥੇ ਹਿੱਟ ਕੀਤਾ, ਉਹਦੇ ਬਿਆਨ ਉਹ ਸਾਰੀ ਚੀਜ਼ਾਂ ਨੂੰ ਪਿੱਛੇ ਕਰਕੇ ਤੇ ਕਦੀ ਤੁਹਾਡਾ ਨਾਂ, ਕਦੀ ਮੇਰਾ ਨਾਂ, ਕਦੀ ਉਹਦਾ ਨਾਂ, ਕਦੀ ਉਹਦਾ ਨਾਂ। ਅਗਰ ਮੈਂ ਗਲਤ ਨਹੀਂ ਗਾ ਬੱਟ ਸਾਹਿਬ, ਇਸ ਕੇਸ ਤੋਂ ਬਾਅਦ, ਜੋ ਤੁਹਾਡੇ ਬਰੀਅਤ ਤੋਂ ਬਾਅਦ ਹੈ, ਜਦੋਂ ਬਲਾਜ ਮਰਹੂਮ ਜਿਹੜਾ ਅੱਲਾਹ ਤਾਲਾ ਨੂੰ ਬਰੀਕੇ ਰਹਿਮਤ ਕਰੇ ਅੱਛੀ ਜਗ੍ਹਾ ਤੇ ਗਿਆ, ਇਹ ਜਦੋਂ ਇਨ ਹੁੰਦਾ ਇਹਦੇ 'ਚ, ਤੇ ਇਹ ਬੱਟ ਸਾਹਿਬ ਦੇ ਨਾਲ ਜਿਹੜਾ ਰਾਬਤੇ 'ਚ ਰਿਹਾ? ਜੀ ਬਿਲਕੁਲ। ਅੰਕਲ ਤੀਫੀ ਵਾਲੀ ਵੀ ਮੈਂ ਗੱਲ ਸੁਣੀ, ਇਸ ਤਰ੍ਹਾਂ ਹੋਇਆ ਕਿ? ਜੀ ਇਸ ਤਰ੍ਹਾਂ ਹੀ ਹੋਇਆ, ਸਾਰੀ ਦੁਨੀਆ ਨੂੰ ਪਤਾ, ਜਿਹੜੇ ਉਹਨਾਂ ਦੇ ਸਾਡੇ ਕਰੀਬ ਸੀ ਉਹਨਾਂ ਨੂੰ ਸਾਰਾ ਪਤਾ। ਬਲਾਜ ਤੀਫੀ ਬੱਟ ਸਾਹਿਬ ਦੇ ਨਾਲ ਰਾਬਤੇ 'ਚ ਸੀ? ਜੀ ਰਾਬਤੇ 'ਚ ਨੇ, ਇਹਨਾਂ ਦਾ ਵੀ, ਇਹਨਾਂ ਦੀ ਵਾਲਦਾ ਵੀ, ਇਹਨਾਂ ਦੇ ਜੀ ਸਾਰੇ ਹੀ। ਫਿਰ ਉਹਨਾਂ ਦਾ ਰਾਬਤਾ ਸੀ, ਮੇਰੇ ਨਾਲ ਨਹੀਂ ਸੀ ਰਾਬਤਾ, ਮੈਂ ਵੀ ਤੁਹਾਨੂੰ ਕਹਾਂ। ਉਹਨਾਂ ਨੇ ਤੁਹਾਡੇ ਨਾਲ ਕਿਉਂ ਨਹੀਂ ਸੀ ਬੱਟ ਸਾਹਿਬ? ਵੈਸੇ ਮੇਰਾ ਇਹਨਾਂ ਦੇ ਨਾਲ ਐਡੀ ਕੋਈ ਕਦੀ ਵੀ ਨਹੀਂ ਰਹੀ, ਨਾ ਅੱਛਾਈ ਨਾ ਬੁਰਾਈ। ਤੁਹਾਡੀ ਕਦੀ ਇਹਨਾਂ ਦੀ ਕੋਈ ਆਮਨਾ ਸਾਹਮਣਾ? ਸਰ ਮਨ ਨੂੰ ਕਦੀ ਸ਼ੌਕ ਹੀ ਨਹੀਂ ਇਹਨਾਂ ਨੂੰ ਮਿਲਣ ਦਾ, ਮੇਰੀ ਜਾਨ ਮਨ ਨੂੰ ਕਦੀ ਸ਼ੌਕ ਹੀ ਨਹੀਂ ਹੋਇਆ। ਮੈਂ ਇਹਨਾਂ ਦੇ ਹਰ ਕੇਸ 'ਚੋਂ ਬਰੀ ਜੇ, ਮੇਰਾ ਕਿਸੇ ਦੇ ਵਿੱਚ ਕੋਈ ਤਲਕ ਨਹੀਂ ਰਿਹਾ। ਮੇਰਾ ਹੁਣ ਵੀ ਇਹਨਾਂ ਨੇ ਨਾਂ ਦਿੱਤਾ, 2 ਨੰਬਰੀ ਇਹਨਾਂ ਨੇ ਮੇਰੇ ਨਾਲ ਕੀਤੀ ਹੈ। ਮੇਰਾ ਨਾਂ ਕਦੀ ਇਹਨਾਂ ਵਾਸਤੇ ਕੋਈ ਸ਼ੌਕ ਹੋਇਆ ਇਹਨਾਂ ਨੂੰ ਮਿਲਣ ਦਾ? ਮੈਂ ਤਾਂ ਭਲੇ ਮਸਾ ਆਦਮੀਆਂ ਨੂੰ ਮਿਲ ਕੇ ਖੁਸ਼ ਹਾਂ। ਮੇਰੇ ਤੁਸੀਂ ਜਦੋਂ ਵੀ ਆਓਗੇ 2 ਸੱਚੇ ਬੈਠੇ ਹੋਣਗੇ। ਤੇ ਤੁਹਾਡਾ ਤੇ ਜਿਹੜੇ ਤਾਰੀਫ ਗੁਲਸ਼ਨ ਸਾਹਿਬ ਤੀਫੀ ਬੱਟ ਸਾਹਿਬ ਦਾ ਕੀ ਰਿਸ਼ਤਾ ਕੀ ਹੈ ਸਾਰੇ ਦੇ ਵਿੱਚ? ਤੁਹਾਡਾ ਕੋਈ ਕੰਪਨੀ ਹੈ ਤੁਹਾਡੀ, ਜਾਂ ਤੁਸੀਂ ਕੋਈ ਇਕੱਠੇ ਬਿਜ਼ਨਸ ਪਾਰਟਨਰ ਹੋ? ਕੀ ਤੁਹਾਡਾ ਨਾਂ ਦੋਵਾਂ ਦਾ ਇਕੱਠਾ ਕਿਉਂ ਆਉਂਦਾ? ਦੇਖੋ ਸਰ,
ਜਿਹੜਾ ਮੇਰਾ ਉਹ ਘਰ ਹੈ ਨਾ ਮੇਰੇ, ਇਹ ਮਾਮੂ ਦਾ, ਹੂੰ ਹੋਰ ਵੀ ਭਾਈ ਨੇ ਭੈਣਾਂ, ਮੇਰਾ ਇਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਹੈ ਬਚਪਨ ਤੋਂ। ਠੀਕ ਇਹ ਮੈਨੂੰ ਬੇਟਾ ਕਹਿੰਦੇ ਸੀ। ਤਾਰੀਫ ਗੁਲਸ਼ਨ ਸਾਹਿਬ। ਹਾਂਜੀ, ਅੱਛਾ ਉਹ ਮੈਨੂੰ ਬੇਟਾ ਕਹਿੰਦੇ ਸੀ। ਮੈਂ ਇਹਨਾਂ ਨੂੰ ਬਾਪ ਦੀ ਜਗ੍ਹਾ ਦੇਖਣਾ, ਤੇ ਹਾਲੀ ਵੀ ਦੇਖਣਾ ਸਰ, ਮੇਰੇ ਵੱਡੇ ਨੇ। ਠੀਕ ਹੈ, ਸਾਡੀ ਕੋਈ ਬੋਲਚਾਲ ਹੋਵੇ ਨਾ ਹੋਵੇ, ਇਕੱਲਾ ਤਾਂ ਚੀਜ਼ ਬੋਲਚਾਲ ਨਹੀਂ ਹੈਗੀ ਤੁਹਾਡੀ ਉਹਨਾਂ ਨਾਲ? ਜੀ ਨਹੀਂ ਹੈਗੀ, ਉਹ ਕੋਈ ਸਾਡੀ ਘਰੇਲੂ ਜੋ ਬਾਤ ਹੈ। ਤੇ ਕਿੰਨੇ ਅਰਸੇ ਤੋਂ ਬਾਅਦ ਸਾਹਿਬ? ਮੇਰਾ ਖਿਆਲ 3-4 ਸਾਲ ਦੇ ਦਰਮਿਆਨ ਦੀਆਂ ਗੱਲਾਂ, ਕੋਈ ਤਰੀਕ ਤੇ ਮੈਨੂੰ ਪੱਕੀ ਨਹੀਂ ਯਾਦ, 3-4 ਸਾਲ ਹੋ ਗਏ ਲੇਕਿਨ ਨੇ ਉਹਦੇ ਦਰਮਿਆਨ ਹੋ ਗਿਆ ਇੰਨਾ ਅਰਸਾ ਕਿ ਤੁਹਾਡੀ ਗੱਲਬਾਤ ਨਹੀਂ ਜੀ ਨਹੀਂ ਹੋਈ। ਕੋਈ ਵੀ ਨਹੀਂ ਸਾਬਤ ਕਰ ਸਕਦਾ ਕਿ ਮੈਂ ਮੁੜ ਕੇ ਉੱਥੇ ਦੇਖਿਆ ਗਿਆ ਜਾਂ ਮੇਰੇ ਵੱਲ ਦੇਖੇ ਗਏ, ਜਾਂ ਮੇਰਾ ਕੋਈ, ਮੈਂ ਬੈਠਾ ਆਇਆ, ਤੁਸੀਂ ਮੇਰੇ ਕੋਲ ਕੋਈ ਦੋਸਤ ਬੈਠੇ ਹੁੰਦੇ, ਕਿਸੇ ਨੇ ਦੇਖਿਆ ਕਿ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਫੋਨ ਤੇ, ਜਾਂ ਉਹ ਉੱਥੇ ਕੋਈ ਦੋਸਤ ਬੈਠੇ ਹੋਣ, ਕੋਈ ਨਹੀਂ ਅੱਜ ਤੱਕ ਕੋਈ 3 ਸਾਲ 'ਚ ਕੋਈ ਬੰਦਾ ਇਹ ਲਿਆ ਸਕਣਗੇ ਤਾਂ ਨਾ ਹੈਗਾ। ਫੈਮਿਲੀ ਵਜੂਹਾਤ ਨੇ ਜਿਹਦੀ ਵਜ੍ਹਾ ਤੋਂ ਤੁਸੀਂ ਥੋੜਾ ਜਿਹਾ ਸਾਈਡ ਤੇ ਹੋ ਗਏ? ਜੀ ਮੈਂ ਉਹ ਖਵਾਇਦ ਗੁਲਸ਼ਨ ਸਾਹਿਬ ਦੀ ਵਜ੍ਹਾ ਨਾਲ ਹੋਇਆ, ਉਹਨਾਂ ਦੀ ਵੱਡੇ ਭਾਈ ਦੀ ਵਜ੍ਹਾ ਜੀ, ਉਹਨਾਂ ਦੀ ਕੋਈ ਨਚਾਕੀ ਸੀ ਇਹਨਾਂ ਦੇ ਨਾਲ, ਕੋਈ ਘਰੇਲੂ ਆਪਸ 'ਚ। ਤੇ ਮੈਨੂੰ ਇਹਨਾਂ ਨੇ WhatsApp ਮੇਰੇ 3 ਸਾਲ ਪਹਿਲੇ ਘਰ ਬੁਲਾਉਂਦੇ, 3-4 ਸਾਲ ਦੇ ਦਰਮਿਆਨ ਹੋ ਗਿਆ। ਮਨ ਕਹਿੰਦੇ, ਮੇਰਾ ਇਹਨਾਂ ਦਾ ਜ਼ਾਤੀ ਬੜਾ ਪਿਆਰ ਸੀ। ਇਹਨਾਂ ਦੀ ਇੱਕ ਦੁਕਾਨ ਦੇ ਵਿੱਚ ਮੈਂ ਨਾਲ ਭਾਈਵਾਲ ਵੀ ਸਾਂ, ਬਾਕੀ ਲੈਦਾ ਵੀ, ਕਿਉਂਕਿ ਤੁਹਾਡੇ ਦੋਵਾਂ ਦਾ ਨਾਂ ਸੀ ਇਕੱਠਾ। ਸਰ ਲੈਦਾ ਸੀ, ਉਹ 24 ਘੰਟੇ ਸੀ ਨਜ਼ਰ ਜੋ ਇਕੱਠੇ ਆਨੇ ਸਾਂ। ਠੀਕ ਹੈ, ਤੁਹਾਡਾ ਕਿਸੇ ਭਾਈ ਨਾਲ, ਕਿਸੇ ਕਜ਼ਨ ਨਾਲ ਪਿਆਰ ਹੋਗਾ, ਤੂੰ 24 ਘੰਟੇ ਇਕੱਠੇ ਨਜ਼ਰ ਆਓ। ਹਾਂਜੀ ਇਸ ਤਰ੍ਹਾਂ ਹੀ ਉਹ ਹਰ ਇੱਕ ਦੇ ਜ਼ੁਬਾਨ ਤੇ ਆ ਜਾਓਗੇ ਜੀ, ਫਲਾਣਾ ਤੇ ਫਲਾਣਾ ਜੀ, ਫਲਾਣਾ ਤੇ ਫਲਾਣਾ ਆਇਆ ਸੀ, ਫਲਾਣਾ ਤੇ ਫਲਾਣਾ ਗਿਆ, ਹੁੰਦਾ ਨਾ ਫੈਮਿਲੀ 'ਚ ਇੱਕ ਦੋ ਜੀ। ਉਹ ਸਰ ਇਹਨਾਂ ਦਾ ਮੇਰਾ ਇਹ ਪਿਆਰ ਸੀ, ਹਰ ਫੈਮਿਲੀ ਦੇ ਵਿੱਚ ਹੁੰਦਾ, ਇੱਕ ਦੋ ਜੀਆਂ ਦਾ ਨਾ ਬੜਾ ਹੁੰਦਾ। ਇਸ ਲਈ ਮੇਰਾ ਦਾਦਕਿਆਂ ਦੇ ਵੀ ਕਈ ਕਜ਼ਨਾਂ ਨੇ ਮੇਰਾ, ਲੇਕਿਨ ਇਸ ਘਰ ਦੇ ਵਿੱਚ ਹੋਰ ਮੇਰੇ ਕਜ਼ਨ ਵੀ ਨਾਨਕੇ, ਉਹਨਾਂ ਨੇ ਮੇਰਾ ਬੜਾ ਪਿਆਰ ਸੀ। ਇਹਨਾਂ ਦਾ ਮੈਂ ਅਕਸਰ ਇਸੀ ਇੱਕ ਜਗ੍ਹਾ ਤੇ, ਹਰ ਜਗ੍ਹਾ ਤੇ ਇਕੱਠੇ, ਕਾਰੋਬਾਰ ਜੋ ਸੀ ਸਾਰਾ ਦਿਨ ਤੋਂ ਲੈ ਕੇ ਰਾਤ ਤੱਕ ਅਸੀਂ ਇਕੱਠੇ ਹੀ ਹੋਣਾ। ਨਾਲੋਂ ਨਾਲ ਸਾਡੀ ਸ਼ੌਪ ਸੀ, ਕੋਈ ਦੋਸਤ ਆ ਰਹੇ ਨੇ, ਉਹਨਾਂ ਦੇ ਆ ਰਹੇ ਨਹੀਂ ਸੀ ਆ ਰਹੇ, ਅੱਗੇ ਤੇ ਸਾਡੇ ਮੁਲਾਜ਼ਮ ਹੀ ਅੱਗੇ ਦੇਖਦੇ ਸੀ, ਉਹ ਜਿਹੜੇ ਹੈਗੇ ਸੀ ਉਹ ਦੇਖਦੇ ਸੀ, ਦੁਕਾਨਾਂ ਹੀ ਸੀ, 2 ਆਫਿਸਾਂ 'ਚ ਬੈਠੇ ਹੋਏ ਸੀ, ਉੱਥੇ ਸਾਰਾ ਦਿਨ ਗੱਪਾਂ ਮਾਰਦੀਆਂ ਰਹਿਣੀਆਂ, ਲੋਕਾਂ ਨੇ ਆਉਣਾ, ਸਾਨੂੰ ਦੇਖਣਾ, ਉੱਥੇ ਜਿੱਥੇ ਉਹਨਾਂ ਨੂੰ ਦੇਖਣਾ ਮਨ ਵੀ ਦੇਖਣਾ, ਜਿੱਥੇ ਮਨ ਦੇਖਣਾ ਉਹਨਾਂ ਨੂੰ ਵੀ ਦੇਖਣਾ। ਉਹ ਉਂਝ ਵੀ ਪਿਆਰ ਵੀ ਬੜਾ ਸੀ, ਤੇ ਉਹਦੀ ਵੇ ਨਾਲ ਇਹ ਸਾਰਾ ਨਾ। ਤੇ ਉਹ ਜਦੋਂ ਤੁਹਾਡਾ ਹੋਇਆ ਅਲੱਦਗੀ ਹੋਈ, ਉਹ ਇਸ ਤਰ੍ਹਾਂ ਹੋਈ ਕਿ ਉਹਨਾਂ ਦੀ ਨਾਚਾਕੀ ਹੋਈ ਆਪਣੇ ਵੱਡੇ ਭਾਈ ਨਾਲ? ਜੀ, ਮਨ ਉਹਨਾਂ ਨੇ ਬੁਲਾਇਆ, ਮਨ ਉਹਨਾਂ ਫੋਨ ਆਇਆ, ਮੈਂ ਇੱਥੇ ਘਰ 'ਚ ਉੱਧਰ ਗਿਆ, ਉਹਨਾਂ ਨੇ ਕਿਹਾ ਬੇਟਾ ਮੈਂ ਖਵਾਇਦ ਗੁਲਸ਼ਨ ਸਾਹਿਬ ਨਾਲ ਨਾ ਮੈਂ ਨਹੀਂ ਬੋਲਣਾ, ਮੈਂ ਨਹੀਂ ਤਲਕ ਰੱਖਣਾ, ਤਾਂ ਤੂੰ ਇਸ ਤਰ੍ਹਾਂ ਕਰ, ਤੂੰ ਵੀ ਇਹਨੂੰ ਛੱਡ ਦੇ। ਅੱਛਾ, ਮੈਂ ਕਿਹਾ ਜੀ ਉਹ ਵੀ ਮੇਰੇ ਵੱਡੇ ਨੇ, ਤੁਸੀਂ ਵੀ ਮੇਰੇ ਵੱਡੇ ਹੋ, ਕਿਸ ਤਰ੍ਹਾਂ ਹੋਏਗਾ ਮੇਰੇ ਕੋਲੋਂ ਤੇ ਇਹ ਨਹੀਂ ਹੋਣਾ ਕਿ ਮੈਂ ਉਹਨਾਂ ਕੋਲੋਂ ਦੂਰ ਹੋ ਜਾਵਾਂ, ਤੇ ਨਾ ਤੁਹਾਡੇ ਕੋਲੋਂ ਹੋ ਸਕਣਾ। ਉਹਨਾਂ ਨੂੰ 5-10 ਮਿੰਟ ਮੈਂ ਸਮਝਾਇਆ, ਲੇਕਿਨ ਮੈਂ ਉਹਨਾਂ ਦੀ ਗੱਲ ਨੂੰ ਨਹੀਂ ਮੰਨਿਆ। ਉਹਨਾਂ ਨੇ ਐਂਡ ਫਿਰ ਕਿਹਾ ਠੀਕ ਹੈ ਯਾਰ, ਤੂੰ ਅੱਜ ਤੋਂ ਬਾਅਦ ਤੇਰਾ ਮੇਰਾ ਤਲਕ, ਉੱਥੋਂ ਉੱਠ ਕੇ ਆ ਗਿਆ। ਫਿਰ ਉਹਨਾਂ ਨੇ ਮਨ ਬੁਲਾਇਆ, ਮੇਰੇ ਵੱਡੇ ਸੀ, ਉਹ ਮੈਨੂੰ ਬੁਲਾਉਂਦੇ, ਮੈਂ ਫਿਰ ਨਾ ਸੱਜ ਜਾਂਦਾ, ਲੇਕਿਨ ਉਹਨਾਂ ਨੇ ਫਿਰ ਮੂਡ ਮੇਰੇ ਨਾਲ ਬਣਾ ਛੱਡਿਆ। ਉਹ ਫਿਰ ਸਾਡਾ ਰਾਬਤਾ ਜਿਹੜਾ ਨਾ ਮੁਨਕਤਾ ਹੋ ਗਿਆ, 3-4 ਸਾਲ ਤੋਂ। ਅੱਛਾ ਭੱਟ ਸਾਹਿਬ, ਹੁਣ ਅਸੀਂ ਇਸ ਚੀਜ਼ ਦੇ ਉੱਤੇ ਆਉਂਦੇ ਹਾਂ, ਤੁਹਾਨੂੰ ਇਹ ਪਤਾ ਚੱਲਦਾ ਹੈ ਕਿ ਅਮੀਰ ਬਲਾਜ ਟੀਪੂ ਦਾ ਕਤਲ ਹੋ ਗਿਆ, ਤੁਹਾਨੂੰ ਟੀਵੀ ਤੇ ਕਿਸ ਤਰ੍ਹਾਂ ਪਤਾ ਚੱਲਿਆ? ਸਭ ਤੋਂ ਪਹਿਲੇ ਮੈਨੂੰ ਇਹ ਦੱਸੋ। ਮੈਂ ਸਰ ਜਿਹੜੀ JIT ਦੇ ਵਿੱਚ ਆਪਣੀ ਸਫਾਈ ਵੀ ਦਿੱਤੀ ਹੈ, ਇਸੇ ਇੱਥੇ ਦੋਸਤ ਬੈਠੇ ਹੋ ਸਰ, 2 ਦੋਸਤਾਂ ਦਾ ਸਾਡੇ ਆਪਸ ਦੇ ਵਿੱਚ ਰੋਜ਼ਾਨਾ ਬਹਿਣ ਵਾਲੇ ਆ, ਦੂਸਰੇ ਚੌਥੇ ਦੀ 2 ਦੋਸਤਾਂ ਦਾ ਕੋਈ ਆਪਣਾ ਕੋਈ ਛੋਟਾ ਜਿਹਾ ਦੁਕਾਨ ਤੇ ਲੈਣ ਦੇਣ ਦਾ ਮਸਲਾ ਸੀ। ਇਸੀ ਉਹਨੂੰ ਵੀ ਮਸਲੇ ਨੂੰ ਖਤਮ ਕੀਤਾ, ਇਸੀ ਫਿਰ ਬੈਠੇ, ਫਿਰ ਇਸੀ ਚਾਹ ਦਾ ਦੌਰ ਸੀ ਕਿ ਚਲੋ ਯਾਰ ਜਾਂਦੀ ਹੁਣ ਫਾਰਗ ਹੋਣਾ ਤੇ ਚਾਹ ਪੀ ਲਓ। ਇਸੀ ਚਾਹ ਪੀ ਰਹੇ ਹਾਂ ਤੇ ਇੱਥੇ ਸਲਾਈਡ ਚੱਲਦੀ ਹੈ ਕਿ ਇਸ ਤਰ੍ਹਾਂ ਇੱਕ ਸ਼ਾਦੀ ਤੇ ਫਲਾਣੇ ਨਾਮ ਦੇ ਬਲਾਜ ਦੇ ਉੱਤੇ ਹਮਲਾ ਹੋ ਗਿਆ। ਅੱਛਾ, ਅਸੀਂ ਸਾਰੇ ਬੈਠੇ, ਮੇਰੇ ਦੋਸਤ ਵੀ ਨੇ, ਤੇ ਅਸੀਂ ਉਹ ਦੇਖਣ ਦੇ। ਠੀਕ ਹੈ। ਉਹਦੇ ਬਾਅਦ ਫਿਰ ਇਸ ਤਰ੍ਹਾਂ ਹੀ ਜੇ ਫਿਰ ਉਹ ਬਾਅਦੋਂ ਪਤਾ ਚੱਲਿਆ ਕੋਈ 4-6-8 ਘੰਟੇ ਤੁਹਾਡਾ ਰਿਐਕਸ਼ਨ ਕੀ ਸੀ 10 ਘੰਟੇ ਇਹ ਸੁਣਨ ਤੋਂ ਬਾਅਦ? ਦੇਖੋ ਸਰ, ਲਾਜ਼ਮੀ ਗੱਲ ਇੱਕ ਚੀਜ਼ ਸੀ ਨਾ ਕਿ ਇਹ ਕੀ ਵਕੂਆ ਬਣਿਆ ਜਾਂ ਕੀ ਹੋਇਆ। ਤੁਹਾਡਾ ਜ਼ੇਨ ਕਿੱਥੇ ਗਿਆ ਕਿ ਕੀ ਹੋਇਆ ਉਹਨਾਂ? ਸਰ ਜ਼ੇਨ ਉਹਨਾਂ ਦੀਆਂ ਤਾਂ ਬੜੀਆਂ ਦੁਸ਼ਮਣੀਆਂ ਨੇ ਉਹਨਾਂ ਦੀਆਂ, ਹੁਣ ਤੇ ਪਤਾ ਬਾਅਦੋਂ ਹੀ ਚੱਲਦਾ ਨਾ ਕਿੱਥੇ ਕੀ ਗਿਆ, ਜਾਂ ਤੇ ਉਹਦੇ ਵਿੱਚ ਉਹਨਾਂ ਦੀ ਦੁਸ਼ਮਣੀਆਂ ਬੜੀਆਂ ਨੂੰ। ਦੇਖੋ ਇਹ ਫੇਕ ਹਲ ਫਲਾਈ ਹੋਈ ਸਾਡੀ ਦੁਸ਼ਮਣੀ ਸਿਰਫ ਉਹਨਾਂ ਨਾਲ, ਇੱਕ ਪੁਲਿਸ ਵਾਲੇ ਵੀ ਕਹਿ ਰਹੇ। ਹਾਂਜੀ, ਤੇ ਇਹ ਮੈਂ ਤੁਹਾਨੂੰ ਇੱਕ ਮੇਰੇ ਕੋਲ ਇੱਕ ਚੀਜ਼ ਹੈਗੀ, ਮੈਂ ਕਿਉਂਕਿ ਉਹਨਾਂ ਦਾ ਇੰਟਰਵਿਊ ਕੀਤਾ ਨਾ DIG ਸਾਹਿਬ ਦਾ, ਜਦੋਂ ਬਲਾਜ ਦਾ ਪਰਚੇ ਦੀ ਗੱਲ ਆਈ, ਤੁਸੀਂ ਸੁਣਿਆ ਹੋਣਾ ਕਿ ਮੈਂ ਉਹਨਾਂ ਨੂੰ ਇਮਰਾਨ ਕਿਸ਼ੋਰ ਸਾਹਿਬ ਨੂੰ ਕਿਹਾ ਕਿ 3 ਉਹਨਾਂ ਨੇ ਕਿਹਾ ਲੋਕ ਨੇ ਹਲੇ ਨਹੀਂ ਹੋਏ, ਅਪੇਅਰ ਨਹੀਂ ਹੋਏ, ਐਬਸਕਾਊਂਡਰ ਨੇ, ਫਿਊਜੀਟਿਵ ਨੇ, ਜਿਹਨਾਂ 'ਚ ਇੱਕ ਤੁਹਾਡਾ ਨਾਮ ਵੀ ਸੀ, ਤਾਦੀਲ ਸਾਹਿਬ ਦਾ ਕੋਈ ਨਾਂ ਲੈ ਰਹੇ ਸਨ ਜੀ ਸਰ, ਤੇ ਇੱਕ ਤਾਰੀਫ ਗੁਲਸ਼ਨ ਸਾਹਿਬ ਦਾ ਨਾਂ ਲੈ ਰਹੇ ਸਨ। ਠੀਕ ਹੈ, ਤੁਹਾਡੇ ਬਾਰੇ 'ਚ ਉਹਨਾਂ ਨੇ ਕਿਹਾ ਕਿ ਇਹਨਾਂ ਨੇ, ਮੈਂ ਕਿਹਾ ਇਹਨਾਂ ਦਾ ਕਸੂਰ ਕੀ ਹੈ, ਕਿਉਂਕਿ ਉਹਨਾਂ ਨੇ ਕਿਹਾ ਤੀਫੀ ਭੱਟ ਸਾਹਿਬ ਦੀ ਟ੍ਰੇਲ ਮਿਲਦੀ ਹੈ। ਠੀਕ ਹੈ ਸਰ, ਤੀਫੀ ਭੱਟ ਸਾਹਿਬ ਦਾ ਉਹਨਾਂ ਨੇ, ਕਿਉਂਕਿ ਇਮਰਾਨ ਕਿਸ਼ੋਰ ਸਾਹਿਬ ਜਿੱਦਾਂ ਨੇ ਇਨਵੈਸਟੀਗੇਟ ਕੀਤਾ, DIG ਸਨ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਦੇ, ਉਹਨਾਂ ਨੇ ਮੇਰੇ ਕੋਲ ਬਹਿ ਕੇ ਔਨ ਰਿਕਾਰਡ ਗਿਆ, ਮੈਂ ਤੁਹਾਨੂੰ ਦਿਖਾਇਆ ਵੀ ਹੈ ਕਿ ਉਹਨਾਂ ਨੇ ਕਿਹਾ ਕਿ ਜੀ ਤਾਰੀਫ ਗੁਲਸ਼ਨ ਸਾਹਿਬ ਦੇ ਤੇ ਪੂਰੀ ਲੜੀ ਮਿਲਦੀ ਹੈ ਨਾ, ਤਮਾਮ ਚੀਜ਼ਾਂ ਸਾਡੇ ਕੋਲ ਸਬੂਤ ਹੈਗੇ ਨੇ, ਸਾਰੇ ਕੋਲ ਸਾਰੀ ਚੀਜ਼ਾਂ ਹੈਗੀਆਂ।
ਤੁਹਾਡੇ ਬਾਰੇ ਜਦੋਂ ਨੇ ਕਿਹਾ ਕਿ ਸਪਲੀਮੈਂਟਰੀ ਚ ਇਹਨਾਂ ਦਾ ਨਾਂ ਹੈਗਾ ਤੇ ਅਸੀਂ ਇਹਨਾਂ ਨੂੰ ਦੇਖ ਰਹੇ ਹਾਂ, ਉਹ ਆਣਗੇ, ਉਹ ਆ ਕੇ ਦੇਖਣਗੇ, ਅਸੀਂ ਉਹਨਾਂ ਨੂੰ ਇਨਵੈਸਟੀਗੇਟ ਕਰਾਂਗੇ, ਉਹ ਪੇਸ਼ ਹੋ ਜਾਣ, ਸਾਨੂੰ ਇਹਨਾਂ ਨਾਲ ਇਤਰਾਜ਼ ਹੈਗਾ, ਤੇ ਤੁਸੀਂ ਪੇਸ਼ ਹੋ ਗਏ। ਸਰ ਮੈਂ ਹੁਣ ਆ ਗਿਆ ਨਾ, ਤੁਸੀਂ ਇਹਦੇ ਵਿੱਚ ਇੰਨਾ ਅਰਸਾ ਗਾਇਬ ਕਿਉਂ ਰਹੇ? ਸਰ ਉਹ ਜੀ ਗੁਜ਼ਾਰਿਸ਼ ਹੈਗੀ ਜਿਹੜੀ ਮੈਂ ਆਪਣੀ GATI ਦੇ ਵਿੱਚ ਵੀ ਦੱਸਿਆ, ਉਹਨਾਂ ਨੇ ਮੈਨੂੰ ਸਵਾਲ ਕੀਤਾ, ਤੁਸੀਂ ਇੱਥੇ ਦੇਖ ਲਓ ਐਸ ਹੋ ਗਏ ਮੇਰੀ ਬੇਗੁਨਾਹੀ ਕੀ ਹੋ ਸਕਦੀ ਹੈ। ਹਾਂ ਕਿ DIG ਰੈਂਕ ਜਿਹਦੇ ਤਫਤੀਸ਼ ਕਰ ਰਹੇ ਨੇ, ਉਹ ਤੁਹਾਨੂੰ ਕਹਿ ਰਹੇ ਤੁਸੀਂ ਸਵਾਲ ਕਰ ਰਹੇ, ਮੈਂ ਤੁਹਾਡੀ ਗੱਲ ਨੂੰ ਜੀ, ਠੀਕ ਹੈ। ਕਰਨਾ ਪਿਆ, ਜੀ, ਸੈਕਿੰਡ ਕਰਨਾ ਪਿਆ ਅੱਗੇ। ਉਹੀ ਕਹਿ ਰਹੇ ਨੇ ਕਿ ਗੋਗੀ ਬੱਟ ਕਿਤੇ ਵੀ ਨਹੀਂ ਨਜ਼ਰ ਆਇਆ ਸਾਨੂੰ, ਕਿਸੇ ਸਪਲੀਮੈਂਟਰੀ ਦੂਰ ਪੀਣਾ ਲਾ ਕੇ ਵੀ ਦੇਖਣ ਡਿਆ, ਜਿੱਡੀ ਤੁਹਾਨੂੰ ਪਤਾ ਉਹਨਾਂ ਨੇ ਤਫਤੀਸ਼ ਕੀਤੀ ਹੈ ਗਹਿਰੀ। ਹਾਂ, ਤੇ ਬੜੇ ਅੱਛੇ ਆਫੀਸਰ ਨੇ। ਇਸ ਤਰ੍ਹਾਂ ਹੀ ਮੈਂ ਇੱਕ ਉਹਨਾਂ ਦਾ ਦੇਖਿਆ, ਇੱਕ ਮੈਂ ਆਫਤਾਬ ਫੁੱਲਰਵਾਨ ਦਾ, ਕਿਸੇ ਨੇ ਮੇਰਾ ਹਲੋਂ ਉਹਨਾਂ ਨੇ ਕਿਹਾ ਜੀ ਉਹਦਾ ਕੋਈ ਰੋਲ ਨਹੀਂ ਨਿਕਲਿਆ, ਉਹਦਾ ਕੁਛ ਨਹੀਂ। ਹੁਣ ਦੇ ਦੇਖੋ ਉਹਨਾਂ ਨੇ ਚੱਪਾ ਇੰਟੈਰੋਗੇਟ ਕੀਤਾ ਉਸ ਕੰਮ ਨੂੰ। ਉਹਨਾਂ ਨੇ ਪਹਿਲੇ ਦਿਨ ਮੇਰੀ ਵੀ ਵੱਲ ਨਿਕਟ ਦੇਖੀ ਹੈ, ਇਹ ਵਕੂਵੇ ਤਿਕਰ ਇੱਥੋਂ ਅਗਰ ਮੈਂ ਜਾਣਿਆ ਤਾਂ ਮੈਂ ਬੁਰਹਾ ਪਾ ਕੇ ਨਹੀਂ ਗਿਆ, ਕਿਤੇ ਨਾ ਕਿਤੇ ਤਾਂ ਮੈਂ ਨਜ਼ਰ ਆਵਾਂਗਾ। ਇੰਨੇ 40-50 ਕੈਮਰਿਆਂ 'ਚ ਮੈਂ ਜਾ ਰਿਹਾ ਆ ਰਿਹਾ, ਕਿਤੇ ਨਹੀਂ ਮੈਂ ਦਿਖਾਈ ਦਿੱਤਾ, ਨਾ ਮੈਂ ਵਕੂਵੇ ਤੇ ਦੇਣਾ। ਇੱਕ ਫੇਕ ਆਦਮੀ ਨੂੰ ਖਿਲਾਰ ਕੇ ਕਿਹਾ ਜਾਂਦਾ ਜੀ ਅਸੀਂ ਉੱਥੇ ਖਲੋਤੇ ਹਾਂ, ਗੱਡੀ ਆਉਂ ਖੁੱਲੀ ਹੈ, ਉਹਦੇ ਵਿੱਚ ਗੋਗੀ ਬੱਟ ਪਿਛਲੀ ਸੀਟ ਤੇ ਬੈਠਾ ਹੈ, ਸੀ ਲੈਟ ਦੇ ਵਿੱਚ ਮੈਂ ਦੇਖਿਆ। ਇਹ ਮੇਰਾ ਰੋਲ ਹੈ ਪਾਉਂਦੇ ਨੇ ਇਤੀਮੇ ਮੇ ਬਿਆਨ 'ਚ। ਮੇਰਾ ਰੋਲ ਕੀ ਹੈ ਕਿ ਇਸ ਤਰ੍ਹਾਂ ਇਸੀ ਗੱਡੀ ਦੇ ਕੋਲ ਖਲੋਤੇ ਹੋਏ ਆ ਜਿਹੜੇ ਫੇਕ ਛਾਤੀ ਬਣਾਇਆ ਗਿਆ। ਮੈਂ ਵੀ ਉੱਥੇ ਆਪਣੇ ਮਾਲਕ ਨਾਲ ਗਿਆ, ਇਸੀ ਇਸ ਤਰ੍ਹਾਂ ਖਲੋਤੇ ਦੇ ਨਾਲ ਪਾਰਕਿੰਗ ਜੀ ਕੀ ਗੱਡੀ ਖਲੋਤੀ ਸੀ। ਇਸ ਤਰ੍ਹਾਂ ਦੋ ਬੰਦੇ ਆਉਂਦੇ ਨੇ, ਉਹ ਕਹਿੰਦੇ ਜੀ ਅਸੀਂ ਫਲਾਣੇ ਨੂੰ ਮਾਰ ਦਿੱਤਾ। ਇਹਦੇ ਵਿੱਚ ਫਿਰ ਕਹਿੰਦੇ ਵੀ ਨਾ ਤਿਫੀ ਬੱਟ ਨੇ ਕੋਈ ਜਵਾਬ ਦਿੱਤਾ ਨਾ ਮੈਂ, ਜੋ ਲਿਖਿਆ ਉਸਲੇ ਜਿਹੜਾ ਉਹਨਾਂ ਨੇ ਤਮੀਮੇ ਬਿਆਨ 'ਚ ਮੇਰੇ ਤੇ ਜਿਹੜਾ ਇਲਜ਼ਾਮ ਮੇਰੇ ਤੇ, ਮੈਂ ਤੇ ਆਪਣੀ ਗੱਲ ਹੀ ਕਰਾਂ ਜੀ, ਆਪਣੀ ਕਰੋ। ਉਹਨਾਂ ਨੇ ਕਿਹਾ ਜੀ ਸੀ ਉਹ ਗੱਡੀ ਦਾ ਦਰਵਾਜ਼ਾ ਖੁੱਲਿਆ ਤੇ ਗੋਗੀ ਬੱਟ ਸੀ ਦੇਖਿਆ ਉਹਦੀ ਰੋਸ਼ਨੀ ਦੇ ਵਿੱਚ, ਗੱਡੀ ਦੀ ਲਾਈਟ ਦੇ ਵਿੱਚ, ਕਿ ਗੋਗੀ ਬੱਟ ਪਿਛਲੀ ਸੀਟ ਤੇ ਬੈਠਾ ਹੈ, ਤਿਫੀ ਬੱਟ ਅੱਗੇ ਬੈਠੇ। ਠੀਕ ਹੈ ਜੀ। ਉਹਦੇ ਵਿੱਚ ਨਾ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਕੀ ਕਰਨ ਡਿਆ ਸਾਂ, ਮੈਂ ਕਿਹਨੂੰ ਕੀ ਕਿਹਾ, ਕੋਈ ਰੋਲ ਨਹੀਂ ਗਾ। ਫਿਰ ਸਰ ਇਸੀ ਆ ਜਾਂਦੇ ਅੱਗੇ ਆ ਜਾਓ। ਇਹ ਸਰ ਹੋ ਗਿਆ ਮੇਰਾ। ਉਹਨਾਂ ਨੇ ਇੱਕ ਚੱਪੇ ਦੀ ਤਫਤੀਸ਼ ਉਹ ਟੀਮ ਨੇ ਕੀਤੀ ਹੈ। ਉਹਨਾਂ ਨੇ ਮੁਲਜ਼ਮ ਵੀ ਫੜੇ ਜਿਹੜੇ ਕਿ ਵਕੂਵੇ ਚ ਗਏ ਸੀ, ਜਿਸ ਤਰ੍ਹਾਂ ਵੀ ਉਹਨਾਂ ਨੇ ਜੀ ਇਸ ਤਰ੍ਹਾਂ ਹੀ ਹਰ ਚੀਜ਼। ਬਿਲਾਵਲ ਸਾਹਿਬ ਸਨ, ਉਹਨਾਂ ਨੂੰ ਉਹ ਬਾਹਰੋਂ ਲੈ ਕੇ ਆਏ ਨੇ ਜੀ, ਜਿੱਥੋਂ ਵੀ ਉਹਨਾਂ ਨੇ ਜੋ ਵੀ ਕੀਤਾ ਉਹਨਾਂ ਨੇ। ਮੇਰਾ ਰਾਬਤਾ ਨਹੀਂ ਰਿਹਾ, ਮੈਂ ਗਾਇਬ ਸਾਂ ਮੰਜ਼ਰ ਤੋਂ। ਠੀਕ ਹੈ। ਮੇਰਾ ਨਾ ਰਾਬਤਾ ਰਿਹਾ ਤੇ ਨਾ ਮੈਂ ਐਡਾ ਕਿਸੇ ਨੂੰ। ਤੁਸੀਂ ਇਹ 1.5 ਸਾਲ ਚ ਕਿਉਂ ਗਾਇਬ ਕਿਉਂ ਹੋ ਗਏ, ਕੀ ਵਜ੍ਹਾ? ਸਰ ਮੈਂ ਉਹ ਵੀ ਤੁਹਾਨੂੰ ਦੱਸਣਾ ਜਨਾਬ, ਇਹ ਜਦੋਂ ਮਰਡਰ ਹੁੰਦਾ ਹੈ ਇਹਨਾਂ ਦੀਆਂ ਤੇਜ਼ੀਆਂ ਵੱਧਦੀਆਂ ਸੀ, ਗੋਗੀ ਬੱਟ ਨੂੰ ਵੀ ਨਹੀਂ ਛੱਡਣਾ। ਠੀਕ ਹੈ ਨਾ। ਜਿਸ ਲਈ ਇਹਨਾਂ ਪਤਾ ਚੱਲਦਾ ਕਿ ਤਿਫੀ ਬੱਟ ਸਾਹਿਬ ਬਰੂਨ ਬਾਹਰ ਗਏ ਤੇ ਮੈਂ ਇੱਥੇ, ਇਹ ਮੇਰੇ ਖਿਲਾਫ ਪਲਾਨ ਤੇ ਮਾਰਨ ਦੀਆਂ ਗੱਲਾਂ ਤੇ ਕੋਸ਼ਿਸ਼ਾਂ ਸ਼ੁਰੂ ਕਰ ਦਿੰਦੇ, ਤੁਹਾਨੂੰ ਮਾਰਨ ਦੀਆਂ। ਜੀ, ਉਹਦੇ ਵਿੱਚ ਮੈਂ GIT ਨੂੰ ਵੀ। ਇਹ ਪੁਲਿਸ ਦੀ ਗੱਲ ਕਰ ਰਹੇ ਤੁਸੀਂ? ਜੀ, ਪੁਲਿਸ ਤੁਹਾਨੂੰ ਮਾਰਨ ਦੀ? ਨਹੀਂ ਜੀ, ਨਹੀਂ, ਮੁਖਾਲਫ ਜੀ। ਠੀਕ ਹੈ। ਜਿਸ ਲਈ ਇਹਨਾਂ ਪਤਾ ਚੱਲਦਾ ਤਿਫੀ ਬੱਟ ਸਾਹਿਬ ਬਾਹਰ ਨੇ, ਮੈਂ ਪਾਕਿਸਤਾਨ 'ਚ, ਇਹ ਮੇਰੇ ਪਿੱਛੇ ਲੱਗਦੇ ਨੇ, ਮਨ ਨੂੰ ਕਹਿੰਦੇ ਨੇ ਕਿ ਅਸੀਂ ਇਹਨੂੰ ਨਹੀਂ ਛੱਡਣਾ। ਠੀਕ ਹੈ ਜੀ। ਮੁਦਈ ਜਿਹੜੇ ਮੇਰੇ ਕੋਲ ਸਬੂਤ ਨੇ, ਇਹ ਕੀ ਕਰਦੇ ਨੇ, ਜਿਨ੍ਹਾਂ ਨੇ ਜੁਵੇਦ ਸਾਹਿਬ ਸਾਡੇ ਬਨੋਈ ਦਾ ਮਰਡਰ ਇਹਨਾਂ ਨੂੰ ਕਰਵਾਇਆ, ਜਿਨ੍ਹਾਂ ਕੋਲੋਂ, ਉਹੀ ਬੰਦਿਆਂ ਨੂੰ ਇਹ ਰੱਖਦੇ ਨੇ ਮੇਰੇ ਵਾਸਤੇ। MEO ਕਾਲਜ ਦੇ ਨਾਲ ਰਵਾਜ਼ ਗਾਰਡਨ ਹੈ, ਉੱਥੇ ਮੈਂ GATI ਦੇ SP ਸਾਹਿਬ ਨੂੰ ਕਿਹਾ ਤੁਸੀਂ ਅਗਰ ਫੜ ਲਵੋ ਤਾਂ ਹੁਣ ਵੀ ਤੁਹਾਨੂੰ ਪਤਾ ਚੱਲ ਜਾਏਗਾ ਕਿ ਮੇਰੇ ਲੇਟ ਆਉਣ ਦੀ ਕੀ ਵਜ੍ਹਾ ਹੈਗੀ ਹੈ। ਮੈਂ DIG ਸਾਹਿਬ ਦੇ ਸਾਹਮਣੇ ਕਿਹਾ, ਮੈਂ ਕਿਹਾ ਸਰ, ਜ਼ਸ਼ਾਨ ਸਾਹਿਬ ਜੀ, ਜ਼ਸ਼ਾਨ ਸਾਹਿਬ ਨਾਈਸ ਮੈਨ, ਮੈਂ ਉਹਨਾਂ ਦੇ ਸਾਹਮਣੇ ਕਿਹਾ ਜੀ ਕਿ ਇਹਨਾਂ ਨੂੰ ਕਹੋ ਕਿ ਹੁਣ ਵੀ ਉਹਨੂੰ ਫੜ ਲੈਣ ਤੇ ਤੁਹਾਨੂੰ ਪਤਾ ਚੱਲ ਜਾਏਗਾ ਕਿ ਮੇਰੇ ਲੇਟ ਦੀ ਕੀ ਵਜ੍ਹਾ ਬਣੀ। ਉਹ ਇਹਨਾਂ ਨੇ ਉੱਥੇ ਬਿਠਾ ਛੱਡੇ, ਉਹ ਸ਼ੀਸ਼ਨ ਦੇ ਨਾਲ ਇੱਕ ਹੀ ਸੜਕ ਬਣ ਗਈ। ਕਿ ਫਿਰ ਇਹਨਾਂ ਨੇ ਇੱਕ ਵਕੀਲ 1-2 ਹਾਇਰ ਕੀਤੇ ਕਿ ਤੁਸੀਂ ਨਾ ਗੋਗੀ ਬੱਟ ਇੱਥੇ ਜਦੋਂ ਵੀ ਬੇਲ ਕਰਾਉਣ ਆਉਂਦਾ ਨਾ, ਤੁਸੀਂ ਸਾਨੂੰ ਦੱਸਣਾ ਕਿ ਬੇਲ ਵਾਸਤੇ ਆ ਗਿਆ। ਚਲ ਲਾਜ਼ਮੀ ਗੱਲ ਹੈ, ਬੇਲ ਵਾਸਤੇ 2-4 ਘੰਟੇ ਲੱਗਦੇ। ਇਹ ਜਦੋਂ ਬਾਹਰ ਨਿਕਲੇਗਾ ਨਾ ਤੇ CR ਤੇ ਹਮਲਾ ਕਰਾ, ਜਿਹੜੇ ਇਹਨਾਂ ਨੇ ਤਿਆਰੀ ਬਿਲਕੁਲ ਉਹਦੇ ਕੋਲ ਕਰਾ ਛੱਡੀ। ਮੈਂ ਅੱਜ ਵੀ ਕਹਿ ਕੇ ਇਹਨਾਂ ਨੂੰ, ਥੋੜ੍ਹੇ ਦਿਨ ਪਹਿਲੇ ਵੀ ਕਹਿ ਕੇ ਆਇਆ, GIT 'ਚ ਵੀ ਮੈਂ ਕਿਹਾ ਤੇ ਮੈਂ DIG ਸਾਹਿਬ ਦੇ ਸਾਹਮਣੇ ਕਿਹਾ, ਮੈਂ ਕਿਹਾ ਜੀ ਅਗਰ SP ਸਾਹਿਬ ਹੈ ਫੜ ਲੈਣ ਹੁਣ ਉਹਨਾਂ ਨੂੰ ਫੜ ਲਓ, ਕਿ ਉਹਨਾਂ ਕੋਲ ਯਾਰ ਤੁਸੀਂ ਮੇਰੀ ਤੁਹਾਨੂੰ ਗੱਲ ਦਾ ਪਤਾ ਚੱਲ ਜਾਏਗਾ ਲੇਟ ਆਉਣ ਦਾ। ਬਟ ਸਾਹਿਬ ਮੈਂ ਇੱਕ ਸਵਾਲ ਪੁੱਛਣਾ ਚਾਹ ਰਿਹਾ, ਸਾਰੀ ਗੱਲ ਦੇ ਵਿੱਚ ਤੁਹਾਡੀ ਗੱਲ ਤੋਂ ਨਿਕਲ ਰਹੀ ਹੈ ਕਿ ਤੁਹਾਡੇ ਤੇ ਹੀ ਕਿਉਂ ਕੀਤਾ ਜਾ ਰਿਹਾ ਹੈ, ਤਿਫੀ ਬੱਟ ਤੋਂ ਬਾਅਦ ਤੁਹਾਨੂੰ ਕਿਉਂ ਅਟੈਕ ਕੀਤਾ ਜਾ ਰਿਹਾ, ਕੀ ਵਜ੍ਹਾ ਉਹਦੀ ਤੁਹਾਨੂੰ ਕੀ ਨਜ਼ਰ ਆਉਂਦੀ ਹੈ? ਵਾਈ ਯੂ? ਸਰ ਜੈਲਸਪਨ ਮੈਂ ਤੁਹਾਡੇ ਕੋਲੋਂ ਜੀ, ਇਸ ਤਰ੍ਹਾਂ ਹੀ ਹੈ ਨਾ, ਸ਼ੁਰੂ ਤੋਂ ਹੀ ਇਹਨਾਂ ਨੂੰ ਨਸਲਦਾਰ ਨਸਲ ਨੂੰ ਜੈਲਸਪਨ ਦੀ ਕਰ ਰਿਹਾ ਨਾ ਸਰ। ਸਾਨੂੰ ਅੱਲਾਹ ਪਾਕ ਹੀ ਸਜਾ ਰਿਹਾ, ਸਾਨੂੰ ਅੱਲਾਹ ਪਾਕ ਇਸਤਾਨ ਸ਼ਰਮਾ ਸਾਡੀਆਂ ਰੱਖ ਰਿਹਾ, ਅੱਲਾਹ ਪਾਕ ਦੇ ਰਿਹਾ ਹਰ ਪਰਚੇ। ਤੁਸੀਂ ਦੇਖੋ ਮੈਂ ਬਰੀ ਹਾਂ ਬਾਹਰੋਂ ਬਾਹਰ ਹੀ, ਇਹਨਾਂ ਨੇ ਮੈਂ ਅੱਗੇ 2 ਆਪਣੀ ਫੈਮਿਲੀ ਦੇ ਕਰਾਏ, 2 'ਚ ਮੈਂ ਬਰੀ ਹਾਂ। ਦਾਦੇ ਦਾ ਤੇ ਪਰਚੇ ਨਹੀਂ ਗਾ ਸਾਡੇ ਖਾਨਦਾਨ 'ਚ ਕਿਸੇ ਉੱਤੇ, ਦਾਦੇ ਦਾ ਤੇ ਇਸ ਲਈ ਹਮਦਰਦੀ ਲੈਣ ਵਾਸਤੇ ਵਿੱਚ ਜੋੜਦੇ ਪਏ। 32 ਸਾਲੀ ਦੁਸ਼ਮਣੀ ਕਿੱਥੇ ਆ? ਤੁਹਾਨੂੰ ਆਪਣੀ ਨਜ਼ਰ 'ਚ ਕੁਛ ਨਾ, ਤੁਸੀਂ ਜਾਨ ਦੀਦਾ ਆਦਮੀ ਹੋ,
ਤੁਹਾਨੂੰ ਨਜ਼ਰ ਨਹੀਂ ਆਉਂਦਾ ਕਿ ਤੁਹਾਡਾ ਨਾਂ ਕਿਉਂ ਬਾਰ-ਬਾਰ ਆਉਂਦਾ ਵਿੱਚ? ਸਰਵਰ 'ਚ ਮੈਂ ਤੁਹਾਨੂੰ ਦੱਸਣਾ, ਕੋਈ ਸਮਝ ਨਹੀਂ ਆਉਂਦੀ ਤੁਹਾਨੂੰ ਕਿ ਇਹ ਆਪਣੇ ਗੁਨਾਹਾਂ ਤੋਂ ਪਰਦਾ ਪਾਉਂਦੇ ਪਏ ਨੇ, ਆਪਣੇ ਜੁਰਮ ਤੋਂ ਪਰਦਾ ਪਾਉਂਦੇ। ਇਹ ਹੁਣ ਕੀ ਕਹਿਣ ਕਿ ਨੀਫੇ ਬਾਬੇ ਨਾਲ ਸਾਡੀ ਦੁਸ਼ਮਣੀ ਨਹੀਂ ਕਹਿ ਰਹੇ, ਕੀ ਕਹਿ ਰਹੇ ਨੇ? ਤਿਫੀ ਬੜ ਗੋਗੀ ਬੜਨਾ ਸਾਡੀ ਦੁਸ਼ਮਣੀ। ਹੁਣ ਸਾਰੀ ਦੁਨੀਆ ਨੂੰ ਪਤਾ ਹੈ, ਅਕਲ ਦੇ ਅੰਨਿਆਂ ਨੂੰ ਵੀ ਪਤਾ ਹੈ, ਅੱਖਾਂ ਦੇ ਅੰਨਿਆਂ ਨੂੰ ਵੀ ਪਤਾ ਹੈ ਕਿ ਇਹਨਾਂ ਦੀ ਦੁਸ਼ਮਣੀ ਨੀਫੇ ਬਾਬੇ ਨਾਲ, ਉਸ ਕੂਵੇ ਦੀ, ਦਾਦੇ ਦੀ। ਹੁਣ ਉਹ ਇਹ ਦੱਸਣ ਤੇ ਫਿਰ ਇਹਨਾਂ ਦਾ ਪੂਰਾ ਪੋਲ ਖੁੱਲ੍ਹਦਾ ਹੈ ਕਿ ਇਹ ਕਿੱਡੇ ਜ਼ਾਲਮ ਨੇ। ਨੀਫੇ ਬਾਬੇ ਦੀ ਲੜਾਈ ਨਹੀਂ ਸੀ ਮੀਰੂਦੀਨ ਦੇ ਨਾਲ, ਉਹ ਲੜਾਈ ਸੀ ਬਿੱਲੇ ਦੀ ਜ਼ਾਤੀ। ਇਹ ਮੁੜ ਕੇ ਨੀਫੇ ਦੀ ਤੇਰੀ ਹੱਥੇ ਪਾਈ ਹੋ ਪੈਂਦੀ ਉਹ ਮੀਰੂ ਦੀ। ਇਹ ਘਰ ਆਉਂਦੇ ਨੇ, ਇਹ ਸਾਰੇ ਜਜ਼ਬਾਤੀ ਹੋ ਕੇ ਬਹਿ ਜਾਂਦੇ ਨੇ, ਬੰਦੂਕਾਂ ਰਾਈਫਲਾਂ ਕੱਢ ਲਓ ਮੀਰੂਦੀਨ ਨੂੰ ਮਾਰ ਦੇਣਾ। ਇਹ ਉਹਦਾ ਪਲਾਨ ਕਰਦੇ ਨੇ। ਟੀਪੂ ਨਾਲ ਜਾਂਦਾ। ਇਹ ਜਿਹੜੀਆਂ ਪੁਰਾਣਾ ਇਹਨਾਂ ਦਾ ਮੈਂ ਕੇਸ ਹੁਣ ਵਾਲਦ ਦਾ ਦੱਸਣ ਲੱਗਾ। ਟੀਪੂ ਨਾਲ ਜਾਂਦਾ। ਹੁਣ ਦੂਰ ਦੂਰ ਕੇ ਨਾ ਸਾਡਾ ਨੀਫਾ ਵਾਕਫ ਤੇ ਨਾ ਸਾਡਾ ਬਾਬਾ ਵਾਕਫ ਤੇ ਨਾ ਸਾਡਾ ਇਹਨਾਂ ਨੇ ਕੋਈ ਲਵ, ਕੋਈ ਚੱਕਰ ਹੀ ਨਹੀਂ। ਦੂਰ ਦੂਰ ਆਪਣੇ ਆਪਣੇ ਰਸਤੇ। ਇੰਨਾ ਪਤਾ ਕਿ ਇੱਥੇ ਰਹਿੰਦੇ ਨੇ ਫਲਾਣੇ ਨਾਂ ਦੇ, ਇਹਨਾਂ ਨੂੰ ਪਤਾ ਅਸੀਂ ਇੱਥੇ ਰਹਿੰਦੇ। ਪਰ ਸਾਹਿਬ ਹੁਣ ਇਹ ਸਾਰੀਆਂ ਗੱਲਾਂ ਤੋਂ ਬਾਅਦ ਜਦੋਂ ਤੁਸੀਂ ਮੈਨੂੰ ਕਿਹਾ ਤੁਹਾਡਾ ਨਾਂ ਆਇਆ ਪਰਚੇ ਦੇ ਵਿੱਚ ਇਹਨਾਂ ਦੇ ਵਾਲਦ ਦੇ, ਯਾਨੀ ਕਿ ਟੀਪੂ ਭਲਵਾਨ ਦੇ, ਤਾਂ ਉਸ ਤੋਂ ਬਾਅਦ ਬਲਾਜ ਦਾ ਤੇ ਤੀਫੀ ਬੱਟ ਸਾਹਿਬ ਦਾ ਰਾਬਤਾ ਕਿਉਂ ਹੋਇਆ? ਉਹ ਕੀ ਵਜ੍ਹਾ ਬਣੀ? ਕਿਉਂ ਇਨ ਟੱਚ ਹੈਗੇ ਸਨ? ਜਦੋਂ ਨਾਂ ਪਰਚੇ 'ਚ ਤੁਹਾਡੇ ਨਾਂ ਸਨ, ਸਾਰਾ ਕੁਝ ਸੀ, ਤੁਹਾਡੇ ਖਿਲਾਫ ਪਰਚਾ ਸੀ, ਫਿਰ ਦੋਸਤੀ ਕਿਉਂ ਹੋਈ? ਕੀ ਵਜ੍ਹਾ ਸੀ? ਸਾਰਾ ਸ਼ਹਿਰ ਤੁਹਾਡੀ ਦੋਸਤੀ ਕਰਵਾਉਣਾ ਚਾਹੁੰਦਾ ਸੀ, ਲੇਕਿਨ ਅੰਦਰ ਖਾਤੇ ਤੁਸੀਂ ਗੱਲ ਕਰ ਰਹੇ ਸੀ। ਇਹ ਅੱਜ ਨਹੀਂ ਕਹਿਣਗੇ, ਐਨੇ ਉੱਥੇ ਬੱਟ ਸਾਹਿਬ ਨੂੰ ਕਿਹਾ ਸੀ ਕਿ ਮੇਰਾ ਵਾਲਦ ਗਲਤ ਸੀ। ਕਿੰਨੇ ਕਿਹਾ ਸੀ? ਐਨੇ ਕਿ ਮੈਂ ਉਹਨੇ ਕੋਈ ਲੈਣ, ਉਹਨੇ ਅਮੀਰ ਬਲਾਜ ਨੇ ਕਿਹਾ ਸੀ। ਹਾਂ, ਸਾਡੇ ਕੋਲੋਂ ਪੈਸੇ ਵੀ ਆ ਗਏ ਸੀ, ਉਹਨੇ ਲੈਣ ਨਹੀਂ ਛੱਡੀ। ਉਹ ਕਤਲੋ ਗਾਰਤਾਂ 'ਚ ਰਿਹਾ। ਇਹ ਗੱਲਾਂ ਸੀ ਤੇ ਮੈਂ ਸਲਾਹ ਚਾਹੁੰਦਾ। ਅੱਛਾ, ਬਲਾਜ ਨੇ ਕਿਹਾ ਕਿ ਮੈਂ ਸੁਲਾਹ ਚਾਹੁੰਦਾ। ਇਹਨੇ ਕਿਹਾ ਨਾ ਕਿ ਤੁਹਾਡਾ ਦੇਖੋ, ਜਿਸ ਤਰ੍ਹਾਂ ਇਹਨੇ ਕਿਹਾ ਜੀ ਮੇਰਾ ਉਹ ਲੱਖੋ ਡੇਰੀਆ ਵਾਲਿਆਂ ਦਾ ਜਾਂ ਦੂਸਰਿਆਂ ਦਾ ਕੋਈ ਤਲਕ ਨਹੀਂ ਸੀ, ਮੈਂ ਉਹਨਾਂ ਨਾਲ ਸਲਾਹ ਕਰ ਲਈ ਸੀ। ਮੇਰੇ ਵਾਲਦ ਨੇ ਗਲਤ ਕੀਤਾ ਹੋਇਆ ਸੀ। ਮੇਰੇ ਵਾਲਦ ਨੇ, ਇਹਦਾ ਬਿਆਨ ਹੈ ਇੱਕ ਰਿਕਾਰਡ, ਕਿ ਮੇਰੇ ਵਾਲਦ ਨੇ ਜਾਣ ਕੇ ਉਹਨਾਂ ਨੂੰ ਸਹੇਲ ਸ਼ੌਕਤ ਬੱਗੇ ਗਿਆ ਨੂੰ ਜਾਣ ਕੇ ਪਾਰਟੀ ਬਣਾਇਆ ਸੀ। ਉਹਨਾਂ ਦਾ ਰੋਲ ਨਹੀਂ ਸੀ। ਇਹਨੇ ਐਡਮਿਟ ਕੀਤਾ। ਇਹਦਾ ਮਤਲਬ ਮੈਂ ਕਹਿ ਸਕਣਾ ਕਿ ਬਲਾਜ ਸੁਲਾਹ ਚਾਹੁੰਦਾ ਸੀ ਤੇ ਉਹ ਸੁਲਾਹ ਕਰ ਬੈਠਾ ਸੀ ਬੱਟ ਸਾਹਿਬ ਦੇ ਨਾਲ, ਟੀਫੀ ਬੱਟ ਸਾਹਿਬ। ਲੇਕਿਨ ਉਹ ਮਨਾਫਕਤ ਕਰ ਰਿਹਾ ਸੀ। ਉਹ ਮੈਂ ਤੁਹਾਨੂੰ ਪਹਿਲਾਂ ਦੱਸ ਇਹ ਸਾਨੂੰ ਲਫ਼ਜ਼ ਉਹਨਾਂ ਨੇ ਕਹਿ ਕੇ ਨਾ, ਉਹਨਾਂ ਨੇ ਮਨਾਫਕਤ ਕਰ ਰਿਹਾ ਸੀ। ਹੁਣ ਬੱਟ ਸਾਹਿਬ ਵੀ ਗੱਲ ਕਰ ਰਹੇ ਨੇ, ਬਲਾਜ ਵੀ ਗੱਲ ਕਰ ਰਿਹਾ, ਫੋਨ ਤੇ ਗੱਲਾਂ ਹੋ ਰਹੀਆਂ ਨੇ, ਤੇ ਮੈਂ ਸੁਣਿਆ ਘੰਟਾ ਗੱਲਾਂ ਹੋਈਆਂ ਨੇ। ਸਰ ਬੜਾ ਕੁਝ, ਬੜਾ ਪਿਆਰ ਸੀ ਇਹਨਾਂ ਦਾ ਆਪਸ ਦੇ ਵਿੱਚ। ਟੀਫੀ ਬੱਟ ਸਾਹਿਬ ਤੇ ਬਲਾਜ ਦਾ ਪਿਆਰ ਸੀ ਜੀ। ਸਾਰਾ ਸ਼ਹਿਰ ਤੁਹਾਡੀ ਸੁਲਾਹ ਕਰਾਉਣ ਨੂੰ ਫਿਰ ਰਿਹਾ ਸੀ ਤੇ ਉਧਰ ਪਿਆਰ ਪਿਆ ਸੀ। ਸਰ ਉਹ ਬਸ ਉਹ ਸਾਰਾ ਚੱਲਦਾ ਪਿਆ ਸੀ। ਖੁੱਲਿਆ ਕਿਉਂ ਨਹੀਂ ਹੈ? ਲੇਕਿਨ ਉਹਦੇ ਵਿੱਚ ਪਤਾ ਕੀ ਆ, ਇੱਕ ਬੰਦੇ ਦੇ ਅੰਦਰ ਮੈਲ ਹੋਵੇ, ਮਨਾਫਕਤ ਹੋਵੇ ਤੇ ਤੋੜ ਚੜ੍ਹਦੀ ਕੋਈ ਗੱਲ। ਹੁਣ ਉਹਦੇ 'ਚ ਮਨਾਫਕਤ ਦੀ ਮੈਂ ਤੁਹਾਨੂੰ ਮਿਸਾਲ ਦੇਣਾ। ਤੁਸੀਂ ਇੱਥੋਂ ਹੀ ਆਪ ਹਿਸਾਬ ਲਾ ਲਓ, ਸਾਰਾ ਸ਼ਹਿਰ ਹੈਗੇ ਹੋ ਤੁਸੀਂ, ਮੀਡੀਆ ਉਹ ਤੁਹਾਡੇ ਕੋਲ ਕੋਈ ਗੱਲ ਲੁਕਦੀ ਹੈ, ਤੁਸੀਂ ਇਸ ਗੱਲ ਦੇ ਅੰਦਰ ਜਾਓ, ਕੱਢ ਕੇ ਲਿਆਓ। ਮੈਂ ਬੈਠਾ ਹੈ, ਮੇਰੇ ਅੱਗੇ ਲਿਆ ਕੇ ਮੈਨੂੰ ਜ਼ਰੂਰ ਕਹੋਗੇ ਯਾਰ ਤੂੰ ਇਹ ਕਹਿੰਦਾ ਇਹ ਗੱਲ ਹੈਗੀ। ਹੁਣ ਮੈਂ ਤੁਹਾਨੂੰ ਇਹ ਦੱਸਣਾ, ਇਹਦਾ ਵਾਲਦ ਫੌਤ ਹੁੰਦਾ ਮੇਰਾ ਹਾਲ ਉਹਦੇ ਬਾਅਦ 25 ਚੀਜ਼ਾਂ 24 'ਚ ਕਤਲ ਹੁੰਦਾ 14 ਸਾਲ ਬਾਅਦ। ਇਹ ਮਰਡਰ ਹੁੰਦਾ 14 ਸਾਲ ਦੇ ਵਿੱਚ। ਕੋਈ ਵੀ ਬੰਦਾ ਵਿਦਾ ਝੂਠ ਨਾ ਬੋਲਣ ਤੇ ਕੱਢ ਕੇ ਲਿਆਓ ਕਿ ਯਾਰ ਇਹ ਜਿਹੜੀ ਬੱਟ ਖਾਨਦਾਨ ਹੈ, ਇਹਨਾਂ ਨੇ ਤੁਹਾਨੂੰ ਉਹਦੇ ਬਾਅਦ ਕੋਈ ਖੰਗੂਰਾ ਵੀ ਮਾਰਿਆ ਕਿਸੇ ਮਹਿਫਲ 'ਚ? ਇਹਨਾਂ ਨੇ ਕਿਹਾ ਟੀਪੂ ਦੇ ਬੱਚਿਆਂ ਨੇ ਸੀ ਨਹੀਂ ਛੱਡਣਾ ਜਾਂ ਸਾਡੀ ਉਹਨਾਂ ਨਾਲ ਦੁਸ਼ਮਣੀ? ਕੋਈ, ਮੈਂ ਤੁਹਾਨੂੰ ਕਹਿ ਰਿਹਾ ਕੋਈ ਸਬੂਤ ਨਹੀਂ ਹੋਏਗਾ। ਫੇਕ ਤੇ ਜਿਹੜਾ ਮਰਜ਼ੀ ਲਿਆਓ, ਕੋਈ ਨਹੀਂ, ਹਕੀਕਤ ਨਹੀਂ ਗੀ। ਕਿਉਂਕਿ 14 ਸਾਲ ਅਮਨ ਰਿਹਾ। ਸਰ ਅਮਨ ਰਿਹਾ ਨਾ, ਸੁਣ ਲਓ। ਹੁਣ ਕਿਸੇ ਦੇ ਅੰਦਰ ਮੁਨਾਫਕਤ ਕਿਹੜੀ ਸੀ? ਇਹਦੇ ਅੰਦਰ ਸੀ, ਮਰਨ ਵਾਲੇ ਦੇ। ਉਹਦੀ ਮੈਂ ਤੁਹਾਨੂੰ ਹੁਣ ਇੱਕ ਮੁਨਾਫਕਤ ਦਾ ਸਬੂਤ ਤੁਹਾਨੂੰ ਦੇਣਾ। ਪਰ ਸਭ ਅੱਛੀ ਜਗ੍ਹਾ ਤੇ ਚਲਾ ਗਿਆ, ਉਹਦੇ ਬਾਰੇ 'ਚ ਅਸੀਂ ਇਸ ਤਰ੍ਹਾਂ ਜੀ ਸਰ, ਲੇਕਿਨ ਚਲੋ ਅੱਛੀ ਜਗ੍ਹਾ ਚਲਾ ਗਿਆ। ਅੱਲਾਹ ਤਾਲਾ ਉਹਦੇ ਅੱਛੇਪਨ ਦਾ ਸਬੂਤ ਦੇਣਾ ਹੈ। ਕਹੀਏ ਮੇਰੇ ਖਿਆਲ ਨਾਲ ਜਾਨ ਵਾਲੇ ਨਹੀਂ, ਜਾਨ ਵਾਲੇ ਤੁਸੀਂ ਮੇਰੇ ਕੋਲ ਜ਼ਿਆਦਾ ਮਜ਼ਬੀ ਹੋ ਇਸ ਮਾਮਲੇ ਨਹੀਂ, ਕਿਸੇ ਨਹੀਂ ਕਹਿ ਸਕਦੇ। ਲੇਕਿਨ ਉਹਦੇ 'ਚ ਕੋਈ ਗੁਜ਼ਾਰਿਸ਼ ਹੈਗੀ ਹੈ, ਕਿਸ ਤਰ੍ਹਾਂ ਫਿਰ ਅਸੀਂ ਕਹੀਏ? ਇਹਨਾਂ ਦੱਸਾਂਗੇ ਕਿ ਉਹਦੇ ਅੰਦਰ ਮੁਨਾਫਕਤ ਸੀ, ਚਲੋ, ਜਾਂ ਉਹਦੇ ਅੰਦਰ ਬੇਈਮਾਨੀ ਸੀ। ਇੱਧਰ ਆ ਜਾਓ, ਉਹਦੇ ਅੰਦਰ ਬੇਈਮਾਨੀ ਸੀ। ਠੀਕ ਹੈ, ਲਫ਼ਜ਼ ਵੀ ਤਾਂ ਹੀ ਪੂਰਾ ਹੈਗਾ ਨਾ ਕਿ ਉਹ ਅੰਦਰੋਂ ਮੈਲਾਫਾਈਟ ਸੀ, ਉਹ ਅੰਦਰੋਂ ਸਹੀ ਨਹੀਂ ਸੀਗਾ। ਇਸ ਤਰ੍ਹਾਂ ਕਰ ਤੁਸੀਂ ਇਸ ਤਰ੍ਹਾਂ ਇਸੇ ਮਜ਼ਹਬ ਨੂੰ ਵੀ ਨਾਲ ਲੈ, ਕਿਉਂਕਿ ਤੁਸੀਂ ਅਸੀਂ ਗੱਲਾਂ ਜਿਹੜੀ ਕੀਤੀਆਂ ਸੀ ਉਹਦੇ 'ਚ ਮੈਂ ਇਸ ਕਰਕੇ ਕਿਹਾ ਕਿ ਚਲੋ ਮਿਹਰਬਾਨੀ, ਮੈਂ ਤੁਸੀਂ ਮੇਰੀ ਰਹਿਨਮਾਈ ਕੀਤੀ ਇਸ ਲਫ਼ਜ਼ ਦੇ ਵਿੱਚ, ਇਸੇ ਮਜ਼ਹਬੀ ਰੰਗ ਲੈਣ ਦੇ ਨਾਲ। ਨਹੀਂ ਕਿ ਅੱਲਾਹ ਪਾਕ ਨੇ ਕਿਹਾ ਜਿਹੜਾ ਮੇਰੇ ਕੋਲ ਆ ਗਿਆ ਤੇ ਉਹ ਅੱਛੀ ਜਗ੍ਹਾ ਚਲਾ ਗਿਆ। ਚਲੋ ਉਹਦੇ ਵਿੱਚ ਸਨਾਮ ਅੱਗੇ ਬੱਟ ਸਾਹਿਬ ਨੇ ਕੀ ਕੀਤਾ ਜੇ, ਇਹਨੇ 7 ਸਾਲ ਬਾਅਦ ਇਹਨਾਂ ਨੇ ਰਾਤੀ ਸ਼ਰਾਬ ਪੀਤੀ, ਇਹਨਾਂ ਨੇ ਨਾਲ ਉੱਤੇ ਗੋਲੀਆਂ ਨਸ਼ੇ ਦੀਆਂ ਸੁੱਟੀਆਂ ਖਾਧੀਆਂ। ਇਹ ਚਲੇ ਗਏ ਪਹਿਲੇ ਨਸੀਰਾਬਾਦ,
ਬਟ ਜਿਹੜੀ ਫਾਇਰਿੰਗ ਹੋਈ ਸੀ। ਜੀ ਹੂੰ। ਹੁਣ ਤੁਸੀਂ ਦੇਖੋ ਉਸ ਦੌਰਾਨ ਕੀ ਕਰ ਰਿਹਾ ਹੈ ਗੱਲਾਂ। ਉਹ ਅੱਛਾ ਦੋਸਤੀ ਵੀ ਹੈ। ਸਰ ਸਟਿਲ ਚੱਲਦੀ ਪਈ ਹੈ, ਮੈਂ ਤੁਹਾਨੂੰ ਪੂਰਾ ਤੁਸੀਂ ਸੁਣ ਲਓ ਨਾ ਜ਼ਰਾ ਤਸੱਲੀ ਨਾਲ। ਹੁਣ ਇਹਦੇ ਢਿੱਡ 'ਚ ਅੰਦਰ ਕੀ ਚੱਲਦਾ ਪਿਆ ਇਸ ਤੇ ਨਹੀਂ ਬੜੇ ਹੋਏ, ਇਹ ਤਾਂ ਸੋਹਣੇ ਰੱਬ ਨੂੰ ਪਤਾ ਕਿ ਅੰਦਰ ਕੀ ਚੱਲਦਾ ਕਿਸੇ ਦੇ। ਇਹ ਜ਼ਬਾਨਾਂ ਨਾਲ ਤੇ ਅਸੀਂ ਚੰਗੇ ਵੀ ਬਣ ਜਾਂਦੇ, ਬੁਰੇ ਵੀ ਬਣ ਜਾਂਦੇ। ਇਹ ਤੇ ਸਾਨੂੰ ਪਤਾ ਕਿ ਯਾਰ ਇਹ ਚੰਗਾਈ ਤੇ ਬੁਰਾਈ ਜ਼ੁਬਾਨ ਦੇ ਹਿਸਾਬ ਨਾਲ। ਇਸ ਤਰ੍ਹਾਂ ਹੀ ਬਸ ਢਿੱਡ ਦੀ ਗੱਲਾਂ ਤੇ ਸੋਹਣਾ ਰੱਬ ਹੀ ਜਾਣਦਾ, ਇਸ ਤਰ੍ਹਾਂ ਹੀ ਜਾਂ ਉਹ ਜਾਣਦਾ ਜਿਹਦੇ ਅੰਦਰ ਹੁੰਦਾ, ਬੇਸ਼ੱਕ ਅੱਲਾ ਜਾਣਦਾ। ਉਹਦੇ ਵੀ ਸਰ ਇਹਨੇ ਕੀ ਕੀਤਾ, ਇਹਨੇ ਉਹ ਸ਼ਰਾਬ ਪੀਤੀ। ਹੁਣ ਇਹਦੇ ਦਿਲ 'ਚ ਸੀ ਉਸ ਵੇਲੇ ਬਕਾਇਦਾ WhatsApp ਨਾਲ ਹੀ ਰਾਬਤਾ ਹੋ ਰਿਹਾ, ਅੰਕਲ ਇਹ ਹੋ ਰਿਹਾ, ਅੰਕਲ ਅਬ ਇਹ ਹੋ ਰਿਹਾ। ਇੱਥੋਂ ਤੀਕਰ ਕਿ ਵਾਲਦਾ ਵੀ ਬਾਜੀ ਕੀ ਹਾਲਤ ਸਲਾਮ ਤੋਂ ਹੁੰਦੀ ਸੀ। अब मेरा इधर रिश्ता हो गया, चलो उन्होंने कहा यार पुत्र मुबारक हो, तू भी हथे चाहना सा, आज मेरी बहन की शादी के लिए हमने दिन रख दिए, होगा मुबारक हो गए। और मैंने अंकल उम्रे पे जाना था, तो मैंने 2-3 दिन हो गया आपका फ़ोन नहीं लग रहा था, तो मैंने टिकट आगे करवा दी कि आपसे बात करके जाऊँ। उन्होंने कहा ठीक है मेरा बेटा। हूँ साढ़े नाल कर रहा है थोड़ा कहन देना मुनाफकत, ठीक है जी, साढ़े नाल हुण कर रहा मुनाफकत। वो जिहड़ी सामने आ गई, ਉੱਥੋਂ ਇਹ ਟੀਮ ਚੁੱਕਦਾ 2 ਗੱਡੀਆਂ ਦੇ ਵਿੱਚ ਤੇ ਉਹਨਾਂ ਦੇ ਚੌਂਕ 'ਚ ਚਲੇ ਜਾਂਦੇ। ਇਸ तमाम ਵਾਕਿਏ ਦੇ ਦੌਰਾਨ ਤੁਹਾਡੀ ਤੇ ਤੀਫੀ ਭੱਟ ਸਾਹਿਬ ਦੀ ਮੁਲਾਕਾਤ ਹੈ ਸੀ ਜਾਂ ਇਹ ਵਾਕਿਏ ਤੋਂ ਪਹਿਲੇ ਦੀ ਗੱਲ ਹੈ ਤੁਹਾਡੇ? ਨਹੀਂ ਪਹਿਲੇ ਦੀ ਗੱਲ, ਪਹਿਲੇ ਉਦੋਂ ਮੇਰਾ ਬਿਲਕੁਲ ਤਾਲੁਕ ਹੈਗਾ ਸੀ ਜੀ। ਠੀਕ ਹੈ, ਸਾਰਾ ਕੁਝ ਪਤਾ ਸੀ ਕਿ ਆਪਸ ਵਿੱਚ ਹੈਗੇ। ਠੀਕ ਹੈ, ਲਵ ਬੜਾ ਪਿਆ, ਚਾਚੇ ਭਤੀਜੇ ਸਾਹਿਬ ਦੇ ਬੜੇ ਲਵ ਚੱਲਦੇ ਪਏ, ਜਿਹੜਾ ਤੀਫੀ ਭੱਟ ਸਾਹਿਬ ਤੇ ਬਲਾਲ ਦੇ ਦਰਮਿਆਨ ਜੀ ਸਰ। ਉੱਥੇ ਸਾਰਿਆਂ ਨੇ ਜਾ ਕੇ ਉਹਨਾਂ ਦੇ ਚੌਂਕ ਦੇ ਵਿੱਚ ਫਾਇਰਿੰਗ ਕੀਤੀ, ਨਸ਼ੇ ਦੇ ਵਿੱਚ ਸ਼ਰਾਬ ਇਹਨੇ ਪਿਆਈ ਸਾਰਿਆਂ ਨੂੰ, ਦੋਸਤਾਂ ਨੂੰ। ਕਈ ਨਹੀਂ ਸੀਗੇ ਵਿਚਾਰੇ ਇਹੋ ਜਿਹੇ, ਇੱਕ ਅੱਧਾ ਨਹੀਂ ਸੀ। ਗੱਲਾਂ ਤੁਹਾਨੂੰ ਕਿੰਨੇ ਦੱਸੀਆਂ ਨੇ ਸਾਰੀਆਂ? ਸਰ ਇਹਨੇ ਆਪ ਇੰਟੈਰੋਗੇਟ 'ਚ ਹੋਈ ਹੈ ਨਾ, ਜਿਸ ਨੇ ਇੰਟੈਰੋਗੇਟ ਹੋਈ। ਸੁਣ ਲਓ ਨਾ, ਇਹ ਕੇਸ ਕੋਈ ਲੁਕਿਆ ਤੇ ਨਹੀਂ ਰਿਹਾ, ਇਹ ਤਾਂ ਸਾਰੇ ਫਿਰ ਹੋਇਆ। ਮੇਰੇ ਕੋਲ ਫੋਟੋ ਜਿਹਨੇ ਅਗਰ ਤੁਸੀਂ ਚਾਹੋ ਮੈਂ ਦਿਖਾ ਸਕਦਾ, ਇਹਨੂੰ ਫੜੇ ਹੋਏ ਉਹ ਕੇਸ ਦੇ ਵਿੱਚ, ਤੇ ਉਹ ਫਿਰ ਗੱਲ ਕੋਈ ਲੁਕਣੀ ਸੀ ਸਰ, ਉਹ ਤਾਂ ਗੱਲ ਫਿਰ ਆਣੀ ਸੀ ਮੰਜ਼ਰ ਤੇ। ਇਹਨਾਂ ਨੇ ਸਰ ਇਹਨੇ ਉੱਥੇ ਗੋਲੀ ਚਲਾਈ, ਇਹਦੇ ਬਾਅਦ ਮੇਰੇ ਚੌਂਕ 'ਚ ਆ ਜਾਂਦਾ, ਮੇਰੇ ਚੌਂਕ 'ਚ ਗੋਲੀ ਚਲਾਉਂਦੇ ਬਾਹਰ। ਹਾਂ, ਉੱਥੇ ਤੇ ਕਿਸੇ ਨੇ ਆਵਾਜ਼ ਨਹੀਂ ਸੁਣੀ। ਇੱਥੇ ਪਾਨਾਂ ਵਾਲੀ ਦੁਕਾਨ ਸੀ ਨੁੱਕਰ ਤੇ, ਸਾਹਮਣੇ ਇੱਕ ਉੱਥੋਂ ਦੇ ਕੋਈ ਮੁਲਾਜ਼ਮ ਜਿਸ ਤਰ੍ਹਾਂ ਦੁਕਾਨ ਦੇ ਬਾਹਰ ਨਹੀਂ ਸੁੱਤੇ ਹੁੰਦੇ, ਉਹ ਗਾ ਸੀ। ਉਹਨੇ ਵੀ ਸੁਣਿਆ ਕਿ ਭੱਟ ਸਾਹਿਬ ਦੇ ਮੇਰੇ ਨਾਂ ਤੋਂ ਨਾਂ ਲੈ ਕੇ ਫਾਇਰਿੰਗ ਕਰਕੇ ਤੇ ਬੰਦੇ ਕੁਛ ਨੱਸ ਗਏ ਇੱਧਰ। ਤੇ ਉਹ ਇਹੀ ਸੀ ਜੀ, ਇਹੋ ਹੀ ਸੀਗਾ, ਇਹੋ ਹੀ ਸੀ। ਲੇਕਿਨ ਸਾਨੂੰ ਨਹੀਂ ਯਕੀਨ, ਸਾਨੂੰ ਨਹੀਂ ਪਤਾ। ਠੀਕ ਹੈ, ਸਾਨੂੰ ਲੋਕੀ ਕਹਿਣ ਕਿ ਇਹ ਹੋ ਸਕਦਾ, ਕਿਸੇ ਕੀ ਨਹੀਂ, ਪਰਚਾ ਵੀ ਨਹੀਂ ਸੀ ਕਰਵਾਇਆ। ਪੁਲਿਸ ਆਪਣੇ ਤੌਰ ਤੇ ਲੱਗ ਪਈ ਕਿ ਕੀ ਹੋਇਆ, ਐਡੇ ਐਡੇ ਰੌਂਡ ਇੱਥੇ ਚੱਲੇ, 4-4 ਰਾਈਫਲਾਂ 5-5 ਰਾਈਫਲਾਂ ਇਕੱਠੀਆਂ ਚੱਲੀਆਂ, ਕੀ ਹੋਇਆ ਉਹਨਾਂ ਦੇ ਚੌਂਕ 'ਚ ਵੀ ਤੇ ਮੇਰੇ ਚੌਂਕ 'ਚ ਵੀ। ਫਿਰ ਇੱਥੇ ਮੀਡੀਆ ਨੇ ਕਿਹਾ ਜੀ ਇਸ ਤਰ੍ਹਾਂ ਘਰ 'ਚ ਚਲੇ ਗਏ, ਆਉਂ ਹੋ ਗਿਆ, ਆਉਂ ਹੋ ਗਿਆ। ਉਹ ਅੱਗੋਂ ਫੇਕ ਸਾਰੀ ਇਹਨਾਂ ਨੇ ਚਲਵਾਤੀ। ਮਜ਼ੀਦ ਚੌਂਕ ਤੁਹਾਡੇ ਘਰ ਤੋਂ ਕਾਫੀ ਦੂਰ ਹੈ ਜੀ, ਮੇਰੇ ਵੀ ਘਰ ਤੋਂ, ਉਹਨਾਂ ਦੇ ਵੀ ਚੌਂਕ ਕਾਫੀ ਦੂਰ ਹੈ, ਭੱਟ ਸਾਹਿਬ ਦਾ ਵੀ। ਰਾਤੀ 3 ਵਜੇ ਇਹ ਦੋਵੇਂ ਵਕੂਵੇ ਕਰਕੇ ਤੇ ਘਰ ਚਲੇ ਜਾਂਦਾ। ਇਹਨੂੰ ਪਤਾ ਚੱਲਦਾ ਕਿ ਇਹ ਬੰਦੇ ਨੇ ਮਨ ਦੇਖ ਲਿੱਤਾ, ਇਹਦੀ ਦਾੜੀ ਸੀ, ਇਹ ਸ਼ੇਪ ਕਰਾ ਦਿੰਦਾ ਸਵੇਰੇ। ਉਹ ਕਹਿੰਦਾ ਸ਼ਾਇਦ ਪਛਾਣ ਨਾ ਲਵੇ, ਇਹ ਸਵੇਰੇ ਸ਼ੇਪ ਕਰਾ ਦਿੰਦਾ। ਮੁੜ ਕੇ ਉਹਦੀ ਮੇਰੇ ਕੋਲ ਵੀਡੀਓ ਹੈ, ਫੋਟੀਜਨ, ਕਿ ਸ਼ੇਪ ਕਰਾਏ ਪੇਸ਼ ਹੋ ਰਿਹਾ ਥਾਣੇ। ਉਹ ਆਪੇ ਤਫਤੀਸ਼ ਕਰਦੇ 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 ਕੋਈ 5-7 ਦਿਨਾਂ ਤੱਕ ਇਹਦੇ ਉੱਤੇ ਪਹੁੰਚ ਜਾਂਦੇ। ਉਹ ਇਹਨੂੰ ਪੁਲਿਸ ਵਾਲੇ ਬੁਲਾ ਲੈਂਦੇ ਨੇ, ਕੈਦਰਾ ਯਾਦ ਰਾ, ਉਹਨਾਂ ਕੋਲ ਆਪਣੀ ਕੋਈ ਨਹੀਂ ਸੀ। ਇਹ ਉੱਥੇ ਜਾਂਦਾ, ਉਹਨਾਂ ਨੂੰ ਕਹਿੰਦਾ ਜੀ ਮੈਂ ਤੁਹਾਨੂੰ ਨਿਆਂ ਦੇਣਾ, ਮੇਰਾ ਕੋਈ ਤਲਕ ਨਹੀਂ, ਤੇ ਤੁਸੀਂ ਮੇਰੀ ਅੰਕਲ ਸੇ ਬਾਤ ਕਰਾਓ, ਮੈਂ ਅੰਕਲ ਨੂੰ ਵੀ ਦੇਣਾ। ਤੀਫੀ ਭੱਟ ਸਾਹਿਬ ਨੂੰ? ਹਾਂ, ਸਾਨੇ ਪਤਾ ਪੁਲਿਸ ਨੇ ਇਹਨੂੰ ਉੱਥੇ ਬੁਲਾ ਲਿਆ। ਪੁਲਿਸ ਆਪਣੀ ਤਫਤੀਸ਼ ਗੁਫਤ ਕਰ ਰਹੀ ਹੈ ਨਾ, ਤੇ ਉਹਨਾਂ ਨੇ ਦੇਖਿਆ ਤੁਸੀਂ ਕੋਈ ਪਰਚਾ ਨਹੀਂ ਕੀਤਾ, ਕੋਈ ਸ਼ਿਕਾਇਤ ਨਹੀਂ ਕੀਤੀ? ਸਰ ਨਹੀਂ ਕੀਤੀ। ਪੁਲਿਸ ਨੇ ਆਪਣੇ ਤੌਰ ਤੇ ਪਰਚੇ ਕੀਤੇ, ਪੁਲਿਸ ਮੁਦਈ ਬਣੀ, ਰਿਆਸਤ ਮੁਦਈ ਸੀ। ਹਾਂ, ਉਹ ਕਰਦੇ ਕਰਦੇ ਨਾ ਉਹ ਐਰੇ ਨਾ ਪਹੁੰਚ ਗਈ ਯਾਰ ਕਦਮਾਂ ਦੇ ਪਿੱਛੇ ਪਿੱਛੇ। ਠੀਕ ਹੈ, ਉਹ ਇਹਨੂੰ ਬੁਲਾਉਂਦੇ ਨੇ ਸੀਏ ਸਟਾਫ, ਆਦਰਾ ਬਈ ਇਹ ਨਾਲ ਜਾਂਦਾ, ਨਾਲ ਆਪਣੇ ਮਾਮੇ ਚਾਚੇ ਲੈ ਕੇ ਸਾਰਿਆਂ ਨੂੰ, ਤੇ ਜੀ ਨਿਆਂ ਦੇਣੇ ਆ ਜੀ ਇਹ ਮੁੰਡੇ ਦਾ ਥੱਲੇ, ਇਹ ਨਿਆਂ ਦਿੰਦਾ ਉੱਥੇ ਉਹਨਾਂ। ਫਿਰ ਉਹਨੂੰ ਕਹਿੰਦਾ, ਉਹਨੂੰ ਪਤਾ ਕਿ ਸ਼ਾਇਦ ਹਰੇ ਇਹਨੂੰ ਇसी ਕਹਿ ਕੇ ਫੜਾਤਾ ਹੈ। ਉਹਨੂੰ ਕਹਿੰਦਾ ਮੇਰੀ ਅੰਕਲ ਸੇ ਬਾਤ ਕਰਵਾਇਆ, ਮੈਂ ਅੰਕਲ ਕੋ ਕੁਰਾਨ ਦੇਤਾ ਹੂੰ, ਨਿਆਂ ਦੇਤਾ ਹੂੰ। ਉਹਨਾਂ ਨੇ ਰਾਬਤਾ ਕੀਤਾ ਕਿ ਤੁਹਾਡਾ ਭਤੀਜਾ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ। ਉਹ ਕਹਿੰਦੇ ਯਾਰ ਮੈਂ ਤੇ ਤੁਸੀਂ ਹੁਣ ਇਹਨੂੰ ਪਤਾ ਨਹੀਂ ਕਿਉਂ ਬੁਲਾਇਆ, ਤੁਸੀਂ ਆਪੇ ਹੀ ਗੱਲ ਕਰ ਲਓ ਪਹਿਲੇ, ਕੀ ਗੱਲ ਹੈਗੀ। ਫਿਰ ਐਨੇ 'ਚ ਨਾ ਅਕਬਰ ਬਿੱਲਾ ਸਾਹਿਬ DSP ਉਹਨਾਂ ਦਾ ਬੇਟਾ ਸੀ ਇੱਕ, ਉਹ ਵਕੂਵੇ 'ਚ ਸੀ, ਉਹ ਵਕੀਲ ਸੀ। ਉਹੀ ਤੇ ਨਹੀਂ ਜਿਨ੍ਹਾਂ ਦੀ ਸ਼ਾਦੀ ਤੇ? ਜੀ ਜੀ,
ਉਹਨੂੰ ਵੀ ਕਿਤੇ ਲੈ ਗਿਆ ਸੀ, ਜੋ ਉਹਨਾਂ ਨੇ ਕਿਹਾ, ਜਿਹੜੀ ਉਹਨਾਂ ਨੇ ਗੱਲ ਸੁਣਾਈ, ਉਹ ਘਬਰਾ ਜਾਂਦਾ ਕਿ ਰਿਆ ਗੱਲ ਬੰਬ ਹੋ ਗਈ ਹੈ। ਤੇ ਮੈਂ ਪਹਿਲੇ ਸੱਚਾ ਬਣ ਜਾਵਾਂ ਆਪਣੇ ਅੱਬੇ ਕੋਲੋਂ। ਉਹ ਆਪਣੇ ਵਾਲਦ ਸਾਹਿਬ ਨੂੰ ਕਹਿੰਦਾ ਜੀ कि अब्बू हमने ये कर दिया, हम ये गए तो ये हो गया वो हो गया। ਉਹਨੇ ਸਟੋਰੀ ਸਾਰੀ ਸੁਣਾਈ। ਉਹ ਉਹਨੂੰ ਲੈਂਦਾ ਨਾਲ ਅਤੀਕ ਸਿੰਧੂ ਸਾਹਿਬ ਨੂੰ ਲੈਂਦੇ ਤੇ WhatsApp ਤੇ ਘਰ ਚਲੇ ਜਾਂਦੇ। ਉੱਥੇ ਜਾ ਕੇ ਕਹਿੰਦੇ ਜੀ ਇਹ ਵਕੂਆ ਇਸ ਟੀਮ ਨੇ ਕੀਤਾ ਤੇ ਇਹ ਮੇਰਾ ਬੇਟਾ ਨਾਲ ਸੀ। ਉਹ ਕਹਿੰਦੇ ਠੀਕ ਹੈ ਤੁਸੀਂ CCPO ਸਾਹਿਬ ਵੱਲ ਚਲੇ ਜਾਓ, ਉਹਨੂੰ ਜਾ ਕੇ ਬਿਆਨ ਦੇ ਦਿਓ, ਉਹ ਹੀ ਹੈ ਕੇਸ ਨੂੰ ਦੇਖਦੇ ਪਏ। ਉੱਥੇ ਜਾਂਦੇ ਹੋ, ਜਾ ਕੇ ਉੱਥੇ ਬਿਆਨ ਦੇ ਦਿੰਦੇ ਨੇ। ਉਹ ਉਹਨੂੰ ਫੋਨ ਕਰਦੇ ਨੇ ਥੱਲੇ ਥਾਣੇ कि वो बंदा ज़रा देखो चेक करो कितने। उन्हें कहा जी इसी तो बुलाया है, इसी को तो पूछ किछ करने में। उन्हें कहा इसको अरेस्ट कर लो। और बाद भी 6-7 साल इसी और वल तक कोई नहीं कहेगा कि तुसी और वल तक हो, तुसी उन्होंने खंगूरा मारिया फायरिंग के बाद भी, फिर इसी चुप अपने ध्यान इस तो बाद गलबात रही नहीं, गलबात खत्म हो गई। फायरिंग तो बाद गलबात खत्म हो गई। और बाद 6 साल पै गए, 7 साल पै गए, कोई नहीं। फिर वकूआ सुनने कि जी मर्डर हो। ਅੱਛਾ ਚਲੋ ਹੁਣ ਇਹਦੇ ਮਰਡਰ ਤੇ ਆਨੇ ਅਸੀਂ। ਇਹਦੇ ਮਰਡਰ ਤੇ ਉੱਤੇ ਤੁਹਾਡੇ ਤੇ ਜਿਸ ਤਰ੍ਹਾਂ ਪਰਚਾ ਪਿਆ ਜਾਂ ਕੁਝ ਇਸ ਤਰ੍ਹਾਂ ਹੋਇਆ, ਤੁਹਾਨੂੰ ਡਰ ਸੀ ਕਿ ਤੁਹਾਨੂੰ ਮਰਵਾਉਣਾ ਚਾਹੁੰਦੇ ਨੇ? ਨਹੀਂ, ਇਸ ਕਰਕੇ ਡਰ ਨਹੀਂ ਸੀਗਾ, ਮੈਂ ਹਕੀਕਤ ਗੱਲ ਕਰਨਾ। ਤੁਹਾਨੂੰ ਇਹ ਯਕੀਨ ਸੀ ਕਿ ਮੈਨੂੰ ਜੀ ਮੇਰੇ ਕੋਲ ਪੂਰੀ ਗੱਲ ਸੀ। ਮੈਂ ਤਾਂ ਤੁਹਾਨੂੰ ਪੁਆਇੰਟ ਦੱਸ ਦਿੱਤਾ। ਠੀਕ ਹੈ, ਜਿੱਥੇ ਬੰਦੇ ਖਿਲਾਰੇ ਉਹੋ ਹੀ ਬੰਦਿਆਂ ਨੇ ਮੁੜ ਕੇ ਸਾਡੇ ਬਣੋਈ ਤੇ ਨੂੰ ਮਾਰਤਾ। ਤੁਸੀਂ ਪੇਸ਼ ਹੁੰਦੇ ਹੋ ਹੁਣ JIT ਦੇ ਅੱਗੇ। ਇਹ ਮੈਂ ਹੁਣ ਗੱਲ ਆ ਗਿਆ ਉਹਦੇ ਤੇ ਕਰਨ ਵਾਸਤੇ ਕਿ ਜਦੋਂ ਮੈਨੂੰ ਪਤਾ ਚੱਲਿਆ ਕਿ ਮੈਂ DIG ਦਾ ਇੰਟਰਵਿਊ ਕੀਤਾ, ਉਹਨਾਂ ਨੇ ਕਿਹਾ ਕਿ ਜੀ ਗੋਗੀ ਭੱਟ ਸਾਹਿਬ ਪੇਸ਼ ਹੋਣਗੇ ਤੇ ਆਪਣਾ ਬਿਆਨ ਦੇਣਗੇ ਤੇ ਉਹ ਫਿਊਜੀਟਿਵ ਖਤਮ ਹੋ ਜਾਏਗਾ। ਲੇਕਿਨ ਸਾਡੇ ਕੋਲ ਸਬੂਤ ਉਹਨਾਂ ਦਾ ਕੋਈ ਨਹੀਂ। ਹਾਂ, ਇਸ ਤਰ੍ਹਾਂ ਹੀ ਜਨਾਬ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੂੰ ਸਾਰਾ ਨਾ ਸਪਲੀਮੈਂਟਰੀ ਜਗ੍ਹਾ, ਲੇਕਿਨ ਟ੍ਰੇਲ ਤੀਫੀ ਭੱਟ ਸਾਹਿਬ ਦਾ ਮਿਲਦਾ ਤੁਹਾਡਾ। ਹਾਂਜੀ, ਹੁਣ ਅਸੀਂ ਅੱਗੇ ਆ ਜੰਨੇ ਆ ਥੱਲੇ ਕਿ ਤੁਸੀਂ ਪੇਸ਼ ਹੋਏ ਹੋ। ਜੀ ਸਰ, ਪੇਸ਼ ਹੋ ਗਏ, ਤੁਹਾਡੀ ਇੱਕ ਬੇਲ ਹੋ ਗਈ। ਕਿਆ ਤੁਸੀਂ ਕਿਸੇ ਡੀਲ ਦੇ ਤਹਿਤ ਵਾਪਸ ਆਏ ਹੋ? ਕਿਸੇ ਅਸ਼ੋਰਿਟੀ ਦੇ ਤਹਿਤ ਆਏ? ਕਿਉਂ ਡੀਲ ਦੇ ਤਹਿਤ ਆਣਾ? ਤੇ ਹੁਣ ਤੁਹਾਨੂੰ ਕੀ ਅਸ਼ੋਰਿਟੀ ਮਿਲੀ ਕਿ ਮੈਂ ਸੇਫ ਹੈਗਾ? ਨਹੀਂ ਸੇਫ ਸਰ ਗੱਲ ਹੈਗੀ ਹੈ, ਦੇਖੋ ਤੁਹਾਨੂੰ ਸਾਰਿਆਂ ਨਾਲੋਂ ਵੱਡੀ ਸ਼ੋਲਡੀ ਜਿਹੜੀ ਹੈ ਨਾ ਮੇਰੇ ਨਜ਼ਦੀਕ ਹੋ ਗਈ ਰੱਬ ਦੀ ਜ਼ਾਤ ਦੀ। ਠੀਕ ਹੈ। ਫਿਰ ਜਿਸ ਲਈ ਤੁਸੀਂ ਬੇਗੁਨਾਹ ਹੋ, ਤੁਸੀਂ ਗੁਨਾਹਗਾਰ ਨਾ ਹੋਵੇ, ਤੇ ਫਿਰ ਕੱਲ ਹੀ ਠੀਕ ਹੈ ਤੁਸੀਂ ਕੱਲ ਹੀ ਕਿਸੇ ਕੋਲ ਗਰੰਟੀਆਂ ਲੈਣ। ਤੁਸੀਂ ਹੁਣ ਇਸ ਅਸ਼ੋਰਿਟੀ ਤੇ ਆਏ ਕਿ ਚਲੋ ਮੈਂ ਬੇਕਸੂਰ ਹਾਂ ਤੇ ਮੈਂ ਸਰ ਮੈਂ ਆਪਣੇ ਯਕੀਨ ਨਾਲ ਆਇਆ ਕਿ ਜਿਸ ਤਰ੍ਹਾਂ ਸਾਡੀ ਪੁਲਿਸ IG ਸਾਹਿਬ, ਜਿਸ ਤਰ੍ਹਾਂ ਸਾਡੀ ਵਜ਼ੀਰ ਆਲਾ ਪੰਜਾਬ ਮਰੀਮ ਸਾਹਿਬ ਹੱਕ ਸੱਚ ਦੀ ਆਵਾਜ਼ ਦਿੰਦੇ ਪਏ, ਕਹਿੰਦੇ ਪਏ ਹੱਕ ਹੋਏਗਾ, ਨਾ ਹੱਕ ਕਿਸੇ ਨਾਲ ਨਹੀਂ ਹੋਏਗਾ, ਤੇ ਮੈਂ ਆਪਣਾ ਹੱਕ ਲੈਣ ਆਇਆ। ਲੇਕਿਨ ਇੱਥੇ ਮੈਂ ਜਿਹੜੀ JIT ਕੋਲ ਆਇਆ, ਹਾਂਜੀ, ਉਹਦੇ ਨਜ਼ਾਰੇ ਕੁਛ ਹੋਰ ਨੇ ਥੋੜੇ। ਉਹ ਦੱਸੋ ਨਜ਼ਾਰੇ ਕੀ ਨੇ ਜੀ? ਉਹਦੇ ਨਜ਼ਾਰੇ ਇਸ ਤਰ੍ਹਾਂ ਸਰ, ਮੈਂ JIT ਕੋਲ ਜਾਣਾ, ਉੱਥੇ SP ਸਾਹਿਬ ਤੇ 2 ਡਿਪਟੀ 2 ਇੰਸਪੈਕਟਰ ਜਿਨ੍ਹਾਂ ਦੀ JIT ਬਣੀ। ਜੀ ਠੀਕ ਹੈ। ਕੋਈ 2-3 ਹੋਰ ਵੀ ਮੇਰਾ ਹਾਲ ਕੋਈ ਕੇਸ। ਉਹੀ JIT ਜਿਹਨੇ ਤੁਹਾਨੂੰ ਗੁਨੇਗਾਰ ਕਰਾਰ ਦਿੱਤਾ? ਜੀ ਐਸ ਨੇ। ਤੇ ਗੁਨੇਗਾਰ ਦਾ ਤੁਹਾਡਾ ਵਰਡ ਕਿਉਂ ਪਾਇਆ? ਕੀ ਤੁਹਾਡੇ ਤੇ ਇਲਜ਼ਾਮ ਕੀ ਲੱਗਾ? ਸਰ ਉਹਦੇ ਚ ਮੈਂ ਤੁਹਾਨੂੰ ਦੱਸਣਾ ਹੈ ਕਿ ਤੀਫੀ ਭੱਟ ਸਾਹਿਬ ਨਾਲ ਰਾਬਤਾ ਸੀ। ਹਾਂਜੀ ਬਸ, ਹਾਂਜੀ ਐਸ ਨੇ। ਉਹ ਗੱਡੀ ਉੱਥੋਂ ਲੰਘੀ, ਫਿਰੋਜ਼ਪੁਰ ਰੋਡ ਤੋਂ ਆਈ, ਫਿਰੋਜ਼ਪੁਰ ਰੋਡ ਤੋਂ ਹੁੰਦੀ ਕਨਾਲਵੀ ਤੋਂ ਗਈ। ਕਨਾਲਵੀ ਨਾ ਮੇਰੇ ਘਰ ਦੱਸੀ ਗਈ ਹੈ ਬਸ ਉੱਥੋਂ ਗਾਰੀ ਚ, ਤੇ ਨਾ ਮਨ ਦੱਸਿਆ ਕਿ ਮੈਂ ਉੱਥੇ ਮਿਲਿਆ। ਹੁਣ ਇੱਥੋਂ ਵੀ ਲੰਘ ਗਈ ਤੇ ਇੱਥੋਂ ਕਨਾਲਵੀ ਚ ਗੋਗੀ ਭੱਟ ਦਾ ਘਰ ਹੈ। ਬਸ ਇਹ ਇਲਜ਼ਾਮ ਹੈ ਤੁਹਾਡਾ ਜਿਹੜਾ ਇਹਨਾਂ ਨੇ ਫਿਲਹਾਲ ਇਹਦੇ ਉੱਤੇ ਸਾਬਿਤ ਕੀਤਾ ਕਿ ਤੁਸੀਂ ਗੁਨਾਹਗਾਰ ਹੋ? ਜੀ, ਤੂੰ ਮੇਰਾ ਤੇ ਤੀਫੀ ਭੱਟ ਦਾ ਰਾਬਤਾ, ਮੇਰਾ ਉਹਨਾਂ ਦਾ ਰਾਬਤਾ ਕੁਰਾਨੀ ਮਾਨੀ ਨਾ ਕੋਈ ਸਬੂਤ ਹੈ, ਨਾ ਕਿਸੇ ਕੋਈ ਚੀਜ਼ ਹੈ, ਕਿਸੇ ਕੋਲ ਨਹੀਂ ਗਈ। ਲੇਕਿਨ ਇਹ ਪਸੰਦ ਨਾ ਪਸੰਦ ਦੀ ਵੇ ਨਾਲ ਮੈਂ ਹੋਇਆ ਜਾਂ ਕਿਹੜੀ ਕੋਈ ਹਸਤੀ ਹੈ, ਮੈਂ ਉਹੀ ਕਹਾਂਗਾ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਸਾਹਿਬ ਨੂੰ ਕਿ ਉਹ ਹਸਤੀ ਨੂੰ ਦੇਖਣ ਕਿਹੜੀ ਹਸਤੀ ਹੈ। ਤੁਸੀਂ ਜਾਣਦੇ ਹੋ ਉਸ ਹਸਤੀ ਨੂੰ? ਨਹੀਂ ਜੀ, ਮੈਂ ਨਹੀਂ ਜਾਣਦਾ, ਤੇ ਹੋ ਸਕਦਾ ਸਾਹਮਣੇ ਆ ਜਾਵੇ, ਅੱਜ ਆ ਜਾਵੇ, ਕੱਲ ਆ ਜਾਵੇ, ਕਿਤੇ ਨਾ ਇੱਕ ਟਾਈਮ ਤੇ ਆਣੀ ਹੈ ਨਾ ਉਹ ਹਸਤੀ ਤਾਕਤਵਰ ਹੈ ਕਿ ਲਾਜ਼ਮੀ ਗੱਲ ਹੈ ਜਿਹੜੀ ਇਹਨਾਂ ਉੱਤੇ ਹੈਵੀ ਹੋ ਗਈ ਹੈ, ਜਿਹੜੀ JIT ਤੇ ਹੈਵੀ ਹੋ ਗਈ ਹੈ। ਲਾਜ਼ਮੀ ਗੱਲ ਹੈ JIT ਨੇ ਮਨ ਲਿਖਿਆ ਜਾਂ ਕਿਸੇ ਹੋਰ ਨੂੰ ਤੇ ਹੈਵੀ ਹੋ ਗਈ ਹੈ। JIT ਨੇ ਫਿਲਹਾਲ ਮਨ ਲਿਖਿਆ ਨਾ ਜੀ, ਉਹਦੇ ਵਿੱਚ ਉਹ ਹੈਵੀ ਇਹੋ ਜਿਹੀ ਹੋ ਗਈ ਹੈ ਕਿ ਹੱਕ ਨੂੰ ਨਾ ਹੱਕ ਕਰਾਉਣ ਡਈ ਹੈ। ਠੀਕ ਹੈ, ਸਾਰੀ ਦੁਨੀਆ ਨੂੰ ਪਤਾ ਤੁਹਾਡਾ ਇਸ ਮਰਡਰ ਨਾਲ ਕੋਈ ਤਾਲੁਕ ਨਹੀਂ। ਤੇ JIT ਦੇ ਵਿੱਚ ਤੁਹਾਨੂੰ ਕੀ ਸਵਾਲ ਪੁੱਛੇ ਜਾ ਰਹੇ ਨੇ? ਸਰ ਮੈਂ JIT ਦੇ ਵਿੱਚ ਜਾਣਾ ਜੀ, ਮੈਨੂੰ ਉਹਨਾਂ ਨੇ ਪੁੱਛਿਆ, ਮੈਂ ਆਪਣੀ ਸਫਾਈ ਦਿੱਤੀ, ਉਹਨਾਂ ਨੇ ਮੇਰੇ ਸਫਾਈ ਵਾਲੇ ਬੰਦੇ ਸੁਣੇ, SP ਸਾਹਿਬ ਨੇ ਸੁਣਾ ਕੇ ਤੇ ਉਹ ਗੱਲ ਹੋਈ। ਉੱਥੇ ਹੁਣ ਇੱਕ ਡਿਪਟੀ ਸਾਹਿਬ ਬੈਠੇ ਸੀ JIT ਦੇ ਵਿੱਚ ਜਿਨ੍ਹਾਂ ਦਾ ਅੱਡੇ ਤੇ ਬੜਾ ਤਲਕ ਸੀ। ਉਹਨਾਂ ਦਾ ਮੈਂ ਨਾਮ ਨਹੀਂ ਕਾਊਂਟ ਕਰਾਂਗਾ। ਠੀਕ ਹੈ। ਉਹ ਮੇਰਾ ਵਕੀਲ ਸਾਹਿਬ ਦੇ ਨਾਲ ਮੇਰਾ ਮਸ਼ਵਰਾ ਵੀ ਹੋਇਆ ਹੈ, ਇਸੇ ਇਨਸ਼ਾਅੱਲਾ ਤਾਲਾ ਟੈਲੀਗ੍ਰਾਮ ਦੀ ਸ਼ਕਲ 'ਚ ਵੀ ਅਸੀਂ ਦੇ ਰਹੇ ਹਾਂ। ਖਤ ਲਿਖ ਰਹੇ ਹੋ? ਜੀ ਖਤ ਲਿਖ ਰਹੇ ਹਾਂ। ਇੱਕ ਕਿਸੇ ਲਿਖ ਰਹੇ ਹਾਂ ਚੀਫ ਆਫ ਆਰਮੀ ਸਾਹਿਬ, ਇੱਕ ਕਿਸੇ ਵਜ਼ੀਰ ਆਜ਼ਮ ਪਾਕਿਸਤਾਨ ਨੂੰ ਲਿਖ ਰਹੇ ਹਾਂ, ਵਜ਼ੀਰ ਆਲਾ ਮਰੀਮ ਬੀਬੀ ਨੂੰ ਲਿਖ ਰਹੇ ਹਾਂ,
ਮਰੀਮ ਨਵਾਜ਼ ਸ਼ਰੀਫ ਸਾਹਿਬ ਨੂੰ ਠੀਕ ਲਿਖ ਹੈ। ਰਹੇ ਹਾਂ, ਇਸੀ ਚੀਫ ਜਸਟਿਸ ਆਫ ਪਾਕਿਸਤਾਨ ਨੂੰ ਲਿਖ ਰਹੇ ਹਾਂ, ਇਸੀ ਆਈਜੀ ਸਾਹਿਬ ਨੂੰ ਲਿਖ ਰਹੇ ਹਾਂ, ਠੀਕ ਹੈ ਇਸੀ ਚੀਫ ਜਸਟਿਸ ਆਫ ਹਾਈ ਕੋਰਟ ਨੂੰ ਲਿਖ ਰਹੇ ਹਾਂ। ਇਸ ਤਰ੍ਹਾਂ ਅਦਾਰੇ ਦੇ ਬੰਦਿਆਂ ਨੂੰ ਹੋਰ ਮੁਸਲਸਲ ਲਿਖ ਰਹੇ ਹਾਂ ਅਸੀਂ। ISI ਦੇ ਸਰਬਰਾਹ ਨੂੰ ਅਸੀਂ ਲਿਖ ਰਹੇ ਹਾਂ ਕਿ ਸਾਡੇ ਨਾਲ ਮੇਰੇ ਨਾਲ ਨਾਇਨਸਾਫੀ ਹੋਈ ਹੈ, ਬੇਗੁਨਾਹ ਨੂੰ ਗੁਨਾਹਗਾਰ ਕੀਤਾ ਗਿਆ ਤੇ ਮੇਰੀ ਅਲੱਗ ਇੱਕ ਇਮਾਨਦਾਰ ਸਿਸਟਮ ਦੇ ਤਹਿਤ ਮੇਰੀ ਇਨਕੁਆਇਰੀ ਕਰਾਈ ਜਾਏ। ਜਿਹੜੀ ਮੈਂ ਜ਼ੀਸ਼ਾਨ ਸਾਹਿਬ ਨੂੰ ਕਹਿ ਕੇ ਉੱਠਿਆ, ਉਹਨਾਂ ਨੇ ਖੀਤੇ ਕੇ ਗੱਲ ਕੀਤੀ, ਮੈਂ ਉਹਨਾਂ ਦੀ ਇਹ ਗੱਲ ਨੂੰ ਬੜਾ ਪਸੰਦ ਵੀ ਕਰਨਾ ਪਿਆ ਤੇ ਮੈਂ ਉਹਨਾਂ ਵਾਸਤੇ कहना कि इन्होंने बड़ी अच्छी वो गल की थी। इन्होंने कहा आपके साथ मैरिट होगा। अच्छा, मैं कहा सर मैं मैरिट चाहना, मेरा रत्ती बार भी निकले, ठूक के मन चलान किया जाए, ठीक है सर, तो अगर नहीं निकलता तो फिर मैंने ज्यादती ना की जाए। बिल्कुल ठीक है, ठीक है जी, यह तो मेरा हक बनता। बिल्कुल जी। मैं आप कह रहे हैं कि सर मैं जनाब नूं आप कह रहे हैं कि अगर मेरा जरा भी रोल निकले तो मन ठूक के चलान करो, ठीक है, यह कतल दे इस तरह ही। अगर नहीं है तो फिर मेहरबानी करो, ठीक है। लेकिन यह जी GIT बैठी, उतो GIT भी बैठी, इन्होंने मेरे नाल नजायज़ किया, उन्होंने सामने मैं क्या इन्होंने नजायज़ किया, किसी ने कोई जवाब नहीं दिता, किस तरह इसी नजायज़ ने किया, है वे फलानी चीज़ फलानी, किसने होवे तो कहण ना मनो, ਇਹ ਫਲਾਣੀ ਚੀਜ਼ ਦੇ ਹੈ ਹੁਣ ਜੋ ਮਰਜ਼ੀ ਲਿਖ ਲੈਣ, ਕਿਤਾਬ ਵੀ ਉਹਨਾਂ ਦੀ, ਕਲਮ ਵੀ ਉਹਨਾਂ ਦਾ। DIG ਸਾਹਿਬ ਨੇ ਮੇਰੇ ਨਾਲ ਕੀਤੀ, ਗੁਫ਼ਤਗੂ ਕੀਤੀ, ਬੜੀ ਅੱਛੀ ਉਹਨਾਂ ਦੀ ਗੁਫ਼ਤਗੂ, ਪੁਆਇੰਟ ਟੂ ਪੁਆਇੰਟ ਉਹਨਾਂ ਨੇ ਮੇਰਾ ਵੀ ਲਿੱਤਾ, ਆਪਣਾ ਵੀ ਸਿਰਫ ਮਰਡਰ ਰਿਲੇਟਡ ਸਨ ਜੀ, ਜਦੋਂ ਸੈਕਿੰਡ ਹੀ ਸੀ ਆਏ ਆ ਜੀ, ਠੀਕ ਹੈ। ਫਿਰ ਉਹਨਾਂ ਨੇ GIT ਨੂੰ ਕਿਹਾ ਕਿ ਤੁਹਾਡੇ ਜੋ ਕੋਈ ਸਵਾਲ ਕਰੇਗਾ। ਮੀਆਂ ਸ਼ਫਕਤ ਸਾਹਿਬ ਨੇ ਕਿਹਾ ਜੀ ਕਿ ਗੋਗੀ ਭੱਟ ਨੂੰ ਉਹਨਾਂ ਨੇ ਨਾ ਪਹਿਲੇ ਵੀ ਗੁਨਾਹਗਾਰ ਕੀਤਾ ਸੀ, ਉਹਨਾਂ ਦੇ ਕੇਸ 'ਚ ਗੁਨਾਹਗਾਰ ਲਿਖੇ ਗਏ ਸੀ। ਮੈਂ ਕਿਹਾ ਜੀ ਉਹ ਕੇਸ ਦੇ ਵਿੱਚ ਤਾਂ ਮੈਂ ਇੱਕ ਦਿਨ ਵਾਸਤੇ ਨਹੀਂ ਅੰਦਰ ਗਿਆ, ਠੀਕ ਹੈ ਜੀ, ਮੈਂ ਬਾਰੋਂ ਬਾਰ ਬਰੀ ਹੋ ਗਿਆ। ਅਮੀਰ ਬੁਲਾਜ ਦੇ ਵਾਲਦ ਦੇ ਕੇਸ 'ਚ ਹਾਂਜੀ, ਉਹ ਹਵਾਲਾ ਦਿੱਤਾ ਇੱਕ ਜੀ, ਠੀਕ। ਮੈਂ ਕਿਹਾ ਜੀ ਮੈਂ ਬਾਹਰੋਂ ਬਰੀ ਹੋ ਗਿਆ, ਲੇਕਿਨ ਮੈਂ ਸਮਝਣਾ ਕਿ ਉਦੋਂ ਦੀ GIT ਵੀ ਇਹੋ ਜਿਹੀ GIT ਸੀ। ਇਹ ਮੈਂ DIG ਸਾਹਮਣੇ ਕਿਹਾ ਕਿ ਜਨਾਬ ਉਦੋਂ ਦੀ GIT ਇਹ GIT ਸੀ ਜਿਨ੍ਹਾਂ ਨੇ ਹੱਕ ਨੂੰ ਨਾ ਹੱਕ ਉਦੋਂ ਵੀ ਕੀਤਾ ਸੀ, ਠੀਕ ਹੈ। ਅੱਛਾ ਭੱਟ ਸਾਹਿਬ, ਸਾਰੀ ਗੱਲਾਂ ਤੁਹਾਡੀਆਂ ਬਿਲਕੁਲ ਠੀਕ ਨੇ, ਇਹ ਬੜੀ ਤੁਹਾਡੀ ਗੱਲ ਬੜੀ ਅੱਛੀ ਲੱਗੀ ਮੈਨੂੰ। ਤੁਸੀਂ ਕਿਹਾ ਕਿ ਜੀ ਅਗਰ ਮੈਨੂੰ ਮੈਰਿਟ ਤੇ ਫੈਸਲਾ ਕੀਤਾ ਜਾਏ, ਅਗਰ ਮੈਂ ਗੁਨੇਗਾਰ ਹਾਂ ਤੇ ਮੇਰਾ ਠੋਕ ਕੇ ਚਲਾਨ ਜੀ, ਇਸ ਤਰ੍ਹਾਂ ਇਹ ਬਹੁਤ ਅੱਛੀ ਤੁਹਾਡੀ ਗੱਲ ਹੈ। ਹੁਣ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਹੈ, ਹੁਣ ਮੈਂ ਸ਼ਹਿਰਦਾਰ ਤੋਂ ਸ਼ਹਿਰਦਾਰ ਇੱਕ ਗੱਲ ਕਰਨਾ ਚਾਹੁੰਦਾ, ਜਿਸ ਤਰ੍ਹਾਂ ਤੁਹਾਡਾ ਮੇਰਾ ਇੱਕ ਤਲਕ ਹੈ, ਇਹ ਲੜਾਈ ਨੇ ਦੋਵੇਂ ਫੈਮਲੀਆਂ ਨੂੰ ਬਹੁਤ ਖਰਾਬ ਕੀਤਾ ਤੇ ਤੀਸਰੇ ਬੰਦੇ ਨੇ ਬਹੁਤ ਫਾਇਦਾ ਚੁੱਕਿਆ, ਕੀ ਇਸ ਤਰ੍ਹਾਂ ਹੋਏਗਾ? ਨਹੀਂ ਸਰ, ਹੋਏਗਾ, ਲੋਕੀ ਵਿੱਚ ਸ਼ਰਾਰਤੀ ਹੁੰਦੇ ਨੇ, ਲੇਕਿਨ ਇੱਥੇ ਨਾ ਮਿਕਸ ਕਰ ਰਹੇ ਨੇ। ਕਿਉਂਕਿ ਮੈਂ ਤਾਂ ਇਹ ਕਿਉਂ ਕਹਿ ਰਿਹਾ, ਸ਼ਹਿਰ ਹੈ ਨਾ, ਜਿਹੜੇ ਤੁਹਾਡੇ ਦੋਸਤ ਯਾਰ ਨੇ ਉਹਨਾਂ ਦੇ ਵੀ ਕਈਆਂ ਦੇ ਦੋਸਤ ਯਾਰ ਨੇ, ਕੋਈ ਉੱਥੇ ਬਹਿੰਦੇ ਨੇ, ਇੱਥੇ ਵੀ ਬਹਿੰਦੇ ਨੇ ਜੀ ਸਰ, ਸ਼ਰਾਰਤੀ ਹਰ ਜਗ੍ਹਾ ਤੇ ਹੁੰਦੇ ਨੇ। ਤੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਐਕਸਪਲੋਇਟ ਹੋਇਆ ਸਾਰਾ ਦਾ ਸਾਰਾ ਜਿਹੜਾ ਮਾਮਲਾ ਸੀ ਇਹ ਦੋ ਜਿਹੜੀ ਫੈਮਲੀਆਂ ਦੀ? ਕਿਉਂਕਿ ਜਿਸ ਤਰ੍ਹਾਂ ਮੈਂ ਸੁਣ ਰਿਹਾ ਨਾ ਹੁਣ ਕਿ ਗੋਗੀ ਭੱਟ, ਤੀਫੀ ਭੱਟ ਸਾਹਿਬ ਤੇ ਬਲਾਜ ਰਾਬਤੇ 'ਚ ਸਨ, ਤੇ ਇਹਦਾ ਮਤਲਬ ਕੋਈ ਟ੍ਰਿਗਰ ਕਰਨ ਵਾਲਾ ਤੇ ਕੋਈ ਹੋਰ ਸੀ। ਅਗਰ ਉਹ ਦੋਵੇਂ ਇਕੱਠੇ ਸਨ ਤੇ ਤੀਸਰਾ ਕੋਈ ਨਾ ਕੋਈ ਤੇ ਤਾਕਤ ਹੋਏਗੀ ਨਾ ਭੱਟ ਸਾਹਿਬ, ਤੁਸੀਂ ਇਸ ਤਰ੍ਹਾਂ ਸੋਚਦੇ ਨਹੀਂ? ਨਹੀਂ ਸਰ, ਦੇਖੋ ਗੁਜ਼ਾਰਿਸ਼ ਹੈਗੀ, ਇੱਕ ਦੋਸਤ ਹੈਗੇ ਸੀ ਮਲਕ ਮੁਸ਼ਤਾਕ ਸਾਹਿਬ, ਅੱਛਾ, ਬੜੇ ਵੈਲ ਵਿਸ਼ਰ, ਬੜੇ ਨਾਈਸ ਮੈਨ। ਤੁਹਾਡੀ ਸੁਲ੍ਹਾ ਤੇ ਮੇਰੇ ਖਿਆਲ ਨਾਲ ਬਹੁਤ ਸਾਰੇ ਲੋਕਾਂ ਨੇ ਕਰਾਉਣ ਦੀ ਕੋਸ਼ਿਸ਼ ਕੀਤੀ ਜੀ। ਉਹਨਾਂ ਨੇ ਰਾਬਤੇ ਕਰਾਏ ਸੀ ਤੇ ਰਾਬਤੇ ਬੜੀ ਦੇਰ ਚੱਲੇ, ਸਾਲ ਚੱਲੇ, ਕੋਈ 1.5-2 ਸਾਲ ਤਕਰੀਬਨ ਚੱਲ ਰਿਹਾ ਮੁਸਲਸਲ। ਉਹ ਬੜੀ ਅੱਛੀ ਸੋਚਦੇ ਨੇ, ਉਹ ਇਹਨਾਂ ਦੇ ਵੀ ਦੋਸਤ ਸੀ, ਸਾਡੇ ਵੀ ਦੋਸਤ ਸੀ, ਤੇ ਬੜੇ ਹੀ ਨਾਈਸ ਮੈਨ, ਜਿੰਨਾ ਉਹਨਾਂ ਦਾ ਕਹਿ ਜਾਵੇ ਨਾ ਘੱਟ ਹੈ, ਇੱਕ ਜੈਂਟਲਮੈਨ ਆਦਮੀ। ਉਹ ਇਹ ਚਾਹੁੰਦੇ ਸੀ, ਉਹਨਾਂ ਦੀ ਵਜ੍ਹਾ ਨਾਲ ਰਾਬਤੀ ਹੋਈ ਸੀ, ਫਿਰ ਰਾਬਤਾ ਰਹੇ। ਹੁਣ ਗੱਲ ਹੈਗੀ ਹੈ ਕਿ ਇਹਨਾਂ ਦੀਆਂ ਆਪਣੀਆਂ ਦੁਸ਼ਮਣੀਆਂ ਬਹੁਤ ਜ਼ਿਆਦਾ, ਜਿਹੜੀ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਪਏ। ਇਹਨੇ ਇੱਕ ਬੱਚੇ ਨੇ ਇੱਕ ਦਿਨ ਬਿਆਨ ਦਿੱਤਾ ਕਿ ਮੁਝੇ ਵਿਰਾਸਤ ਮੇਂ ਮਿਲੀ ਹੈ, ਐਸਾ ਨਹੀਂ, ਤੁਸੀਂ ਤੁਹਾਡੀ ਨਜ਼ਰ 'ਚ ਗੁਜ਼ਰਿਆ ਹੋਣਾ, ਸਾਰਿਆਂ ਨੇ ਸੋਚ ਲਿੱਤਾ ਇਹਦਾ ਵਿਚਾਰਾ ਇਨੋਸੈਂਟ ਹੈ ਤੇ ਇਹਨੂੰ ਤਾਂ ਵਿਰਾਸਤ ਦੇ ਵਿੱਚ ਮਿਲ ਗਈ ਦੁਸ਼ਮਣੀ, ਲੇਕਿਨ ਉਹ ਗਲਤ ਬਿਆਨੀ ਕਰ ਰਿਹਾ ਸੀ। ਹੁਣ 7 FIR ਅਗਰ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਤੁਹਾਨੂੰ ਦਿਖਾ ਸਕਦਾ ਜੀ, ਉਹ ਦੇਖੀਆਂ ਚੱਲੀਆਂ ਨੇ ਉਹਦੇ ਤੇ, ਮੈਂ ਤੁਹਾਡੇ ਕੋਲ ਲੈ ਲੈਣਾ, ਮੈਂ ਚਲਾ ਲਾਂ ਜੀ। 7 FIR ਉਹਦੇ 'ਚ 2 ਮਰਡਰ ਨੇ, ਉਹਦੇ 324 ਨੇ, ਫਲਾਣੀਆਂ ਟੰਗਾੜੀਆਂ, ਹਰ ਤਰ੍ਹਾਂ ਦੀਆਂ ਦਫਾ ਹੋਈਆਂ। ਉਹ 7 ਹੀ ਮਦਈ ਜਿਹੜੇ ਨੇ ਬਾਹਰ ਦੇ। ਉਦੋਂ ਸਾਡਾ ਰੋਲ ਕੋਈ ਨਹੀਂ, ਸਾਡਾ ਰੋਲ ਹੋਵੇ ਤੇ ਜਿਸ ਤਰ੍ਹਾਂ ਹੋਣੀ ਸੀ, ਨਾ ਲੱਲਾ ਲੈਂਦੇ ਨਹੀਂ ਜਾਂ ਜੋ ਵੀ ਕਰਦੇ ਨੇ ਗਲਤ, ਉਦੋਂ ਵੀ ਲੱਲਾ ਲੈਂਦੇ, ਉਦੋਂ ਇਹਨਾਂ ਦਾ ਤਲਕ ਹੀ ਨਹੀਂ ਸਾਡਾ। ਬਟ ਤੁਸੀਂ, ਮੈਂ ਤੁਹਾਨੂੰ, ਕਿਉਂਕਿ ਮੈਂ ਤੁਹਾਨੂੰ ਜਿੰਨਾ ਜਾਣਨਾ ਵਾਂ, ਤੁਸੀਂ ਸੁਲ੍ਹਾ ਕਰਾਉਣ ਦੀ ਆਪ ਕੋਸ਼ਿਸ਼ ਨਹੀਂ ਕੀਤੀ ਭੱਟ ਸਾਹਿਬ ਦੇ ਨਾਲ? ਤੇ ਹੈ ਕਿ ਇਹਨੂੰ ਨਿਬੇੜੋ, ਮਾਮਲੇ ਨੂੰ ਨਾ ਕਰੋ, ਸ਼ਹਿਰ ਹੈਗਾ, ਕਿਉਂਕਿ ਤੁਸੀਂ ਤਾਂ ਸੁਲ੍ਹਾ ਕਰਵਾਉਂਦੇ ਰਹੇ ਹੋ, ਤੁਸੀਂ ਤੇ ਆਪ ਚੇਅਰਮੈਨ ਰਹੇ ਹੋ, ਤੁਸੀਂ ਪ੍ਰੇਅਰ ਕਰਦੇ ਰਹੇ ਹੋ। ਨਹੀਂ ਸਰ, ਸੁਣ ਲਓ ਨਾ, ਤੁਸੀਂ ਦੇਖੋ ਨਾ, ਤੁਸੀਂ ਇੱਕ ਇਲਜ਼ਾਮ ਤਰਾਸ਼ੀ ਕਰ ਰਹੇ ਹੋ ਕਈ ਕੇਸਾਂ 'ਚ, ਠੀਕ ਹੈ,
ਕਈ ਕੇਸਾਂ ਤੋਂ ਇਲਜ਼ਾਮ ਤਰਾਈ ਸੀ। ਮੈਂ ਜਿਸ ਤਰ੍ਹਾਂ ਉਹਦੇ ਦਾਦੇ ਦੀ ਗੱਲ ਕਰਨਾ, ਅੱਜ ਤੁਸੀਂ ਮੈਂ ਡਿਸਕਸ ਕਰਨੇ ਆ ਕਿ ਦਾਦਾ ਵੀ ਆਪ ਸੁਣਾਉਂਦੇ ਹਮਾਰਾ ਦਾਦਾ ਵੀ ਹਮਾਰਾ ਇਹ ਵੀ ਇਹ ਕਰਨ ਦੇ, ਤੇ ਇਹ ਕਿਉਂ ਨਹੀਂ ਸੁਣਾਉਂਦੇ ਕਿ ਦਾਦਾ ਤੇ ਸਾਡਾ ਨੀਫੇ ਸੀ, ਇਹ ਕੀਤੀ ਸਾਡੀ ਇਹ ਦੁਸ਼ਮਣੀ ਸੀ, ਉਹਦੀ ਬੀਨ ਚੜਿਆ। ਇਹਦੇ ਪਿਓ ਦਾ ਤੇ ਦਾਦੇ ਦਾ ਨਾਂ ਲਵੋ ਨਾ ਤੇ ਆਦਮੀ ਪਲੀਤ ਹੋ ਜਾਂਦਾ। ਐਡੀ ਜ਼ਾਲਮਾਨਾ ਜ਼ਿੰਦਗੀ ਗੁਜ਼ਾਰ ਕੇ ਗਏ। ਅੱਲਾਹ ਤਾਲਾ ਉਹਨਾਂ ਨੂੰ ਮਾਫ ਕਰੇ। ਅਸੀਂ ਬਖਸ਼ਿਸ਼ ਦੀ ਦੁਆ ਕਰਨੇ ਆ ਕਿ ਅੱਲਾਹ ਤਾਲਾ ਉਹਨਾਂ ਵਾਸਤੇ ਬਿਹਤਰੀ ਕਰੇ। ਲੇਕਿਨ ਬਰਸਾ ਮੈਂ ਤੁਹਾਡੇ ਵਾਸਤੇ ਪੁੱਛ ਰਿਹਾ, ਤੁਸੀਂ ਇਹਨੂੰ ਸੁਲ੍ਹਾ ਸਫਾਈ ਵੱਲ ਨਹੀਂ ਲੈ ਕੇ ਆਏ? ਸਰ ਸੁਲਾਹ ਬੜੀ ਅੱਛੀ ਚੀਜ਼ ਹੈ, ਬੜੀ ਹੀ ਅੱਛੀ ਚੀਜ਼ ਹੈ। ਸਲਾਹ ਨਾਲੋਂ ਅੱਛੀ ਚੀਜ਼ ਕੋਈ ਤੁਸੀਂ ਇਹਨੂੰ ਲੈ ਕੇ ਨਹੀਂ ਆਏ? ਲੇਕਿਨ ਜਿੰਨੀ ਦਾ ਢਿੱਡ ਦਿਲ ਸਾਫ਼ ਨਹੀਂ ਇਹਨਾਂ ਦੇ ਹੋਣਗੇ ਤੇ ਕਿਸ ਤਰ੍ਹਾਂ ਸਲਾਹ ਹੋਏਗੀ? ਤੁਸੀਂ ਢਿੱਡ ਦਿਲ ਦੇਖ ਲਓ ਕਿ 14 ਸਾਲ ਦਾ ਪੀਰੀਅਡ ਹੈ, ਠੀਕ ਹੈ ਜੀ। ਉਹਦੇ ਵਿੱਚ ਹੁਣ ਤੁਸੀਂ ਮੇਰਾ ਇੱਕ ਚੈਲੰਜ ਲੈ ਲਓ ਯਾਰ, ਸਾਰੇ ਭਰਾ ਪੂਰਾ ਲੋਰ ਲੈ ਲਓ। ਤੁਸੀਂ ਦੱਸੋਗੇ ਯਾਰ 14 ਸਾਲ ਦੇ ਵਿੱਚ ਟੀਪੂ ਦੇ ਬਾਅਦ ਇਹਦੇ ਬੱਚਿਆਂ ਨਾਲ ਇਹਨਾਂ ਨੇ ਕਿਸੇ ਨੂੰ ਕਿਹਾ ਵੀ ਹੈ ਕਿ ਸਾਡੀ ਦੁਸ਼ਮਣੀ ਹੈ? ਉਹਦਾ ਸੋਚਣਾ, ਉਹਨਾਂ ਲੜਨਾ ਤਾਂ ਬੜੀ ਦੂਰ ਦੀ ਗੱਲ ਹੈ। ਅਗਰ ਕਿਸੇ ਮਹਿਫਲ 'ਚ ਵੀ ਕਿਹਾ ਗੱਲਬਾਤ ਹੁੰਦੀ ਰਹੀ ਜਾਂ ਹੈ ਕੋਈ ਕਿਹਾ ਸਰਪ੍ਰਾਈਜ਼ਿੰਗ, ਤੇ ਫਿਰ ਤੇ ਹੁਣ ਮੈਲਾ ਕਿਰਾ ਸੀ ਢਿੱਡ ਉਹਰਾ ਸੀ ਮੈਲਾ ਕਿਰਾ ਢਿੱਡ ਸੀ ਉਹਰਾ ਸੀ। ਹੁਣ ਬਲਾਜ ਕਿਸੇ ਨੇ ਪਤਾ 7 ਉਹ ਮੁਖਤਲਿਫ FIRਾਂ ਦਾ ਮੁਲਜ਼ਮ ਹੈ, ਕਿਸੇ ਨੇ ਪਤਾ ਹੈ। ਪਰ ਸਾਹਿਬ ਹੁਣ ਤੁਸੀਂ ਇਸ ਤੋਂ ਬਾਅਦ ਸੁਲ੍ਹਾ ਦੇ ਹੱਕ 'ਚ ਹੈਗੇ, ਹੁਣ ਇਹ ਫੈਮਲੀਆਂ ਸੁਲ੍ਹਾ ਕਰ ਲੈਣ। ਸਰ ਉਹਦਾ ਇਹ ਹਾਲੀ ਦੇਖੋ, ਕੱਲ ਦਾ ਕੋਈ ਪਤਾ ਨਹੀਂ ਹੈਗਾ। ਇਹ ਹੈਗੀ ਹਾਲੀ ਤਾਂ ਤੁਹਾਡੀ ਪੁੱਛ ਰਿਹਾ ਮੈਂ ਜ਼ਾਤੀ, ਕਿਉਂਕਿ ਤੀਫੀ ਭੱਟ ਸਾਹਿਬ ਨਾਲ ਇਹਨਾਂ ਦੀ ਲੜਾਈ ਹੈ। ਤੁਸੀਂ ਬਹਿਸੀਅਤ ਖਵਾਜਾ ਅਕੀਲ ਗੋਗੀ ਭੱਟ ਸਾਹਿਬ ਕੀ ਚਾਹੁੰਦੇ ਹੋ ਕਿ ਕਿਸ ਤਰ੍ਹਾਂ? ਮੈਂ ਕਹਿੰਦਾ ਸਲਾਹ ਅੱਛੀ ਚੀਜ਼ ਹੈ, ਲੇਕਿਨ ਗੱਲ ਦੇਖੋ ਤੁਸੀਂ ਹੁਣ ਜਵੇਦ ਸਾਹਿਬ ਦੀ ਫੈਮਿਲੀ ਵੀ ਹੈ ਨਾ ਜੀ, ਉਹਨਾਂ ਦੇ ਬੇਟੇ ਨੇ, ਉਹਨਾਂ ਦੇ ਭਾਈ ਨੇ ਜੀ, ਇਹ ਤੇ ਬੈਠ ਕੇ ਸਾਰੀਆਂ ਚੀਜ਼ਾਂ ਗੱਲਾਂ ਹੋ ਸਕਦੀਆਂ ਨਾ, ਹੋ ਸਕਦੀਆਂ ਭੱਟ ਸਾਹਿਬ। ਨਹੀਂ ਮੈਂ ਕਿਹਾ ਬੈਠ ਕੇ ਕੋਈ ਪਤਾ ਕੀਤਾ ਜਾ ਸਕਦਾ ਨਾ ਕਿ ਉਹ ਕੀ ਕਹਿ ਰਹੇ ਨੇ। ਲੇਕਿਨ ਭੱਟ ਸਾਹਿਬ ਅਗਰ ਉਹਨਾਂ ਨੇ ਪੈਰਵਾਈ ਕਰਨੀ ਹੈ ਇਹ ਕੇਸ ਦੀ ਜਾਂ ਨਹੀਂ। ਹੁਣ ਤੁਸੀਂ ਮੈਨੂੰ ਗੱਲ ਦੱਸੋ, ਦੇਖੋ ਦੋਹਰਾ ਮਿਆਰ ਮੈਂ ਅੱਜ ਤੁਹਾਨੂੰ ਦੱਸਣ ਲੱਗਾ। ਜੀ ਦੱਸੋ। ਇੱਕ ਲਾਡਲੇ ਦਾ ਤੇ ਇੱਕ ਉਹ ਕੀ ਕਹਿੰਦੇ, ਤੁਸੀਂ ਮੈਨੂੰ ਪੇਸ਼ੀ ਦਾ ਕਿਹਾ ਕਿ ਵੀਡੀਓ ਦਿਖਾਈ ਕਿ ਜਦੋਂ ਅਮੀਰ ਫਤਿਹ ਗਿਆ ਉਹਦੇ ਪੇਸ਼ੀ ਤੇ ਪੁਲਿਸ ਦੀ ਬਹੁਤ ਜ਼ਿਆਦਾ। ਮੇਰਾ ਤੇ ਉਹਦਾ ਸਟੇਟਸ ਕੀ ਹੈ? ਇੱਕ ਹੈ, ਠੀਕ ਹੈ। ਉਹਨੇ ਵੀ ਆ ਕੇ ਬੇਲ ਕਰਾਈ ਕਤਲ 'ਚ, ਹਾਂ ਮੈਂ ਵੀ ਕਤਲ ਦੇ ਵਿੱਚ ਕਰਾਈ। ਹੁਣ ਉਹਦੀ ਬੇਲ ਦਾ ਕੀ ਹੈ ਜਨਾਬ? ਉਹਨੇ ਬੇਲ ਕਰਾਈ, ਪੁਲਿਸ ਕਸਟਡੀ 'ਚ ਨਹੀਂ ਗਾ। ਪੁਲਿਸ ਕਸਟਡੀ 'ਚ ਹੋਵੇ ਨਾ ਤਾਂ ਪੁਲਿਸ ਆਪਣੇ ਹਿਸਾਬ ਨਾਲ ਜਿੰਨੀ ਚਾਹਵੇ ਉਹਨੂੰ ਸਿਕਿਉਰਿਟੀ ਦੇਵੇ, ਜਿਸ ਤਰ੍ਹਾਂ ਚਾਹਵੇ ਉਹਦੀ ਹਿਫਾਜ਼ਤ ਕਰੇ। ਪੁਲਿਸ ਨੇ ਕਰਨੀ ਜੋ ਚਾਹਵੇ ਉਹ ਕਰੇ, ਇਸ ਤਰ੍ਹਾਂ ਹੀ ਹੈ ਨਾ ਜੀ। ਤੁਹਾਡੀ ਪੇਸ਼ੀ ਤੇ ਵੀ ਟੀਵੀ ਤੇ ਚੱਲਦਾ ਰਿਹਾ ਕਿ ਅਦਾਲਤ ਬੰਦ ਹੋ ਗਈ, ਸਾਰਾ ਕੁਝ ਰੁਕ ਗਿਆ। ਉਹ ਇਹਨਾਂ ਨੇ ਕਿਸੇ ਨੇ ਬੰਦ ਕਰਾ ਦੇਣ, ਕਦੀ ਰੁਕਦਾ। ਉਹਨਾਂ ਨੇ ਟੀਵੀ ਤੇ ਚਲਾਇਆ ਨਹੀਂ ਸਰ, ਉਹ ਫਿਰ ਉਹ ਗਲਤ ਕੀਤਾ। ਉਦੋਂ ਛੁੱਟੀਆਂ ਸੀ ਵੈਸੇ ਹੀ ਜਦੋਂ ਮੈਂ ਗਿਆ ਉਦੋਂ ਅਦਾਲਤਾਂ ਦੀਆਂ ਛੁੱਟੀਆਂ ਸੀ। ਅੱਲਾ ਦੇ ਨੇਕ ਬੰਦੇ ਇਹਨਾਂ ਨੂੰ ਕੋਈ ਹਦਾਇਤ ਦੇ ਦੇਵੇ, ਚਲਾਉਣ ਵਾਲਿਆਂ ਨੂੰ ਕੋਈ ਟੀਵੀ ਤੇ ਚੱਲਿਆ ਭੱਟ ਸਾਹਿਬ ਹੈ ਕਿ ਅਦਾਲतें ਬੰਦ ਕਰਾ ਦਿਆ ਗਿਆ, ਬਹੁਤ ਜ਼ਿਆਦਾ ਸਿਕਿਉਰਿਟੀ में ਗੋਗੀ ਭੱਟ ਸਾਹਿਬ ਆਏ। ਸਾਰਾ ਝੂਠ ਬੋਲਦੇ ਨੇ ਸਾਰਾ। ਮੈਂ ਤੇ ਤੁਹਾਨੂੰ ਕੋਈ ਦੱਸਣ ਲੱਗਾ, ਮੇਰਾ ਉਹ ਵੀ ਇਹਨਾਂ ਦੇ ਨਾਲ ਮੇਰਾ ਮੁਤਾਲਬਾ ਹੈ ਕਿ ਤੁਹਾਨੂੰ ਸਿਕਿਉਰਿਟੀ ਨਹੀਂ ਦਿੱਤੀ ਜਾਂਦੀ। ਨਹੀਂ ਸਰ ਸੁਣ ਲਓ, ਸਰਕਾਰ ਵੱਲੋਂ ਸਰ ਸੁਣ ਲਓ, ਸਿਕਿਉਰਿਟੀ ਕੀ ਦੇਣੀ ਹੈ ਇਹਨਾਂ ਨੇ? ਮੈਂ ਆਪ ਜਾਣਦਾ ਤੋਂ ਇਤਰਾਜ਼ਾਤ ਨੂੰ ਉਹਨਾਂ ਉਹ ਹੁਣ ਕਿਹੜਾ ਮਿਹਰਬਾਨ ਹੈ ਐਸਾ। ਹਾਂ ਮੈਂ ਉਹ ਵੀ ਚਾਹੁੰਦਾ ਕਿ ਉਹ ਸਾਹਮਣੇ ਆਏ। ਹਾਈ ਕਮਾਨ ਜਿਹੜੀ ਹੈ ਵਜ਼ੀਰ ਆਲਾ ਪੰਜਾਬ ਦਾ ਨੋਟਿਸ ਲੈ ਕੇ ਉਹਨੂੰ ਵੀ ਸਾਹਮਣੇ ਲਿਆਉਣ। ਉਹ ਲਿਆ ਸਕਦੇ ਨੇ, ਮੈਂ ਤਾਂ ਨਹੀਂ ਲਿਆ ਸਕਦਾ ਕਿ ਉਹ ਕਿਹੜਾ ਮਿਹਰਬਾਨ ਹੈ ਜਿਹੜਾ ਸੁਤੇਲੀ ਮਾਂ ਵਾਲਾ ਤੇ ਲਾਡਲੇ ਦਾ ਸਲੂਕ ਕਰਨ ਡਿਆ। ਕੀ ਉਹ ਸਿਆਸੀ ਹੈ ਜਾਂ ਐਡਮਿਨਿਸਟ੍ਰੇਸ਼ਨ ਵਿੱਚੋਂ ਹੈ? ਚਲੋ ਵਕਤ ਨਾ ਲੱਗਿਆ ਜਾਏਗਾ ਸਾਹਮਣੇ। ਤੁਹਾਨੂੰ ਪਤਾ ਉਹ ਕੌਣ ਹੈ? ਨਹੀਂ ਕੋਈ ਥੋੜਾ ਜਾ ਰਿਹਾ ਉਧਰ ਨੂੰ ਗੱਲ, ਆਈਡੀਆ ਜਾ ਰਹੀ ਹੈ। ਤੁਹਾਨੂੰ ਦੱਸੋ ਨਾ, ਲੇਕਿਨ ਤੁਹਾਨੂੰ ਆਈਡੀਆ ਹੈ? ਥੋੜੀ ਜਾ ਰਹੀ ਹੈ। ਦੇਖੋ ਫਿਰ ਆਸਾ ਬੰਦਾ ਆ ਜਾਂਦੀ ਹੈ ਨਾ। ਠੀਕ ਹੈ, ਹੁਣ ਤੁਸੀਂ ਦੇਖੋ ਉਹਦਾ ਮੇਰਾ ਸਟੇਟਸ ਇੱਕੋ ਹੀ ਹੈ। ਉਹ 302 ਦੀ ਬੇਲ ਕਰਾਉਂਦਾ ਹੈ, ਹਾਂਜੀ ਅੱਛਾ ਲਾਟਲੇ ਹੋ ਗਏ ਨਾ। ਉਹ ਜਿਸਲੇ ਅਦਾਲਤ ਜਾਂਦਾ ਹੈ 4 ਪੁਲਿਸ ਦੀਆਂ ਗੱਡੀਆਂ ਜਾ ਰਹੀਆਂ ਫੁੱਲ ਭਰੀਆਂ ਹੋਈਆਂ, ਠੀਕ ਹੈ ਨਾ ਜੀ। ਉਹਦੇ ਨਾਲ 4 ਮੋਟਰ ਬਾਈਕਾਂ ਜਾ ਰਹੀਆਂ, ਕਲੈਸ਼ਨਾਂ ਫੜੀਆਂ ਹੋਈਆਂ। ਪਾਕਿਸਤਾਨ ਪੂਰੀ ਦੁਨੀਆ ਦੇ ਵਿੱਚ ਇਹ ਰੂਲ ਨਹੀਂ ਹੈਗਾ, ਅਗਰ ਉਹ ਮਦਈ ਹੈ ਨਾ ਤਾਂ ਉਹਦੀ ਤੁਸੀਂ ਸਿਕਿਉਰਿਟੀ ਕਰ ਸਕਦੇ ਹੋ, ਜਾਂ ਤੁਹਾਡੀ ਕਸਟਡੀ ਜਾਂ ਤੁਸੀਂ ਉਹਦੀ ਸਿਕਿਉਰਿਟੀ ਕਰ ਸਕਦੇ ਹੋ। ਲੇਕਿਨ ਉਹ ਮਦਈ ਨਹੀਂ ਹੈਗਾ ਸੀ, ਉਹ ਤੇ ਮੁਲਜ਼ਮ ਇਹਦੇ ਮੁਲਜ਼ਮ ਪੇਸ਼ ਹੋ ਰਿਹਾ ਨਾ। ਬੇਲ ਕਰਾਈਸ ਤੇ ਘਰੋਂ ਆ ਕੇ ਉਹਦਾ ਪ੍ਰੋਟੋਕੋਲ ਲੱਗ ਜਾਂਦਾ ਘਰੋਂ ਹੀ। ਤੁਸੀਂ ਮੈਨੂੰ ਦੱਸੋ ਉੱਥੇ ਇਨਸਾਫ ਨਾਲ ਦੀ ਚੀਜ਼ ਖਤਮ ਹੋ ਗਈ ਨਾ, ਖਤਮ ਹੋ ਗਈ ਨਾ। ਪਰ ਸਾਹਿਬ ਇਹਦਾ ਮਤਲਬ ਤੁਸੀਂ ਕਹਿਣਾ ਚਾਹ ਰਹੇ ਹੋ ਕਿ ਉਹਨਾਂ ਦੇ ਨਾਲ ਫੇਵਰ ਕੀਤੀ ਜਾ ਰਹੀ ਹੈ? ਸਾਰਾ ਨਿਵਾਹ ਕੀਤੀ ਜਾ ਰਹੀ, ਫੇਵਰ ਨਹੀਂ ਕੀਤੀ ਜਾ ਰਹੀ। ਇਹ ਤਾਂ ਅਖੀਰ ਕੀਤੀ ਜਾ ਰਹੀ ਹੈ ਨਾ। ਇਹ ਤਾਂ ਕਾਨੂੰਨ ਨਹੀਂ ਖਤਮ ਕਰ ਦਿੱਤਾ ਗਿਆ ਨਾ। ਤੁਸੀਂ ਦੇਖੋ 302 ਦਾ ਮੁਲਜ਼ਮ ਹੈ, ਹਾਲੀ ਗੁਨਾਹਗਾਰ ਬੇਗੁਨਾਹ, ਉਹਨੇ ਤੇ ਆ ਕੇ ਤੁਹਾਡੇ ਕੋਲ ਹੋਣਾ JIT ਦੇ ਵਿੱਚ ਆ ਕੇ, ਜਾਂ ਤੁਹਾਡੀ ਤਫਤੀਸ਼ 'ਚ ਹੋਣਾ, ਜਿਸ ਤਰ੍ਹਾਂ ਮੈਂ ਹੁਣ ਆ ਕੇ ਹੋ ਰਿਹਾ ਜੀ। ਠੀਕ ਹੈ ਨਾ ਜੀ। ਉਹ ਪਹਿਲੇ ਦਿਨ ਹੀ ਬੇਲ ਕਰਾ ਕੇ ਮੁੜ ਕੇ ਉਹਨੇ ਜਾਣਾ ਤਾਰੀਖ ਦੇ 2 ਦਿਨ 4 ਦਿਨ ਬਾਅਦ 8 ਦਿਨਾਂ ਬਾਅਦ, ਤੇ ਤੁਸੀਂ ਉਹਦੇ ਘਰ
ਇਹੋ ਜਿਹਾ ਪ੍ਰੋਟੋਕੋਲ ਲਾ ਦਿੰਦੇ ਉਹ ਤੇ ਵਜ਼ੀਰ ਆਜ਼ਮ ਦਾ ਨਹੀਂ ਅੱਜ ਕੱਲ੍ਹ ਹੈਗਾ ਇਹੋ ਜਿਹਾ। ਉਹ ਵੀ ਕਹਿੰਦੇ ਕਿ ਸਾਨੂੰ ਨਹੀਂ ਚਾਹੀਦਾ ਐਡਾ ਪ੍ਰੋਟੋਕੋਲ। 4 ਗੱਡੀਆਂ ਪੁਲਿਸ ਦੀਆਂ ਨੇ ਜਿਹੜੀਆਂ ਫੌਜ 'ਚ ਬਣੀਆਂ, 4 ਮੋਟਰਸਾਈਕਲਾਂ ਨੇ ਕਲੈਸ਼ਨਾਂ ਲੈ ਕੇ ਵੀ ਪੁਲਿਸ ਵਾਲੇ ਨੇ, ਫਿਰ ਇਹਨਾਂ ਦੀਆਂ 20 ਤੋਂ 25 ਗੱਡੀਆਂ ਨੇ, ਫਿਰ ਮੋਟਰਸਾਈਕਲ ਇਹਨਾਂ ਦੀਆਂ ਲਹਿਦਾ ਨੇ, ਇਹਨਾਂ ਦੇ ਡਾਲੇ ਨੇ ਵਿੱਚ, ਡਾਲਿਆਂ ਦੇ ਵਿੱਚ 5-5 6-6 ਬੰਦੇ ਉੱਤੇ ਵੀ ਖਲੋਤੇ ਨੇ। ਐਡੇ ਵੱਡੇ ਪ੍ਰੋਟੋਕੋਲ ਦੇ ਵਿੱਚ 302 ਦਾ ਮੁਲਜ਼ਮ ਜਾ ਰਿਹਾ, ਇਹਨਾਂ ਦੀ ਕਸਟਡੀ 'ਚ ਨਹੀਂ ਗਾ ਕੇ ਤੁਹਾਨੂੰ ਇਸ ਗੱਲ ਤੇ ਇਤਰਾਜ਼ ਹੈ? ਸਰ ਮੰਨੂ ਕਿ ਮੇਰਾ ਹਾਲ ਹੈ, ਹਰ ਪਾਕਿਸਤਾਨੀ ਨੂੰ ਹੋਣਾ ਚਾਹੀਦਾ ਕਿ ਇਹ ਕਾਨੂੰਨ ਕਿਹੋ ਜਿਹਾ। ਤੁਸੀਂ ਇਹ ਆਵਾਜ਼ ਚੁੱਕੀ? ਸਰ ਮੈਂ ਅੱਜ ਚੁੱਕ ਨਹੀਂ ਪਿਆ ਨਾ। ਤੁਸੀਂ ਕਿਸੇ ਇਦਾਰੇ ਦੇ ਅੱਗੇ ਚੁੱਕੀ? ਸਰ ਮੈਂ ਅੱਜ ਕਹਿ ਰਿਹਾ ਸਾਰੇ ਕਿਸੇ ਕੰਪਲੇਨ ਕੀਤੀ? ਨਹੀਂ ਮੈਂ ਹੁਣ ਦਿਆਂਗਾ ਨਾ। ਤੁਸੀਂ ਕੰਪਲੇਨ ਕਰੋਗੇ? ਮੈਂ ਲਿਖ ਕੇ ਦਿਆਂਗਾ ਨਾ। ਤੁਸੀਂ ਕੰਪਲੇਨ ਕਰੋਗੇ? ਮੈਂ ਦਿਆਂਗਾ, ਮੇਰਾ ਹੱਕ ਬਣਦਾ। ਬਿਲਕੁਲ ਠੀਕ ਹੈ, ਤੁਹਾਡਾ ਹੱਕ ਮੇਰਾ ਬਣਦਾ। ਹੱਕ ਬਣਦਾ। ਮੈਂ ਸੁਣ ਲਓ, ਹੁਣ ਮੇਰੇ ਕੋਲ ਕੋਈ ਇਸਰਾਈਲ ਦਾ ਪਾਸਪੋਰਟ ਤੇ ਨਹੀਂ ਨਾ ਨਿਕਲ ਆਇਆ ਮੇਰਾ। ਮੈਂ ਵੀ ਇਸ ਮੁਲਕ ਦਾ ਸ਼ਹਿਰੀ ਹਾਂ। ਮਨ ਵੀ ਤਹਫ਼ੁਜ਼ ਦਿੱਤਾ ਜਾਵੇ, ਮਨ ਵੀ ਮੇਰੀ ਜਾਨ ਦਾ ਖਤਰਾ ਹੈ, ਮਨ ਵੀ ਮੇਰੇ ਬੱਚਿਆਂ ਦੇ ਜਾਨ ਦਾ ਖਤਰਾ ਹੈ। ਮੈਂ ਇੱਥੋਂ ਜਾਣਾ 5-6 ਆਪਣੀਆਂ ਗੱਡੀਆਂ ਲੈ ਕੇ ਤਰੀਕ ਤੇ। ਠੀਕ ਹੈ ਜੀ। ਤੇ ਮਨ ਕੀ ਕਹਿੰਦੇ ਪਏ, ਤੇ ਮਨ ਕੀ ਮੈਸੇਜ ਆ ਰਿਹਾ ਕਿ ਜੀ ਇਹ ਬਹੁਤ ਗਲਤ ਕਰ ਰਿਹਾ। ਤੁਹਾਨੂੰ ਕਿਹਨੇ ਕਿਹਾ? ਬਸ ਇਹ ਅਦਾਰੇ ਦੇ ਕੋਈ ਮਿਹਰਬਾਨ ਨਾ, ਇਹਨਾਂ ਨੇ ਇਹ ਬਹੁਤ ਗਲਤ ਕਰ ਰਿਹਾ, ਇਹ ਪ੍ਰੋਟੋਕੋਲ ਨਾਲ ਆ ਗਿਆ। ਉਹ ਤੁਸੀਂ ਅੱਲਾ ਦੇ ਬੰਦੇ ਹੋ, ਜਿਹੜਾ ਪ੍ਰੋਟੋਕੋਲ ਉਹਨੂੰ ਦਿੱਤਾ ਹੈ ਤੁਸੀਂ ਕਿਸ ਤਰ੍ਹਾਂ ਦੇ ਰਹੇ ਹੋ? ਇਹਦਾ ਮਤਲਬ ਤੁਸੀਂ ਬੰਨ ਕੇ ਸਾਨੂੰ ਇਹਨਾਂ ਅੱਗੇ ਸੁੱਟ ਕੇ ਕਤਲ ਕਰਵਾਉਣ ਦਿਓ, ਜਿਸ ਤਰ੍ਹਾਂ ਸਾਡਾ ਜਵਾਈ ਪੜੋਈਆ ਕਰਵਾਤਾ ਜੀ। ਤੁਹਾਨੂੰ ਕਿਸੇ ਨੇ ਕਿਹਾ ਕਿ ਤੁਹਾਨੂੰ ਮਾਰਨ ਵਾਸਤੇ ਵੀ ਉੱਥੇ ਲੋਕ ਆਏ? ਸਰ ਸੁਣ ਲਓ, ਕਿਹਾ ਨਹੀਂ, ਇਸੀ ਦੱਸਿਆ ਅਜਿੰਦਾ ਜ਼ਿਆਦਾ ਸਾਰਾ ਸਿਸਟਮ। ਮੇਰੀ ਪਹਿਲੀ ਤਰੀਕ ਮੈਂ ਗਿਆ ਤੇ 6 ਬੰਦੇ ਜਿਹੜੇ ਤੁਹਾਡੇ ਵਾਸਤੇ ਆਏ ਸਨ। ਮੇਰੇ ਵਾਸਤੇ ਉਹਨਾਂ ਦੀ ਮੈਂ ਫੋਟੋ ਤੇ ਅਸਲੇ ਫੜੇ, ਇਹਨਾਂ ਦੇ ਨਾਲ ਖਲੋਤੇ ਨੇ, ਇਹਨਾਂ ਦੇ ਗਨਮੈਨ। ਜਿਸ ਤਰ੍ਹਾਂ ਪਹਿਲਾ ਗਨਮੈਨ ਨਹੀਂ ਇਹਨਾਂ ਨੇ ਯੂਜ਼ ਕਹਿੰਦੇ ਜੀ, ਉਹ ਵੀ ਨਾਲ ਗਿਆ ਸੀ। ਉਹ ਕੋਈ ਇਹਨਾਂ ਦਾ ਡਰਾਈਵਰ ਸੀ, ਹਰੇ ਕੀ ਭੱਟੀ ਕੋਈ, ਉਹ ਵੀ ਨਾਲ ਸੀ। ਫਤਿਹ ਦੇ ਤੇ ਜਦੋਂ ਵਕੂਆ ਕੀਤਾ ਉਹ ਵੀ ਨਾਲ ਲੱਗੇ ਸੀ, ਹੈਲਪਰ। ਉਸ ਤਰ੍ਹਾਂ ਹੀ ਇਹਨਾਂ ਦੇ ਸ਼ੂਟਰ ਜਿਹੜੇ ਇਹਨਾਂ ਦੇ ਨਾਲ ਮੁਕੱਦਮੇ ਵਾਰਨ, ਉਹਨਾਂ ਦੀ ਮੈਂ ਫੋਟੋ 'ਚ ਘੱਲੀ ਹੈ DSP ਸਾਹਿਬ ਨੂੰ ਤੇ SP ਸਾਹਿਬ ਨੂੰ। ਤੁਹਾਨੂੰ ਕੀ ਜਵਾਬ ਮਿਲਿਆ? ਨਹੀਂ, DSP ਸਾਹਿਬ ਨੂੰ ਤੇ ਇੰਸਪੈਕਟਰ ਸਾਹਿਬ ਨੂੰ, ਜਿਹੜੇ ਉਸ ਇਲਾਕੇ ਦੇ ਸੀ। ਠੀਕ ਹੈ। ਮੈਂ ਉਹਨਾਂ ਨੇ ਕਿਹਾ ਜਨਾਬ ਇਹ ਬੰਦੇ 6 ਆਏ ਨੇ, ਉਹਨਾਂ ਨੇ ਤਹਿਕੀਕਾਤ ਕੀਤੀ। ਉਹਨਾਂ ਨੇ ਕਿਹਾ, ਮੈਂ ਉੱਥੇ ਗਿਆ, ਉੱਥੇ ਕਿਸੇ ਮੇਰੇ ਬੰਦੇ ਨੇ ਪਛਾਣ ਲਿੱਤਾ ਫਲਾਣਾ 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 ਫਲਾਣਾ। ਉੱਥੇ ਖੱਪ ਆਤੀ ਕਿ ਜੀ ਇਹ ਦੇਖੋ ਇਹਨਾਂ ਦੇ ਬੰਦੇ ਆ ਗਏ ਜੇ, ਸ਼ੂਟਰ ਆਏ ਹੋਏ ਜੇ। ਉਹਨਾਂ ਦੇ ਕੋਈ ਤਲਕ ਨਾ, ਉਹਦੀ ਮੇਰੀ ਸ਼ਹਾਦਤ ਹੈ ਉਹਨਾਂ ਦੀ, ਉਦੋਂ ਨਾ ਕੋਈ ਉਹਨਾਂ ਦਾ ਕੋਈ ਹੈਗਾ ਆ ਰਿਹਾ ਕਿ ਜਿਹੜਾ ਉਹ ਆਣ। 6 ਬੰਦੇ ਇਹਨਾਂ ਨੇ ਮੁਖਤਲਿਫ ਰਸਤਿਆਂ 'ਚੋਂ ਅੰਦਰ ਵਾੜ ਦਿੱਤੇ, ਉਹ ਵਾੜ ਕੇ ਉੱਥੇ ਖਿਲਾਰ ਦਿੱਤੇ। ਕੀ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਹੋ ਸਕਦਾ ਹੈ? ਲੱਗਦਾ ਕੀ ਹੋਇਆ ਨਹੀਂ, ਜਵੇਦ ਸਾਹਿਬ ਦਾ ਮਰਡਰ ਨਹੀਂ ਹੋਇਆ। ਇਹ ਕੋਈ ਸੀ ਕਹਾਣੀ ਹੈ ਸੁਣਾਉਣ ਦੇ, ਮੈਂ ਤੁਹਾਨੂੰ, ਇਹ ਤੇ ਹਕੀਕਤ ਹੈ। ਉੱਥੇ ਅੱਜ ਨਹੀਂ ਰਹੇ। ਤੁਹਾਨੂੰ ਪੁਲਿਸ ਵਾਲੇ ਨੇ ਕੀ ਕਿਹਾ ਜਦੋਂ ਤੁਸੀਂ ਕਿਹਾ 6 ਹੈਗੇ? ਸੁਣ ਲਓ, ਮੈਂ ਉਹਨਾਂ ਨੂੰ ਕਿਹਾ ਜੀ ਕਿ ਜਨਾਬ ਇਹ 6 ਬੰਦੇ ਜੀ, ਇਹ 2-3 ਦੀ ਮੇਰੇ ਕੋਲ ਤਸਵੀਰਾਂ ਜੇ, ਬਾਕੀ ਨਾ ਜੀ ਮੈਂ ਤੁਹਾਨੂੰ ਕੱਲ ਦਾਂ। ਅੱਛਾ। ਮਨ ਉਹ ਕਹਿੰਦੇ ਵੀ 6 ਨਹੀਂ ਸੀ, 3 ਹੈਗੇ। ਚਲੋ ਉਹਨਾਂ ਦੀ ਮਿਹਰਬਾਨੀ, ਉਹਨਾਂ ਨੇ 3 ਤੇ ਮੰਨ ਲਿੱਤੇ ਨਾ, ਕਾਊਂਟ ਕਰ ਲਿੱਤੇ। ਮੈਂ ਕਿਹਾ ਜੀ ਕਿਸ ਨੀਅਤ ਨਾਲ ਆਏ ਨੇ? ਹਾਂਜੀ। ਫਿਰ ਅਦਾਲਤ ਦੇ ਬਾਹਰ ਖਲੋ ਗਏ ਨੇ ਨੁਕਰਾਂ ਤੇ ਆਪਣੀ ਪੋਜੀਸ਼ਨਾਂ ਲੈ ਕੇ। ਫਿਰ ਵਾੜੇ ਵੀ ਮੁਖਤਲਿਫ ਗੇਟਾਂ ਤੋਂ ਸਾਡੀ ਇਤਲਾਹ ਨੇ। ਫਿਰ ਉਹਨਾਂ ਨੇ ਵੀ ਕਿਹਾ, ਉਹਨਾਂ ਨੇ ਕਿਹਾ ਜੀ ਕਿ ਗੱਲ ਗਈ ਸੀ, ਉਹਨਾਂ ਨੇ ਮੈਸੇਜ ਕਰ ਦਿੱਤਾ ਇਸੀ ਗਵਾਲ ਮੰਡੀ SHO ਨੂੰ ਕਿਹਾ, ਜਿਹੜਾ ਮਨ ਡਿਪਟੀ ਸਾਹਿਬ ਨੇ ਕਿਹਾ, ਤਾਂ ਉਹ ਇੰਸਪੈਕਟਰ ਸਾਹਿਬ ਨੇ ਕਿਹਾ ਇਹਨਾਂ ਨੂੰ ਬੁਲਾ ਕੇ ਸਮਝਾਓ ਕਿ ਹੁਣ ਇਹ ਤੁਹਾਡੇ ਬੰਦੇ ਨਾ ਉੱਧਰ ਜਾਣ। ਹੁਣ ਬੰਦੇ ਨਾ ਜਾਣ, ਉਹਨਾਂ ਨੂੰ ਫੜੋ, ਉਹਨੂੰ ਇੰਟੈਰੋਗੇਟ ਕਰੋ। ਤੁਸੀਂ ਲੈਣ ਕੇ ਆਏ ਹੋ ਇੱਥੇ, ਤੁਸੀਂ ਦੇ ਅੱਗੇ ਹੀ ਉਹਨਾਂ ਦੇ ਸ਼ੂਟਰ ਹੋ, ਤੁਸੀਂ ਅੱਗੇ ਹੀ ਉਹਨਾਂ ਦੇ ਮੁਕੱਦਮੇ ਵਾਰ ਹੋ। ਇਹ ਕੁਛ ਯਾਰ ਹੋ ਰਿਹਾ ਹੈ, ਐਨੀ ਨਾ ਇਨਸਾਫੀ ਕੌਣ ਕਰ ਰਿਹਾ ਹੈ? ਸਭ ਇਹ ਦੱਸਣਾ ਕਿ ਗੱਲ ਹੋ ਸਕਦੀ ਹੈ, ਅਸੀਂ ਸੁਲਹ ਤੱਕ ਜਾ ਸਕਨੇ ਹਾਂ। ਸਰ ਇਨਸ਼ਾਅੱਲਾ ਤਾਲਾ ਅੱਛੀ ਚੀਜ਼ ਨੂੰ ਤੇ ਸਾਰੇ ਪਸੰਦ ਕਰਦੇ ਨੇ, ਕੋਈ ਇਹ ਤਾਂ ਨਹੀਂ ਹੈਗਾ ਕਿ ਨਾ ਪਸੰਦ ਕਰੇ। ਤੁਸੀਂ ਵੀ ਸੋਚਦੇ ਹੋ ਕਿ ਮੈਂ, ਕਿਉਂਕਿ ਤੁਸੀਂ ਇੱਕ ਜ਼ਿੰਮੇਦਾਰ ਆਦਮੀ ਹੋ। ਨਹੀਂ, ਮੈਂ ਫਾਈਨਲ ਕੋਈ ਨਹੀਂ ਜੀ ਆਪਣੇ ਕੋਲੋਂ ਕਰ ਸਕਦਾ। ਦੇਖੋ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ, ਲੇਕਿਨ ਬਟ ਸਾਹਿਬ ਆਪਣਾ ਕਿਰਦਾਰ ਅਦਾ ਕਰ ਸਕਦੇ ਹੋ ਜੀ। ਬਿਲਕੁਲ, ਛਾਈ 'ਚ ਕਿਹੜਾ ਨਹੀਂ ਚਾਹੇਗਾ ਮੇਰਾ ਕਿਰਦਾਰ ਅਦਾ ਹੋਵੇ। ਤੁਸੀਂ ਇਹ ਕਿਰਦਾਰ ਅਦਾ ਕਰ ਸਕਦੇ ਹੋ ਕਿ ਇਹ ਚੀਜ਼ਾਂ ਬਿਹਤਰੀਨ ਹੋ ਜਾਣ। ਅੱਛਾ ਕੋਈ ਕਿਸੇ ਚੀਜ਼ ਦਾ ਹੋ ਰਿਹਾ ਹੋਵੇ ਤੇ ਉਹਦੇ ਵਿੱਚ ਜ਼ਰੂਰ ਕਰਨਾ ਚਾਹੀਦਾ। ਇਹਦਾ ਮਤਲਬ ਸਾਡੇ ਘਰ ਦਾ ਹੋਵੇ, ਬਾਹਰ ਦੇ ਘਰ ਦਾ ਹੋਵੇ, ਉਧਰ ਦਾ ਹੋਵੇ, ਜ਼ੈਦ ਦਾ ਹੋਵੇ, ਬੱਕਰ ਦਾ ਹੋਵੇ ਤਾਂ ਕਰਨਾ ਚਾਹੀਦਾ। ਇਹਦਾ ਮਤਲਬ ਮੈਂ ਲੋਕ ਸੁਣਨ ਵਾਲੇ ਕਹਿ ਸਕਦੇ ਨੇ ਕਿ ਗੋਗੀ ਬਾਟ ਸਾਹਿਬ ਇੱਕ ਮੁਸਬਤ ਕਿਰਦਾਰ ਅਦਾ ਕਰਨਾ ਚਾਹੁੰਦੇ ਨੇ ਤੇ ਕਰਨਗੇ ਵੀ, ਕਿ ਇਹ ਜਿਹੜੀ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੀ ਦੁਸ਼ਮਣੀ ਬਣ ਚੁੱਕੀ ਹੈ। ਕਿਆ ਤੁਸੀਂ ਇਹਨੂੰ ਸੋਚਦੇ ਨਹੀਂ ਕਿ ਇਹਨੂੰ ਰੁਕਣਾ ਚਾਹੀਦਾ? ਬਾਟ ਸਾਹਿਬ, ਬੱਚੇ ਉਧਰ ਵੀ ਨੇ, ਬੱਚੇ ਇੱਧਰ ਵੀ ਨੇ, ਬਹੁਤ ਸਾਰੀ ਚੀਜ਼ਾਂ ਨੇ, ਫੈਮਲੀਆਂ ਨੇ। ਅੱਲਾਹ ਪਾਕ ਰਹਿਮਤ ਕਰਮ ਕਰੇ ਹਰ ਇਨਸਾਨ ਵਾਸਤੇ। ਬਾਟ ਸਾਹਿਬ ਤੁਸੀਂ ਚਾਹੁੰਦੇ ਹੋ, ਕਿਉਂਕਿ ਇਹ ਆਖਰੀ ਤੁਹਾਡਾ ਵਰਡ ਲੈਣਾ ਚਾਹ ਰਿਹਾ ਮੈਂ। ਸਰ ਮੈਂ ਗੋਗੀ ਬਾਟ ਸਾਹਿਬ ਦਾ ਵਰਡ ਇਹਦੇ ਤੇ ਲੈਣਾ ਚਾਹ ਰਿਹਾ ਕਿ ਗੋਗੀ ਬਾਟ ਸਾਹਿਬ ਚਾਹੁੰਦੇ ਨਹੀਂ ਕਿ ਸਲਾਹ ਅੱਛੀ ਚੀਜ਼ ਹੁੰਦੀ ਹੈ ਹਰ ਇੱਕ ਵਾਸਤੇ, ਮੇਰੇ ਵਾਸਤੇ ਵੀ, ਹੋਰ ਲੋਕਾਂ ਵਾਸਤੇ ਵੀ। ਸਲਾਹ ਇੱਕ ਅੱਛੀ ਚੀਜ਼ ਹੈ, ਲੇਕਿਨ ਜਿਸਲੇ ਬੰਦਾ ਅੰਦਰੋਂ ਢਿੱਡੋਂ ਸਾਫ਼ ਹੋ ਜਾਵੇ, ਮੁਨਾਫਕਤ ਛੱਡ। ਤੁਸੀਂ ਦੇਖੋ ਐਸੋ ਵੱਡੀ ਕੀ ਮੁਨਾਫਕਤ, ਲੇਕਿਨ ਦਿਲਾਂ ਦੇ ਰਾਜ਼ ਅੱਲਾਹ ਤਾਲਾ ਜਾਣਦਾ। ਇੱਕ ਮੈਂ ਸਮਝਦਾ ਨਾ, ਇਹਨਾਂ ਦੇ ਰਾਜ਼ ਬਾਹਰ ਆ ਜਾਂਦੇ ਨੇ ਨਾ, ਅੱਲਾਹ ਪਾਕ ਗਲਤ ਨੂੰ ਦਿਖਾ ਵੀ ਦਿੰਦਾ। ਤੁਸੀਂ ਦੇਖੋ
ਕਿ ਇਹਨਾਂ ਦੀ ਕੀ ਮੁਨਾਫਕਤ ਹੈ। ਜਵੇਦ ਸਾਹਿਬ ਨੂੰ ਮਰਡਰ ਇਹਨਾਂ ਨੇ ਕੀਤਾ ਤੇ ਕੀ ਕਹਿ ਰਿਹਾ ਬੱਚੂ, ਤੇ ਕੀ ਕਹਿ ਰਹੇ ਨੇ ਟੀਫੀ ਬੜ ਨੇ ਆਪਣਾ ਪੜਵਈਆ ਮਰਵਾਤਾ ਸਾਡੇ ਤੇ ਪਰਚਾ ਕਰਾਉਣ ਵਿੱਚ। ਸ਼ੇਮ ਫॉर ਯੂ, ਸ਼ਰਮ ਇਹਨਾਂ ਨੂੰ ਆਉਣੀ ਚਾਹੀਦੀ ਹੈ। ਇਹੋ ਜਿਹੇ ਮੁਨਾਫਕ ਬੰਦਿਆਂ ਦੇ ਨਾਲ ਕਿਹੜੀਆਂ ਚੀਜ਼ਾਂ ਅੱਗੇ ਦੱਸੋ, ਕਿਹੜੀ ਲੈ ਕੇ ਤੁਰੀਏ। ਉਹਨੂੰ ਮਾਰ ਕੇ ਉਹਦਾ ਮਰਡਰ ਕਰਕੇ ਤੇ ਕਹਿੰਦੇ ਪਏ ਨੇ ਕਿ ਟੀਫੀ ਬੜ ਨੇ ਆਪਣਾ ਪੜਵਈਆ ਮਰਵਾਤਾ। ਇਹਨਾਂ ਨੂੰ ਕੋਈ ਕਹਿ ਸਕਦਾ ਕਿ ਲਾਹਨਤ ਹੀ ਆ ਤੁਹਾਡੇ ਤੇ, ਤੁਸੀਂ ਇੰਨੇ ਕੁ ਗੰਦੇ ਹੋ, ਇੰਨੇ ਕੁ ਗਿਰ ਗਏ ਹੋ। ਇਹ ਕਹੋਗੇ ਜੀ ਸਾਡਾ ਕਸੂਰ ਹੈਗਾ ਜਾਂ ਨਹੀਂ ਹੈਗਾ। ਕਹਿ ਰਹੇ ਹੋ ਟੀਫੀ ਬਣ ਨੇ ਆਪਣਾ ਬਨੋਈ ਮਾਰਤਾ, ਫਟਾਫਟ ਇਹਨੂੰ ਫੜ ਲਓ, ਆਉਂ ਕਰ ਲਓ, ਆਉਂ ਕਰ ਲਓ। ਉਹ ਕੀ ਕਹਿੰਦਾ ਜੀ, ਉਹ ਲੇਡੀਜ਼ ਕੁੜਤਿਆਂ ਵਾਲਾ, ਉਹ ਇਹ ਕਹਿ ਰਿਹਾ ਜੇ ਬੱਚੂ। ਇਧਰੋਂ ਉਹ ਕਹਿ ਰਿਹਾ ਜੇ ਹਮ ਪੇ ਝੂਠਾ ਇਲਜ਼ਾਮ ਲੱਗ ਗਿਆ ਮਸਬ, ਉਹ ਕਹਿ ਰਿਹਾ ਜੇ ਹਮ ਪੇ ਝੂਠਾ ਲੱਗ ਗਿਆ। ਫਤਿਹ ਆ ਰਿਹਾ ਜੇ ਹਮ ਪੇ ਝੂਠਾ ਇਲਜ਼ਾਮ ਲੱਗ ਗਿਆ। ਤੁਸੀਂ ਦੇਖੋ ਪੂਰਾ ਖਾनदान ਉਹਦੇ ਵਿੱਚ ਇਨਵਾਲ ਹੈ। ਤੁਹਾਡੀ वक्त का बहुत बहुत शुक्रिया। जो भट्ट साहब ने बात की वो सिंपल सी है। भट्ट साहब चाहते हैं कि मुझे इंसाफ मिले और वो चाहते हैं कि उनकी जो इंटेरोगेशन हो या जो JID बैठे वो न्यूट्रल हो। उनको उसके ऊपर काफ़ी सारे सवालात हैं और उनकी कई सारी उसकी रिजर्वेशंस हैं उस JID के ऊपर। वो ये डिमांड भी कर रहे हैं, जो हमारे शो में भी उन्होंने किया, कि वो चाहते हैं कि ये फ्री एंड फेयर ट्रायल किया जाए उनका, और अगर वो इसमें गुनहगार पाए जाते हैं तो उनका चलान ठीक ठाक चलान किया जाए। लेकिन अगर वो इसमें बेगुनाह है तो उनको बेगुनाह करार दिया जाए और इसमें से उनको निकाला जाए। आपने बातें सुन ली, अपने फीडबैक से हमें ज़रूर आगाह कीजिएगा और अपना ख्याल रखिएगा। इंशाल्लाह फिर मुलाकात होगी। अल्लाह हाफ़िज़। पाकिस्तान जिंदाबाद।